बोले सोने हाल सासरी अकाल साहिब जी जेता जियो पिंड सब तेरा तू अंतर जामी पुरख भगवान दासन दास कहे जन नानक जेहा तू कराए है तेहा हों करी बखियान जिनके चोले रतड़े प्यारे कंत तिना कै पास तूड़ तिना की जे मिले जी कहो नानक की अरदास जिन्ना न बिसरै नाम से किन्हया पेद न जानो मूल साईं जेहया कन हर बूंद बसोहरो मावल कुसुम बसंत गणंत न आवे रब सस किरण उदर सागर को गंग तो रंग अंत को पावे रुदर ध्यान ज्ञान सतगुर कै कब जन पहल है उन्ह जो गावे भले अमरदास गुण तेरे तेरी उपमा तोहे बन आवे अजर अमर पद पाहे सो अमर तरे सो ज्ञान जुगो जुग अटल चबर छतर तख्त दे मालक गुरता गद्दी ते विराजमान हाजरा हजूर जाहरा जहूर सर्ब कला भरपूर प्रतख ते समरथ सतगुरु प्रगट गुरां की देह धन गुरु सतगुरु श्री गुरु ग्रंथ साहिब महाराज सच्चे पातशाह जी दी पावन पवित्र हजूरी दे अंदर सजे हुए रात्रि दे विशेष दीवाना दे विच सतगुरु पातशाह जी के दरों घरों बरसाए हुए गुरमुख प्यारे महापुरुष बाबा सच्चन सच जी दे जो गुरु महाराज ने उन्होंने बख्शिशां कीतियां उन्होंने समर्पित ये जोड़ मेले मनाए जा रहे हैं जिन्होंने समर्पित आप जी ने बड़ी दूरों नेड़ों रजेबियां भरी जिंदगी चो वक्त कढ़ के इन्हां समागमां दे विच हाज़रियां भरियां ने और जिस तरीके दे नाल दास तो पहला गुरमुख प्यारे भाई जरनैल सिंह जी मेरे सत्कारयोग आप जी नूं कुछ खास बेनतियां कर रहे सन और मैं भी एक बेनती करांगा भी तुसीं बड़ी दूरों नेड़ों विशेष तौर पर इन्हां समागमां दे विच आए हो ते इत्थे आपां लाहे प्राप्त करने ने। सब तो बड़ा लाहा
ਗੁਰਬਾਣੀ ਕਥਾ ਕੀਰਤਨ ਦਾ ਹੈ। ਮਹਾਰਾਜ ਨੇ ਬਾਣੀ ਦੇ ਵਿੱਚ ਇਸ ਤਰ੍ਹਾਂ ਦੇ तमाम ਇਸ਼ਾਰੇ ਕੀਤੇ ਨੇ। ਈਹਾਂ ਖਾਟ ਚੱਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਸੋ ਆਓ ਆਪਾਂ ਇਹਨਾਂ ਮਹਾਨ ਮਹਾਪੁਰਸ਼ਾਂ ਨੂੰ, ਜਿਨ੍ਹਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਉਹਨਾਂ ਦੇ ਸੰਬੰਧ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀਆਂ ਵਡਿਆਈਆਂ, ਬਾਬਾ ਸੱਚਨ ਸੱਚ ਜੀ ਦੀਆਂ ਸੇਵਾਵਾਂ ਔਰ ਇਹ ਸਾਰੀਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ, ਜਿੰਨੀ ਵੀ ਗੁਰੂ ਦਰਬਾਰ ਅੰਦਰ ਪੰਡਾਲ ਦੇ ਵਿੱਚ ਸੁਸ਼ੋਭਿਤ ਹੈ, ਸਾਰੇ ਪਿਆਰ ਸਤਿਕਾਰ ਦੇ ਨਾਲ ਗੁਰਫਤਿਹ ਦੀ ਸਾਂਝ ਪਾਇਓ, ਤਾਂ ਕਿ ਆਪਣੀ ਸਾਰਿਆਂ ਦੀ ਹਾਜ਼ਰੀ ਗੁਰੂ ਚਰਨਾਂ 'ਚ ਪ੍ਰਵਾਨ ਹੋ ਜਾਏ। ਇੱਕੋ ਵਾਰੀ ਕਹਿਣ ਤੇ ਸਾਰੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਹਾਂ, ਅਸੀਂ ਕੋਈ ਚੀਜ਼ ਖਰੀਦਣੀ ਹੈ, ਕੋਈ ਜ਼ਮੀਨ ਲੈਣੀ ਹੈ, ਕੋਈ ਕੱਪੜਾ ਲੈਣਾ ਹੈ, ਅਸੀਂ ਅੱਖ ਦੀ ਤਰਾਜੂ ਨਾਲ ਵੇਖਦੇ ਹਾਂ। ਆਪਣੇ ਬੱਚਿਆਂ ਦੇ ਰਿਸ਼ਤੇ ਨਾਤੇ ਕਰਨੇ ਨੇ, ਇਹਨਾਂ ਅੱਖਾਂ ਦੀ ਤਰਾਜੂ ਦੇ ਨਾਲ ਵੇਖਦੇ ਹਾਂ। ਕਹਿਣ ਤੋਂ ਭਾਵ ਅਸੀਂ ਕੁਝ ਵੀ ਕਰੀਏ, ਇਹਨਾਂ ਅੱਖਾਂ ਦੇ ਨਾਲ ਚੰਗੀ ਤਰ੍ਹਾਂ ਦੇਖ ਪਰਖ ਕੇ ਕਰੀਦਾ। ਪਹਿਲਾਂ ਆਪਾਂ ਕਹਿੰਦੇ ਆ ਵੀ ਦੇਖ ਲਓ, ਪਰਖ ਲਓ, ਫਿਰ ਜਾ ਕੇ ਕਿਤੇ ਪਛਤਾਉਣਾ ਨਾ ਪਵੇ। ਜਿਵੇਂ ਮਹਾਰਾਜ ਨੇ ਬਾਣੀ 'ਚ ਵੀ ਆਖਿਆ, ਪਹਿਲਾਂ ਬਸਤ ਸਿਜਾਣ ਕੇ ਤਾਂ ਕੀਚੈ ਵਪਾਰ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਵੇਖਦੇ ਹਾਂ, ਇੱਕ ਇਹ ਅੱਖਾਂ ਨੇ, ਇੱਕ ਅਧਿਆਤਮਕ ਅੱਖਾਂ ਨੇ, ਅੰਦਰੂਨੀ ਅੱਖਾਂ ਨੇ, ਗਿਆਨ ਦੀਆਂ ਅੱਖਾਂ ਨੇ। ਉਹਨਾਂ ਨਾਲ ਮਹਾਰਾਜ ਨੇ ਸਾਨੂੰ ਬਾਣੀ 'ਚ ਆਖਿਆ ਵੀ ਤੁਸੀਂ ਅਧਿਆਤਮਕ ਦੁਨੀਆ ਦੇ ਵਿੱਚ ਜਦੋਂ ਵਿਚਰਨਾ ਹੈ, ਔਰ ਤੁਸੀਂ ਉਹਨਾਂ ਅੱਖਾਂ ਦੇ ਨਾਲ ਵੇਖਣ ਦਾ ਯਤਨ ਕਰਨਾ। ਵੈਸੇ ਤੇ ਮਹਾਰਾਜ ਦੇ ਬਚਨ ਨੇ ਵੀ ਅੰਧੇ ਸੇ ਨਾ ਆਖੀਆਂ, ਜਿਨ ਮੁਖ ਲੋਇਣ ਨਾਏ, ਅੰਧੇ ਸਹੀ ਨਾਨਕਾ ਖਸਮੋਹ ਕੁੱਥੇ ਜਾਏ। ਸੋ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਜਦੋਂ ਅਸੀਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਪੜ੍ਹਦੇ ਹਾਂ, ਸੁਣਦੇ ਹਾਂ, ਉਹਨਾਂ ਦੇ ਬਾਰੇ ਭੱਟ ਸਾਹਿਬਾਨਾਂ ਨੇ ਜਿਹੜੇ ਬਚਨ ਕੀਤੇ ਨੇ। ਭੱਟ ਸਾਹਿਬਾਨ ਗੁਰੂ ਕੁਲ ਦੇ ਵਿੱਚੋਂ ਨਹੀਂ ਹੋਏ, ਭੱਟ ਸਾਹਿਬਾਨ ਗੁਰਸਿੱਖ ਪਰਿਵਾਰਾਂ ਦੇ ਵਿੱਚੋਂ ਨਹੀਂ ਹੋਏ। ਭੱਟ ਸਾਹਿਬਾਨਾਂ ਨੇ ਪਰ ਜਿਹੜੀ ਨਜ਼ਰ ਦੇ ਨਾਲ ਗੁਰੂ ਅਮਰਦਾਸ ਨੂੰ ਤੱਕਿਆ, ਜਿਹੜੀਆਂ ਨਿਗਾਹਾਂ ਦੇ ਨਾਲ ਉਹਨਾਂ ਨੇ ਤੱਕਿਆ, ਉਹਨਾਂ ਦੀ ਆਪਣੀ ਬਾਣੀ ਪੜ੍ਹੋ। ਭੱਟ ਸਾਹਿਬਾਨਾਂ ਦੇ ਸਵਈਆਂ ਦੇ ਵਿੱਚੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ 22-24 ਸਵਈਏ ਆਪਾਂ ਪੜ੍ਹਦੇ ਹਾਂ। ਉਹ ਭੱਟ ਜਿਹੜੇ ਅੰਦਰੂਨੀ ਸੱਚ ਦੀ ਪ੍ਰਾਪਤੀ ਦੇ ਵਾਸਤੇ, ਪਰਮਾਤਮਾ ਦੇ ਮਿਲਾਪ ਦੇ ਵਾਸਤੇ, ਪਰਮਾਤਮਾ ਦੇ ਨਾਲ ਇੱਕਮਿਕ ਹੋਣ ਦੀ ਜਗਿਆਸਾ ਲੈ ਕੇ ਉਹ ਪਤਾ ਨਹੀਂ ਕਿਹੜੇ ਕਿਹੜੇ ਸੰਤਾਂ, ਮਹਾਪੁਰਸ਼ਾਂ, ਗੁਰੂਆਂ ਦੇ ਕੋਲੇ ਗਏ। ਉਹਨਾਂ ਨੇ ਪ੍ਰਾਪਤ ਕਰਨਾ ਚਾਹਿਆ ਉਹਨਾਂ ਦੇ ਕੋਲੋਂ ਸਾਰਾ ਕੁਝ, ਪਰ ਉਹਨਾਂ ਨੂੰ ਜਦੋਂ ਨੇੜੇ ਜਾਂਦੇ, ਉਹ ਦੇਖਦੇ ਉਹਨਾਂ ਅੱਖਾਂ ਦੇ ਨਾਲ, ਉਹਨਾਂ ਨੂੰ ਉਹ ਚੀਜ਼ ਦੀ ਪ੍ਰਾਪਤੀ ਕਿਤੋਂ ਨਹੀਂ ਹੋਈ। ਮੇਰਾ ਕਹਿਣ ਤੋਂ ਭਾਵ ਭੱਟ ਸਾਹਿਬਾਨਾਂ ਨੇ ਜਿਹੜੇ ਬਚਨ ਕੀਤੇ ਨੇ, ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਦਰਬਾਰ 'ਚ ਆਏ, ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਦਰਸ਼ਨ ਜਿਹੜੇ ਉਹਨਾਂ ਭੱਟਾਂ ਨੇ ਆਪਣੀਆਂ ਨਿਗਾਹਾਂ ਨਾਲ ਕੀਤੇ, ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਜ਼ਿਕਰ ਕੀਤਾ। ਭੱਟ ਸਾਹਿਬਾਨਾਂ ਦੇ ਕਿਤਨੇ ਪਿਆਰੇ ਬਚਨ ਨੇ। ਰਹਿਓ ਸੰਤ ਹਾਂ ਟੋਲ, ਸਾਧ ਬਹੁ ਤੇਰੇ ਡਿੱਠੇ, ਸਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿ ਨੈਨਹ ਪਰਚੋ ਲਾਇਓ, कहती है कहती सुनी रहत को खुशी न आयो, हर नाम छोड़ दूजा लगे तिनके गुण हो क्या कहो, गुरदई है मलायो भिखिया जिव तू राखें तिव रहो। देखो भट्ट भिखा जी ने कैसे कमाल दे बचन कीते ने। वो कहते ने रहियो संत हों टोल, साध बहुत तेरे डिठे। असी रब दे संतां दी भाल विच निकले, क्योंकि असी मानते हैं भी संत ਮਨੁੱਖ ਨੂੰ ਪਰਮਾਤਮਾ ਦੇ ਨਾਲ ਮਿਲਾਪ ਕਰਵਾ ਦਿੰਦੇ ਨੇ, ਸੰਤ ਅਕਾਲ ਪੁਰਖ ਦੇ ਨਾਲ ਜੋੜਦੇ ਨੇ। ਸ਼ਾਇਦ ਇਸੇ ਕਰਕੇ ਬਾਣੀ 'ਚ ਸੰਤ ਦਾ ਐਡਾ ਮਾਨ ਸਨਮਾਨ ਮਹਾਰਾਜ ਨੇ ਕੀਤਾ। ਆ ਪੜ੍ਹਦੇ ਹਨ ਸੰਤ ਦੀ ਪਰਿਭਾਸ਼ਾ ਦੇ ਸੰਬੰਧ ਵਿੱਚ, ਔਰ ਉਹਨਾਂ ਨੇ ਆਖਿਆ ਰਹਿਓ ਸੰਤ ਹੋਂ ਟੋਲ, ਅਸੀਂ ਉਹਨਾਂ ਸੰਤਾਂ ਨੂੰ ਟੋਲਦੇ ਫਿਰੇ। ਸਾਧ ਬਹੁਤ ਤੇਰੇ ਡਿੱਠੇ, ਬਹੁਤ ਅਸੀਂ ਸੰਤਾਂ ਨੂੰ ਮਿਲੇ, ਸਾਧਾਂ ਨੂੰ ਮਿਲੇ, ਉਸ ਤਰ੍ਹਾਂ ਦੇ ਲੋਕਾਂ ਨੂੰ। ਸਾਧ ਬਹੁਤ ਤੇਰੇ ਡਿੱਠੇ, ਸਨਿਆਸੀ
ਤਪੱਸੀ ਹੈ ਮੁਖੋਂ ਇਹ ਪੰਡਤ ਮਿੱਠੇ। ਅਸੀਂ ਬੜੇ ਬੜੇ ਸੰਨਿਆਸੀ ਕਹਾਉਂਦੇ, ਤਪੱਸਵੀ ਕਹਾਉਂਦਿਆਂ ਨੂੰ ਮਿਲੇ, ਬੜੇ ਬੜੇ ਪੰਡਤਾਂ ਨੂੰ ਮਿਲੇ ਜਿਹੜੇ ਮੂੰਹ ਤੋਂ ਬੜੀਆਂ ਮਿੱਠੀਆਂ ਗੱਲਾਂ, ਬੜੇ ਮਿੱਠੇ ਮਿੱਠੇ ਬਚਨ ਕਰਕੇ ਲੋਕਾਂ ਨੂੰ ਕੀਲ ਲੈਂਦੇ ਸਨ, ਲੋਕਾਂ ਨੂੰ ਵਸ ਵਿੱਚ ਕਰ ਲੈਂਦੇ ਸਨ। ਉਹਨਾਂ ਦੀਆਂ ਜ਼ਬਾਨਾਂ ਮਿੱਠੀਆਂ, ਉਹਨਾਂ ਦੀ ਬਾਣੀ ਮਿੱਠੀ, ਕਿਉਂਕਿ ਬਾਬਾ ਜੀ ਨੇ ਬਾਣੀ 'ਚ ਵੀ ਆਖਿਆ ਕੋਮਲ ਬਾਣੀ ਸਭ ਕੁਝ ਸੰਤੋਖ ਹੈ। ਕਹਿਣ ਲੱਗੇ ਅਸੀਂ ਉਹਨਾਂ ਨੂੰ ਵੇਖਿਆ ਜਿਹੜੇ ਇਸ ਤਰ੍ਹਾਂ ਦੇ ਸੀਗੇ, ਪਰ ਕਹਿਤਿਓ ਕਹਿਤ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਜਦੋਂ ਅਸੀਂ ਨੇੜੇ ਹੋ ਕੇ ਵੇਖਿਆ ਉਹਨਾਂ ਦੀ ਕਹਿਣੀ ਕੁਝ ਹੋਰ, ਰਹਿਣੀ ਕੁਝ ਹੋਰ, ਉਹ ਜ਼ਬਾਨ ਤੋਂ ਕੁਝ ਹੋਰ ਕਹਿੰਦੇ ਸਨ, ਕਮਾਈ ਕੁਝ ਹੋਰ ਸੀ, ਰਸਨਾ ਤੋਂ ਕੁਝ ਹੋਰ ਬੋਲਦੇ ਸਨ, ਕਰਦੇ ਕੁਝ ਹੋਰ ਸਨ। ਜਿਹਨੂੰ ਬਾਬਾ ਜੀ ਨੇ ਆਖਿਆ ਕਹਿਣੀ ਕਰਨੀ ਦਾ ਫਰਕ ਅਸੀਂ ਵੇਖਿਆ। ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹਉ ਫਿਰਿਓ ਕਿਨੈ ਨਹਿ ਪਰਚੋ ਲਾਇਓ। ਕਿਤੇ ਸਾਡਾ ਮਨ ਨਹੀਂ ਪਰਚਿਆ, ਕਿਤੇ ਸਾਡਾ ਮਨ ਨਹੀਂ ਖੜਿਆ, ਕਿਤੇ ਸਾਡੇ ਮਨ ਨੂੰ ਤਸੱਲੀ ਨਹੀਂ ਹੋਈ। 1 ਸਾਲ ਅਸੀਂ ਇਹੋ ਜਿਹੇ ਸਾਧਾਂ ਸੰਤਾਂ ਦੇ ਕੋਲੇ ਗਏ। ਦੇਖੋ ਭੱਟ ਸਾਹਿਬਾਨ ਕੀ ਕਹਿ ਰਹੇ ਨੇ, 1 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ। ਅਸੀਂ ਇਸੇ ਖੋਜ ਦੇ ਵਿੱਚ ਨਿਕਲੇ, ਇਸੇ ਭਾਲ ਦੇ ਵਿੱਚ ਨਿਕਲੇ, ਬੜਿਆਂ ਕੋਲੇ ਗਏ, ਬੜਿਆਂ ਦੀ ਸੰਗਤ ਕੀਤੀ, ਪਰ ਕਹਿਣ ਲੱਗੇ ਬਰਸ ਏਕ ਹੋ ਫਿਰਿਓ ਕਿਨੈ ਨਹਿ ਪਰਚੋ ਲਾਇਓ। ਜਦੋਂ ਗੱਲ ਨਾ ਬੜੀ ਨਾ, ਕਹਿਤਿਓ ਕਹਿਤ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਬਹੁਤ ਕੁਝ ਅਸੀਂ ਕਹਿੰਦੇ ਸੁਣਿਆ, ਬੜਾ ਕੁਝ ਉਹਨਾਂ ਬਾਰੇ ਸਾਨੂੰ ਸੁਣਾਈ ਦਿੱਤਾ, ਪਰ ਜਦੋਂ ਰਹਿਤ ਵੇਖੀ ਖੁਸ਼ੀ ਨਾ ਆਇਓ। ਉਹ ਕਹਿੰਦੇ ਹਰ ਨਾਮ ਛੋੜ ਦੂਜਾ ਲੱਗੇ, ਤਿੰਨ ਕੇ ਗੁਣ ਹਉ ਕਿਆ ਕਹੋ। ਉਹ ਤੇ ਹਰੀ ਦੇ ਨਾਮ ਤੋਂ ਪਾਸੇ ਜਾ ਕੇ ਮਾਇਆ ਦੀਆਂ ਗੱਲਾਂ, ਸੰਸਾਰ ਦੀਆਂ ਗੱਲਾਂ, ਆਪਣੀ ਪੂਜਾ ਚੇਸ਼ਟਾ ਦੀਆਂ ਗੱਲਾਂ, ਹੋਰ ਚੱਕਰਾਂ ਦੇ ਵਿੱਚ ਪਏ ਸੀ। ਹਰ ਨਾਮ ਛੋੜ ਦੂਜਾ ਲੱਗੇ, ਤਿੰਨ ਕੇ ਗੁਣ ਹਉ ਕਿਆ ਕਹੋ। ਭੱਟ ਸਾਹਿਬਾਨ ਕਹਿੰਦੇ ਮੈਂ ਉਹਨਾਂ ਦੇ ਕਿਹੜੇ ਕਿਹੜੇ ਗੁਣ, ਮਤਲਬ ਕਿਹੜੇ ਗੁਣ ਦੇਖਾਂ, ਕਿਹੜੇ ਗੁਣ ਗਾਵਾਂ। ਉਹਨਾਂ 'ਚ ਗੁਣ ਕੋਈ ਮੈਨੂੰ ਐਸਾ ਦਿਸਿਆ ਹੀ ਨਹੀਂ। ਗੁਰ ਦਈ ਐ ਮਲਾਇਓ ਭਿਖਿਆ, ਜਿਵ ਤੂੰ ਆਖੈ ਤਿਵ ਰਹੋ। ਪਰ ਜਦੋਂ ਹੈ ਗੁਰੂ ਅਮਰਦਾਸ ਸਾਨੂੰ ਤੇਰਾ ਮਿਲਾਪ ਹੋਇਆ ਨਾ, ਤੇਰੀ ਸੰਗਤ ਮਿਲੀ, ਗੁਰੂ ਨੇ ਬਹੁਤ ਵੱਡਾ ਤਰਸ ਕੀਤਾ, ਗੁਰੂ ਨੇ ਦਇਆ ਕਰਕੇ ਮੈਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਮਿਲਾਪ ਕਰਵਾ ਦਿੱਤਾ। ਹੁਣ ਮੈਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਸੰਗਤ ਕਰਕੇ ਮੈਨੂੰ ਉਹ ਸਕੂਨ, ਮੈਨੂੰ ਉਹ ਆਨੰਦ, ਮੈਨੂੰ ਉਹ ਖੇੜਾ ਪ੍ਰਾਪਤ ਹੋਇਆ। ਹੁਣ ਤਾਂ ਮੈਂ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰਤਾ। ਭੱਟ ਸਾਹਿਬਾਨ ਕਹਿੰਦੇ ਨੇ ਜਿਵ ਤੂੰ ਰਾਖੈ ਤਿਵ ਰਹੋ। ਹੁਣ ਤੇ ਜਿਵੇਂ ਤੂੰ ਮੈਨੂੰ ਰੱਖੇਂਗਾ ਬਸ ਤਿਵੇਂ ਹੀ ਰਵਾਂਗਾ। ਇਹ ਉਹਨਾਂ ਨੇ ਵੇਖਿਆ, ਮਹਿਸੂਸ ਕੀਤਾ। ਔਰ ਯਾਦ ਰੱਖਿਓ, ਇਹ ਕੋਈ ਫੋਕੀ ਉਸਤਤ ਨਹੀਂ ਹੈ, ਇਹ ਕੋਈ ਫੋਕੀ ਵਡਿਆਈ ਨਹੀਂ ਹੈ। ਬਿਲਕੁਲ ਗੁਰੂ ਅਮਰਦਾਸ ਦਾ ਜੀਵਨ ਵਾਚਾਂਗੇ ਤੁਹਾਨੂੰ ਇਹ ਸਾਰਾ ਕੁਝ ਨਜ਼ਰ ਆਏਗਾ। ਫਿਰ ਹੋਰ ਦੇਖੋ ਅੱਗੇ ਜਾ ਕੇ ਉਹਨਾਂ ਨੇ ਇੱਥੋਂ ਤੱਕ ਆਖਿਆ, ਗੁਰੂ ਅਮਰਦਾਸ ਅਸੀਂ ਜਦੋਂ ਤੁਹਾਡੀ ਸੰਗਤ ਕੀਤੀ, ਤੁਹਾਡੇ ਚਰਨਾਂ ਦਾ ਨਿੱਘ ਮਾਣਿਆ, ਤੁਹਾਡੇ ਕੋਲੇ ਰਹੇ, ਫਿਰ ਕੀ ਮਹਿਸੂਸ ਹੋਇਆ। ਔਰ ਉਹ ਆਪਾਂ ਬਚਨ ਪੜ੍ਹਦੇ ਹਾਂ ਵੀ ਕਣ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਣੰਤ ਨਾ ਆਵੇ। ਕੈਸੇ ਕਮਾਲ ਦੇ ਬੋਲ ਨੇ। ਕਹਿੰਦੇ ਦੇਖੋ ਜਦੋਂ ਆਸਮਾਨ ਦੇ ਵਿੱਚੋਂ ਬੱਦਲ ਛਾ ਜਾਂਦੇ ਨੇ, ਮੀਂਹ ਪੈਂਦਾ, ਕਣੀਆਂ ਪੈਂਦੀਆਂ ਨੇ, ਉਹਨਾਂ ਕਣੀਆਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਔਰ ਉਹਦੇ ਪੈਮਾਨੇ ਤਾਂ ਹੈਗੇ ਨੇ ਵੀ ਇੰਨੇ, ਇਸ ਹਿਸਾਬ ਦੇ ਨਾਲ ਅੱਜ ਕੱਲ੍ਹ ਸਾਇੰਸ ਨੇ ਤਰੱਕੀ ਕਰ ਲਈ ਹੈ, ਪਰ ਕਿੰਨੀਆਂ ਕਣੀਆਂ ਜ਼ਮੀਨ ਤੇ ਡਿੱਗੀਆਂ, ਕਿੰਨੀਆਂ ਕਣੀਆਂ ਧਰਤੀ ਤੇ ਡਿੱਗੀਆਂ, ਕੋਈ ਕਾਊਂਟਿੰਗ ਨਹੀਂ ਹੈ, ਕੋਈ ਗਿਣਤੀ ਨਹੀਂ ਹੈ। ਕਣ ਹਰ ਬੂੰਦ ਬਸੋਹਰੋ ਮਾਵਲ, ਕੁਸਮ ਬਸੰਤ ਗਣੰਤ ਨਾ ਆਵੇ। ਤੇ ਫਿਰ ਉਹਦੇ ਨਾਲ ਕਿੰਨੀ ਬਨਸਪਤੀ ਖਿੜਦੀ ਹੈ, ਬਸੰਤ ਰੁੱਤ ਦੇ ਵਿੱਚ ਕਿੰਨੇ ਫੁੱਲ ਖਿੜਦੇ ਨੇ, ਕੋਈ ਗਿਣਤੀ ਹੈ। ਬਿਲਕੁਲ ਜਿਨ੍ਹਾਂ ਨੂੰ ਕੋਈ ਪਾਣੀ ਤੱਕ ਨਹੀਂ ਪਾਉਂਦਾ, ਆਪੂ ਉੱਗੇ ਹੋਏ ਬੂਟੇ ਦਰਖਤ ਇਸ ਤਰ੍ਹਾਂ ਦੇ, ਉਹ ਵੀ ਫੁੱਲਾਂ ਨਾਲ ਲੱਥ-ਪੱਥ ਹੋ ਜਾਂਦੇ ਨੇ। ਕੁਸਮ ਬਸੰਤ ਗਣੰਤ ਨਾ ਆਵੇ। ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਔਰ ਜਿਹੜਾ ਰਬ ਸਸ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਨੂੰ ਕੌਣ ਗਿਣ ਸਕਿਆ, ਜਿਹੜਾ ਸਾਗਰਾਂ ਦੇ ਵਿੱਚ ਪਾਣੀ ਆ ਉਹਨੂੰ ਕੌਣ ਮਿਣ ਸਕਿਆ, ਤੇ ਉਹਦੀ ਡੂੰਘਾਈ ਨੂੰ ਕੌਣ ਨਾਪ ਸਕਿਆ। ਇਸ਼ਾਰੇ ਕਰਕੇ ਗੰਗਾ ਦੇ ਵਿੱਚ ਜਿਹੜੀਆਂ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਉਹਨਾਂ ਦੀ ਗਿਣਤੀ ਕਿਹਨੇ ਕੀਤੀ ਹੈ, ਗੰਗ ਤਰੰਗ ਅੰਤ ਕੋ ਪਾਵੇ। ਪਰ ਫਿਰ ਇੱਕ ਲਫ਼ਜ਼ ਹੋਰ ਕਿਹਾ ਉਹਨਾਂ ਨੇ ਸ਼ਬਦ, ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲਾ ਹੈ ਉਹ ਨਹਿ ਜੋ ਗਾਵੇ। ਭੱਟ ਸਾਹਿਬਾਨ ਕਹਿੰਦੇ ਨੇ ਭਾਵੇਂ ਸੂਰਜ ਦੀਆਂ ਕਿਰਨਾਂ ਦੀ ਗਿਣਤੀ ਨਹੀਂ ਹੋ ਸਕਦੀ, ਮੀਂਹ 'ਚ ਡਿੱਗਣ ਵਾਲੀਆਂ ਕਣੀਆਂ ਦੀ ਗਿਣਤੀ ਨਹੀਂ, ਬਨਸਪਤੀ ਦੇ ਵਿੱਚ ਖਿੜੇ ਹੋਏ ਫੁੱਲਾਂ ਦੀ ਗਿਣਤੀ ਨਹੀਂ ਹੈਗੀ,
ਔਰ ਸਮੁੰਦਰ ਦਾ ਪਾਣੀ ਜਾਂ ਡੂੰਘਾਈਆਂ ਇਸ ਪਾਸੇ ਨਹੀਂ, ਪਰ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਨੂੰ ਔਰ ਰੁਦਰ ਗਿਆਨ ਧਿਆਨ ਸਤਿਗੁਰ, ਰੁਦਰ ਧਿਆਨ ਗਿਆਨ ਸਤਿਗੁਰ ਕੈ, ਸ਼ਿਵ ਜੀ ਵਾਂਗ ਕੋਈ ਇਕਾਗਰ ਸਮਾਧੀ ਲਾ ਕੇ ਗੁਰੂ ਦੇ ਬਖਸ਼ੇ ਗਿਆਨ ਦੀ ਬਦੌਲਤ ਔਰ ਇਦਾਂ ਦਾ ਕੋਈ ਇਹਨਾਂ ਦਾ ਅੰਤ ਪਾ ਸਕਦਾ, ਇਹਨਾਂ ਦਾ ਪਤਾ ਲੱਗ ਸਕਦਾ। ਪਰ ਅਖੀਰ ਜੋ ਉਹਨਾਂ ਨੇ ਬਚਨ ਕੀਤੇ ਨੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ। ਹੇ ਗੁਰੂ ਅਮਰਦਾਸ, ਤੇਰੇ ਜਿਹੜੇ ਗੁਣ ਨੇ, ਜਿਹੜੇ ਤੇਰੇ ਪਰਉਪਕਾਰ ਨੇ, ਜਿਹੜੀਆਂ ਤੇਰੀਆਂ ਰਹਿਮਤਾਂ ਨੇ, ਜਿਹੜੀਆਂ ਤੇਰੀਆਂ ਬਖਸ਼ਿਸ਼ਾਂ ਨੇ, ਉਹਨਾਂ ਦਾ ਅੰਤ ਭਲਾ ਕੌਣ ਪਾ ਸਕਦਾ ਹੈ। ਇੱਕ ਗੱਲ ਯਾਦ ਰੱਖਿਓ ਗੁਰੂ ਕੀ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਗੱਲ ਲਿਖਣੀ ਤਮਾਮ ਬਾਰ ਸਾਨੂੰ ਸਮਝਾਈ ਗਈ ਹੈ ਵੀ ਵਾਹਿਗੁਰੂ ਦਾ ਅੰਤ ਕੋਈ ਨਹੀਂ ਹੈ, ਪਰਮਾਤਮਾ ਦਾ ਅੰਤ ਕੋਈ ਨਹੀਂ ਹੈ। ਤੁਸੀਂ ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ, ਜਪਜੀ ਸਾਹਿਬ ਦੇ ਵਿੱਚ ਕਿੰਨੀ ਵਾਰੇ ਬਚਨ ਆਉਂਦੇ ਨੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਉਹ ਲੰਮੀ ਚੌੜੀ ਪੌੜੀ ਹੈ। ਮਹਾਰਾਜ ਕਹਿੰਦੇ ਕਿਸੇ ਨੇ ਉਹਦਾ ਅੰਤ ਪਾਇਆ, ਇੱਥੋਂ ਤੱਕ ਅੰਤ ਕਾਰਨ ਕੇਤੇ ਬੇਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਜੇ ਪਰਮਾਤਮਾ ਦਾ ਅੰਤ ਨਹੀਂ ਹੈ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਹੈ, ਤੇ ਯਾਦ ਰੱਖਿਓ ਜਿਹੜੇ ਪਰਮਾਤਮਾ ਦਾ ਸਰੂਪ ਹੋ ਗਏ, ਐਸੇ ਗੁਰੂ ਅਮਰਦਾਸ ਦੇ ਗੁਣਾਂ ਦਾ ਅੰਤ ਨਹੀਂ ਹੈ। ਮੈਂ ਸ਼ੁਰੂਆਤ ਵਿੱਚ ਬੇਨਤੀ ਕੀਤੀ ਸੀ, ਸ਼ਬਦ ਪੜਿਆ ਆਪਾਂ ਨੇ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਆਪਾਂ ਥੋੜਾ ਜਿਹਾ ਇੱਧਰਲੇ ਪਾਸੇ ਆਉਣਾ। ਅੱਜ ਦੇਖੋ ਆਪਾਂ ਮਹਾਪੁਰਸ਼ ਬਾਬਾ ਸੱਚਨ ਸੱਚ ਸਾਹਿਬ ਜੀ ਹੋਰਾਂ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜਾ ਜਿਹਾ ਬਾਅਦ ਵਿੱਚ ਇੱਧਰ ਆਵਾਂਗਾ, ਪਰ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਸੰਬੰਧੀ ਥੋੜੀਆਂ ਜੀ ਆਪਾਂ ਪਹਿਲਾਂ ਵਿਚਾਰਾਂ ਦੀ ਸਾਂਝ ਪਾਈਏ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪਾਵਨ ਆਗਮਨ ਜਿਹੜਾ ਹੈ, ਪਾਵਨ ਪ੍ਰਕਾਸ਼ ਉਹਨਾਂ ਦਾ ਮਈ ਮਹੀਨਾ 1479 ਈਸਵੀ ਨੂੰ ਹੋਇਆ, ਔਰ ਸਤਿਕਾਰਯੋਗ ਪਿਤਾ ਤੇਜਭਾਨ ਜੀ ਦੇ ਗ੍ਰਹਿ ਵਿਖੇ, ਔਰ ਮਾਤਾ ਸੁਲੱਖਣੀ ਜੀ ਦੀ ਮੁਬਾਰਕ ਕੁੱਖੋਂ, ਔਰ ਉਹਨਾਂ ਦਾ ਜਿਹੜਾ ਸੀ ਜਨਮ ਹੁੰਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਜਿਵੇਂ ਆਪਾਂ ਬਾਸਰ ਕੇ ਜਿਹਨੂੰ ਗੱਲਾਂ ਕਰਕੇ ਜਾਣਦੇ ਹਾਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਆਗਮਨ 1479 ਦਾ। ਗੁਰਮੁਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਆਗਮਨ ਹੈ 1469 ਦਾ। ਸਿਰਫ 10 ਸਾਲ ਦਾ ਫਰਕ ਹੈਗਾ। 1469 ਤੇ 1479 79 10 ਸਾਲ ਦਾ ਸਿਰਫ ਫਰਕ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਤਿੰਨ ਭਰਾ ਨੇ। ਇਹਨਾਂ ਦੇ ਤਿੰਨ ਭਰਾ ਨੇ, ਇੱਕ ਬਾਬਾ ਈਸਰ ਦਾਸ ਨੇ, ਇੱਕ ਬਾਬਾ ਖੇਮ ਰਾਏ ਨੇ, ਇੱਕ ਬਾਬਾ ਮਾਣਕ ਚੰਦ ਨੇ। ਔਰ ਬਾਬਾ ਅਮਰਦਾਸ ਜਦੋਂ ਆਪਾਂ ਪੜ੍ਹਦੇ ਹਾਂ, ਬਾਬਾ ਈਸ਼ਰ ਦਾਸ ਜਿਨ੍ਹਾਂ ਦੇ ਪੁੱਤਰ ਭਾਈ ਗੁਰਦਾਸ, ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਨੇ, ਜਿਨ੍ਹਾਂ ਨੂੰ ਬੜਾ ਗੁਰੂ ਸਾਹਿਬ ਨੇ ਮਾਣ ਸਨਮਾਨ ਬਖਸ਼ਿਸ਼ ਕੀਤਾ। ਬਾਬਾ ਖੇਮ ਰਾਏ, ਬਾਬਾ ਜਿਹੜਾ ਸੀ, ਇਹਦਾ ਤਿੰਨ ਭਰਾ ਉਹਨਾਂ ਦੇ, ਈਸ਼ਰ ਦਾਸ, ਖੇਮ ਰਾਏ, ਮਾਣਕ ਚੰਦ, ਤੇ ਜਿਨ੍ਹਾਂ ਦੇ ਸੁਪੁੱਤਰ ਬਾਬਾ ਜਿਹੜਾ ਸਸੂ ਨੂੰ ਜਿਹੜੀ ਸੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ। ਕਿਉਂ ਮੈਂ ਬੇਨਤੀ ਕਰਾਂਗਾ, ਜਾਣੀ ਗੁਰੂ ਸਾਹਿਬ ਦਾ ਆਗਮਨ ਹੁੰਦਾ ਹੈ, ਫਿਰ ਉਦੋਂ ਬਾਅਦ ਘਰ ਦੇ ਵਿੱਚ ਪਾਲਣ ਪੋਸ਼ਣ ਹੈ ਸਹੀ ਤਰੀਕੇ ਦੇ ਨਾਲ, ਬਾਕੀ ਦੇ ਜਿਵੇਂ ਪਰਿਵਾਰਕ ਮੈਂਬਰ ਨੇ, ਪਰਿਵਾਰਕ ਘਰ ਦਾ ਹਾਲ ਹੈ, ਉਸੇ ਤਰੀਕੇ ਦੇ ਨਾਲ ਸਮਾਂ ਲੰਘਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਬਹੁਤ ਸੰਖੇਪ ਚ ਮੈਂ ਉਹਨਾਂ ਦੇ ਜੀਵਨ ਸੰਬੰਧੀ ਪੰਛੀ ਝਾਤ ਪਾ ਕੇ ਅਗਾਂਹ ਉਹਨਾਂ ਦੀਆਂ ਰਹਿਮਤਾਂ ਜਿਹੜੀਆਂ ਨੇ, ਉਹਨਾਂ ਦੇ ਪਰਉਪਕਾਰ ਜਿਹੜੇ ਨੇ, ਆਉਣਾ ਉਹਨਾਂ ਦਾ ਸਾਡੇ ਵਾਂਗ ਹੀ ਹੋਇਆ। ਪਰ ਇੱਕ ਬੇਨਤੀ ਇਹ ਜ਼ਰੂਰ ਕਰਾਂਗਾ ਬਈ ਉਹਨਾਂ ਲਈ ਇਹ ਸ਼ਬਦ ਆਪਾਂ ਪੜ੍ਹ ਸਕਦੇ ਹਾਂ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰਸਿਓ ਲੈਣ ਮਿਲਾਏ। ਸਮਾਂ ਲੰਘਦਾ ਗਿਆ। ਜਦੋਂ 1502 ਈਸਵੀ ਦੇ ਵਿੱਚ 1502 ਈਸਵੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ ਔਰ ਉਹਨਾਂ ਦਾ ਰਿਸ਼ਤਾ ਹੁੰਦਾ ਸਣ ਖੱਤਰੇ ਦੇ ਰਹਿਣ ਵਾਲੇ ਦੇਵੀ ਚੰਦ ਦੀ ਪੁੱਤਰੀ ਦੇ ਨਾਲ, ਔਰ ਬੀਬੀ ਰਾਮੋ ਆਉਂਦਾ, ਕਿਤੇ ਥੋੜਾ ਜਿਹਾ ਨਾਮ ਦਾ ਫਰਕ ਹੈ, ਉਹਨਾਂ ਦਾ ਰਿਸ਼ਤਾ ਹੁੰਦਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਗ੍ਰਹਿ ਦੇ ਵਿੱਚ ਪ੍ਰਵੇਸ਼ ਕਰਦੇ ਨੇ। ਸਮਾਂ ਪਾ ਕੇ ਇਹਨਾਂ ਦੇ ਘਰ ਦੋ ਪੁੱਤਰ, ਸਮਾਂ ਪਾ ਕੇ ਇਹਨਾਂ ਦੇ ਘਰ ਦੋ ਪੁੱਤਰੀਆਂ ਦਾ ਜਨਮ ਹੁੰਦਾ, ਬਹੁਤ ਸੰਖੇਪ ਦੇ ਵਿੱਚ। ਔਰ ਇਹਨਾਂ ਦੇ ਗ੍ਰਹਿ ਵਿਖੇ ਬਾਬਾ ਮੋਹਨ ਜੀ, ਬਾਬਾ ਮੋਰੀ ਜੀ, ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ, ਦੋ ਬੱਚੀਆਂ ਦਾ ਜਨਮ ਹੁੰਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਪਿਤਾ ਪੁਰਖੀ ਕੰਮ ਕਰ ਰਹੇ ਨੇ। ਖੇਤੀਬਾੜੀ ਦਾ ਕੰਮ ਜੈਸਾ ਵੀ ਸੀ, ਜੋ ਪਰਿਵਾਰਕ ਰੁਝੇਵੇਂ ਨੇ ਉਹ ਕਰਦੇ ਨੇ। ਪਰ ਇੱਕ ਚੀਜ਼ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਜੀਵਨ ਨੂੰ ਵਾਚਿਆ, ਗੁਰੂ ਸਾਹਿਬ ਦੇ ਜੀਵਨ ਨੂੰ ਵਿਚਾਰਿਆਂ, ਜਿਹੜੀ
ਪਹਿਲ ਦੇ ਆਧਾਰ ਤੇ ਸਾਹਮਣੇ ਆਉਂਦੀ ਹੈ। ਪਰਿਵਾਰਕ ਜ਼ਿੰਮੇਵਾਰੀਆਂ ਨੇ, 4 ਬੱਚਿਆਂ ਦੀ ਜ਼ਿੰਮੇਵਾਰੀ ਕਾਫੀ ਹੁੰਦੀ ਹੈ। 4 ਬੱਚਿਆਂ ਨੂੰ ਪਾਲਣਾ ਪਲੋਸਣਾ ਔਰ ਉਹਨਾਂ ਦਾ ਸਾਰਾ ਪ੍ਰਬੰਧ ਕਰਨਾ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਸਭ ਕੁਝ ਕਰ ਰਹੇ ਨੇ। ਪਰ ਇਹੋ ਜਿਹੇ ਪਰਿਵਾਰਕ ਜ਼ਿੰਦਗੀ ਦੇ ਵਿੱਚੋਂ ਇਹੋ ਜਿਹੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਗੁਰੂ ਕੀ ਸੰਗਤ, ਗੁਰੂ ਅਮਰਦਾਸ ਸਾਹਿਬ ਮਹਾਰਾਜ ਸਮਾਂ ਕੱਢਦੇ ਨੇ, ਤੀਰਥਾਂ ਦੀ ਯਾਤਰਾ ਕਰਨ ਜਾਂਦੇ ਨੇ, ਤੀਰਥਾਂ ਦਾ ਰਟਨ ਕਰ ਜਿਹੜਾ ਅਸੀਂ ਯਾਤਰਾਵਾਂ ਕਰਨ ਜਾਂਦੇ ਨੇ। ਸਾਧੂਆਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਾਲੇ ਪਾਸੇ ਰੁਝਾਨ ਇਹਨਾਂ ਦਾ ਬਚਪਨ ਤੋਂ ਹੀ ਸੀਗਾ। ਦੇਖੋ ਅੱਜ ਕਿੰਨੇ ਸਾਧਨ ਨੇ ਸਾਡੇ ਕੋਲੇ, ਕੈਸਾ ਮਸ਼ੀਨਰੀ ਦਾ ਯੁੱਗ ਆ ਗਿਆ। ਅੱਜ ਅਸੀਂ ਚਾਹੀਏ ਤੇ ਸਵੇਰ ਤੋਂ ਉੱਡ ਕੇ ਬਾਹਰਲੇ ਦੇਸ਼ਾਂ ਜਾ ਕੇ ਤੇ ਸ਼ਾਮਾਂ ਨੂੰ ਘਰੇ ਆ ਸਕਦੇ ਆ। ਅੱਜ ਕੱਲ੍ਹ ਸੜਕੀ ਆਵਾਜਾਈ ਔਰ ਜਿਹੜਾ ਸੀਗਾ ਤੇ ਫਿਰ ਇਹ ਜਿਹੜਾ ਸੀ ਹਵਾਈ ਜਹਾਜ਼, ਟ੍ਰੇਨਾਂ, ਹੋਰ ਬਹੁਤ ਸਾਰੇ ਪ੍ਰਬੰਧ। ਫਿਰ ਵੀ ਅਸੀਂ ਆਪਣੀ ਜ਼ਿੰਦਗੀ 'ਚੋਂ ਕਿੰਨਾ ਕੁ ਸਮਾਂ ਇਸ ਪਾਸੇ ਕੱਢਦੇ ਹਾਂ। ਤੁਸੀਂ ਆਪ ਦੇਖੋ, ਸਾਡੇ 'ਚੋਂ ਬਹੁਤਿਆਂ ਨੇ ਹਜੂਰ ਸਾਹਿਬ, ਬਹੁਤਿਆਂ ਨੇ ਸਾਡੇ ਜਿਹੜੇ ਤਖਤ ਨੇ, ਹਰਿਮੰਦਰ ਸਾਹਿਬ ਦੇ ਵੀ ਬਹੁਤਿਆਂ ਨੇ ਦਰਸ਼ਨ ਨਹੀਂ ਕੀਤੇ ਹੋਣੇ, ਕਿਉਂਕਿ ਜ਼ਿੰਦਗੀ ਦੇ ਰੁਝੇਵੇਂ ਐਸੇ ਨੇ। ਆਪਾਂ ਕਹਿੰਦੇ ਹਾਂ ਬਿਜੀ ਹੈ ਜੀ ਲਾਈਫ, ਬਹੁਤ ਬਿਜੀ ਹੈਗੇ ਆ, ਟਾਈਮ ਨਹੀਂ। ਪਰ ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਜੀਵਨ ਪੜ੍ਹਦੇ ਆ, ਮਹਾਰਾਜ ਦੇ ਉੱਪਰ ਪਰਿਵਾਰਕ ਜ਼ਿੰਮੇਵਾਰੀ ਵੀ ਵੱਡੀ ਹੈ, ਘਰ ਦੇ ਰੁਝੇਵੇਂ ਵੀ ਨੇ। ਪਰ ਇੰਨੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਵੀ, ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਵਕਤ ਕੱਢ ਕੇ ਔਰ ਹਰ ਸਾਲ ਤੀਰਥਾਂ ਦੀ ਯਾਤਰਾ ਕਰਨ ਜਾਂਦੇ ਨੇ। ਇਹ ਪੱਕੀ ਲਗਨ ਤੇ ਦ੍ਰਿੜ ਇਰਾਦੇ ਤੋਂ ਬਿਨਾਂ ਨਹੀਂ ਹੋ ਸਕਦਾ। ਲਗਨ ਦੇਖੋ ਕੈਸੀ ਹੈ, ਦ੍ਰਿੜ ਇਰਾਦਾ ਦੇਖੋ ਕੈਸਾ। ਦੁਨੀਆ ਦੇ ਵਿਦਵਾਨ ਇਹ ਗੱਲ ਮੰਨਦੇ ਨੇ ਵੀ ਕਿਸੇ ਵੀ ਮੰਜ਼ਿਲ ਦੀ ਪ੍ਰਾਪਤੀ ਦ੍ਰਿੜ ਇਰਾਦੇ ਤੇ ਲਗਨ ਤੋਂ ਬਿਨਾਂ ਸੰਭਵ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਅੰਦਰ ਇਹ ਦ੍ਰਿੜ ਇਰਾਦਾ ਤੇ ਲਗਨ ਗੁਰੂ ਮਹਾਰਾਜ ਨੇ ਸ਼ੁਰੂ ਤੋਂ ਹੀ ਰੱਖੀ ਸੀ। ਇਸੇ ਕਰਕੇ ਤੇ ਅਸੀਂ ਵੇਖਦੇ ਆ ਬਚਪਨ ਵਾਲੇ ਪਾਸੇ ਵੀ ਸੁਭਾਅ ਇਸ ਪਾਸੇ ਗੁਰੂ ਮਹਾਰਾਜ ਪਰਿਵਾਰ ਦੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਗੰਗਾ ਇਤਿਆਦਿਕ ਜਾਂਦੇ ਨੇ, ਹਰਿਦੁਆਰ ਇਤਿਕ ਜਾਂਦੇ ਨੇ। 1521 ਤੋਂ ਲੈ ਕੇ 1520 ਵਿਦਵਾਨ ਲਿਖਦੇ ਨੇ 1541 ਤੱਕ ਤੁਸੀਂ ਇਹ ਦੇਖੋ 20 ਸਾਲ ਲਗਾਤਾਰ ਔਰ ਸਮਾਂ ਕੱਢਣਾ, ਸਾਧੂਆਂ ਦੀ ਸੰਗਤ, ਮਹਾਂਪੁਰਸ਼ਾਂ ਦੀ ਸੰਗਤ, ਸਤਿਪੁਰਸ਼ਾਂ ਨੂੰ ਮਿਲਣਾ, ਤੀਰਥਾਂ ਤੇ ਜਾਣਾ। ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਵਰਗਾ ਦ੍ਰਿੜ ਇਰਾਦੇ ਤੇ ਪੱਕੀ ਲਗਨ ਵਾਲਾ ਮਹਾਂਪੁਰਸ਼ ਹੀ ਕੋਈ ਕਰ ਸਕਦਾ। ਲਗਾਤਾਰ ਜਾਂਦੇ ਰਹੇ ਔਰ ਜਦੋਂ ਜਾਂਦੇ ਨੇ ਕਈ ਘਟਨਾਵਾਂ ਐਸੀਆਂ ਵਾਪਰਦੀਆਂ ਨੇ ਜਿਹੜਾ ਬਹੁਤ ਵੱਡਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਉਂਦੀ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚ ਵੀ ਕੁਝ ਐਸਾ ਵਾਪਰਦਾ। ਮੈਂ 2 ਜਿਹੜੀਆਂ ਮੁੱਖ ਘਟਨਾਵਾਂ ਨੇ, 2 ਘਟਨਾਵਾਂ ਜਿਨ੍ਹਾਂ ਨੂੰ ਸਾਰੇ ਇਤਿਹਾਸਕਾਰਾਂ ਨੇ ਕਲਮਬੰਦ ਕੀਤਾ ਹੈ ਔਰ ਇਤਿਹਾਸਕ ਗ੍ਰੰਥਾਂ ਦੇ ਵਿੱਚ ਉਹਨਾਂ ਦਾ ਲੰਮਾ ਚੌੜਾ ਜ਼ਿਕਰ ਮਿਲਦਾ ਹੈ। ਔਰ ਮੈਂ ਉਹ ਥੋੜੀ ਜਿਹੀ ਬੇਨਤੀ ਕਰਾਂਗਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਲਗਾਤਾਰ 20 ਸਾਲ ਜਾਂਦੇ ਰਹੇ ਨੇ। ਇੱਕ ਵਾਰ ਕਹਿੰਦੇ ਜਦੋਂ ਮਹਾਰਾਜ ਗਏ ਨਾ ਔਰ ਅਖੀਰਲੀ ਵਾਰੀ ਜਦੋਂ ਜ਼ਿੰਦਗੀ ਜੀਵਨ ਦੇ ਵਿੱਚ ਮੋੜ ਆਉਂਦਾ, ਜਦੋਂ ਮਹਾਰਾਜ ਜਾਂਦੇ ਨੇ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਮੇੜਾ ਪਿੰਡ ਆਉਂਦਾ ਹੈ। ਉੱਥੇ ਜਦੋਂ ਤੀਰਥ ਯਾਤਰਾ ਕਰਨ ਜਾਂਦੀ ਸੰਗਤ ਲੋਕ ਤੇ ਉੱਥੇ ਰੁਕਦੇ ਨੇ। ਉੱਥੋਂ ਦਾ ਇੱਕ ਪੰਡਤ ਹੈ ਦੁਰਗਾ ਦੱਤ ਜਾਂ ਕਿਸੇ ਨੇ ਦੁਰਗਾ ਦਾਸ ਲਿਖਿਆ ਉਹਦਾ ਨਾਮ, ਉਹਦੇ ਕੋਲੇ ਠਹਿਰਦੇ। ਉਹਨੇ ਇੱਕ ਸ਼ਰਾਂ ਵਾਂਗ ਥੋੜਾ ਜਿਹਾ ਸਥਾਨ ਬਣਾਇਆ ਹੋਇਆ ਸੀ। ਜਿਹੜੇ ਤੀਰਥ ਯਾਤਰੀ ਹੁੰਦੇ ਸੀ, ਤੀਰਥਾਂ ਤੇ ਜਾਣ ਵਾਲੇ, ਉਸ ਤਰ੍ਹਾਂ ਦੇ ਰਮਤੇ ਸਾਧੂ ਉਹਦੇ ਕੋਲੇ ਰੁਕਦੇ, ਪ੍ਰਸ਼ਾਦਾ ਪਾਣੀ ਛਕਦੇ, ਆਰਾਮ ਕਰਦੇ, ਫਿਰ ਅਗਾਂਹ ਚਾਲੇ ਪਾਉਂਦੇ ਜਾਂ ਆਉਂਦੇ ਹੋਏ ਰੁਕ ਕੇ ਆਉਂਦੇ ਸਨ। ਇਤਿਹਾਸਕਾਰ ਲਿਖਦੇ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੰਗਤ ਦੇ ਨਾਲ ਉੱਥੇ ਰੁਕੇ। ਕਹਿੰਦੇ ਜਦੋਂ ਮਹਾਰਾਜ ਉੱਥੇ ਕੁਝ ਸਮਾਂ ਆਰਾਮ ਕਰਦੇ ਨੇ, ਰੁਕੇ ਨਾ, ਤੇ ਮਹਾਰਾਜ ਲੇਟੇ ਹੋਏ ਸਨ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ। ਔਰ ਉਸ ਪੰਡਤ ਦੁਰਗਾ ਦੱਤ ਨੇ ਨਿਗਾਹ ਜਦੋਂ ਦੀ ਪਈ ਮਹਾਰਾਜ ਦੇ ਚਰਨਾਂ ਦੇ ਵਿੱਚ, ਉਹਨੂੰ ਕੋਈ ਪਦਮ ਨਿਸ਼ਾਨ ਦਿਖਾਈ ਦਿੱਤਾ। ਔਰ ਕਹਿੰਦੇ ਨੇ ਜਿਹੜਾ ਉਹ ਪੰਡਤ ਦੁਰਗਾ ਦੱਤ ਸੀ ਉਹ, ਔਰ ਇੱਕ ਖਾਸ ਤਰ੍ਹਾਂ ਦੀ ਵਿਦਿਆ ਹੈਗੀ ਹੈ ਜਿਹੜੀ, ਔਰ ਉਹ ਵਿਦਿਆ ਜਿਹੜੀ ਹੈ ਜੋਤਿਸ਼ ਵਿਦਿਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸਮੁੰਦਰਿਕ ਵਿਦਿਆ। ਉਹਦਾ ਨਾਮ ਵਿਦਵਾਨਾਂ ਨੇ ਨਾਮ ਲਿਖਿਆ ਸਮੁੰਦਰਿਕ ਵਿਦਿਆ। ਜੋਤਿਸ਼ ਵਿਦਿਆ ਵੱਖਰੀ ਹੈ। ਆ ਜਿਹੜੇ ਸਾਡੇ ਹੱਥਾਂ ਤੇ ਪੈਰਾਂ ਦੀਆਂ ਤਲੀਆਂ ਤੇ ਚਿੰਨ੍ਹ ਵਗੈਰਾ ਨੇ, ਪਦਮ ਵਗੈਰਾ ਨੇ, ਉਹਨਾਂ ਦੀ ਜਿਹੜੀ ਹੈ ਉਹ ਬੜਾ ਮਾਹਰ ਸੀ, ਇਸ ਖੇਤਰ ਦਾ ਬੜਾ ਨਿਪੁੰਨ ਸੀਗਾ। ਉਹਨੇ ਮਹਾਰਾਜ ਦੇ ਮੁਬਾਰਕ ਚਰਨ ਦੇ ਵਿੱਚ ਜਦੋਂ ਵੇਖਿਆ, ਪਦਮ ਉਹਨੂੰ ਦਿਖਾਈ ਦਿੱਤਾ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਦੇ ਮਨ ਦੇ ਵਿੱਚ ਵਿਚਾਰ ਜਿਸ ਤਰ੍ਹਾਂ ਦੇ ਆਏ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਤੁਰਨ ਲੱਗੇ ਨਾ ਉੱਥੋਂ,
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਭਾਅ ਐਸਾ ਸੀ ਤੇ ਇਹਨਾਂ ਨੇ ਆਪਣੇ ਵੱਲੋਂ ਕੁਝ ਦਾਨ ਦੱਸਣਾ, ਕੁਝ ਮਾਇਆ, ਕੁਝ ਪੈਸੇ ਉਸ ਪੰਡਤ ਦੁਰਗਾ ਦੱਤ ਨੂੰ ਦੇਣੇ ਚਾਹੇ। ਤੇ ਕਹਿੰਦੇ ਨੇ ਉਹਨੇ ਅੱਗੇ ਹੱਥ ਜੋੜ ਕੇ ਆਖਿਆ ਬਈ ਮੈਂ ਤੁਹਾਡੇ ਪੈਰਾਂ 'ਚ ਪਦਮ ਵੇਖਿਆ, ਮੈਂ ਤੁਹਾਡੇ ਤੋਂ ਮਾਇਆ ਨਹੀਂ ਲਵਾਂਗਾ। ਮੇਰੇ ਹਿਸਾਬ ਦੇ ਨਾਲ, ਮੇਰੀ ਵਿਦਿਆ ਦੇ ਅਕੋਰਡਿੰਗ, ਜਿੰਨਾ ਕਿ ਮੈਂ ਨੌਲੇਜ ਰੱਖਦਾ, ਤੁਸੀਂ ਕੋਈ ਮਹਾਨ ਰਾਜੇ ਬਣੋਗੇ, ਤੁਹਾਡੇ ਸਿਰ ਤੇ ਛਤਰ ਝੁੱਲੇਗਾ। ਕੁਝ ਐਸੇ ਬਚਨ ਕੀਤੇ। ਉਸ ਵੇਲੇ ਗੁਰੂ ਕੀ ਸੰਗਤ, ਮਹਾਰਾਜ ਦੀ ਉਮਰ ਇਤਿਹਾਸ ਕਰ ਲੈਂਦੇ, ਕਹਿੰਦੇ ਨੇ 62 ਸਾਲ ਦੀ ਉਮਰ ਸੀ। 20 ਸਾਲ ਜਾਂਦੇ ਰਹੇ, 21ਵੀਂ ਵਾਰੀ ਇਹ ਘਟਨਾ ਵਾਪਰਦੀ ਹੈ। ਤੇ ਜਦੋਂ ਐਸਾ ਹੋਇਆ 62 ਸਾਲ ਦੀ ਉਮਰ, ਗੁਰੂ ਅਮਰਦਾਸ ਸਾਹਿਬ ਮਹਾਰਾਜ ਹੱਸ ਕੇ ਕਹਿਣ ਲੱਗੇ, ਕਹਿੰਦੇ ਮਹਾਤਮਾ ਜੀ, ਪੰਡਤ ਜੀ, ਤੁਸੀਂ ਇਹ ਕੈਸੀਆਂ ਗੱਲਾਂ ਕਰ ਰਹੇ ਹੋ ਬਈ ਮੇਰੇ ਸਿਰ ਤੇ ਛਤਰ ਝੁਲੇਗਾ? ਮੈਂ ਕੋਈ ਬਹੁਤ ਵੱਡਾ ਮਤਲਬ ਜਾਂ ਕੋਈ ਰਾਜਾ ਮਹਾਰਾਜਾ ਚੱਕਰਵਰਤੀ ਰਾਜਾ ਹੋਵਾਂਗਾ ਤੇ ਇਸ ਤਰ੍ਹਾਂ ਦਾ ਕੋਈ ਮਾਨ ਸਨਮਾਨ ਪ੍ਰਾਪਤ ਹੋਵੇਗਾ। ਔਰ ਹੁਣ 62 ਸਾਲ ਦੀ ਉਮਰ ਹੋ ਗਈ ਹੈ, ਜ਼ਿੰਦਗੀ ਦੇ ਆਖਰੀ ਪੜਾਅ ਦੇ ਵੱਲ ਨੂੰ ਵੱਧ ਰਹੇ ਹਾਂ। ਹੁਣ ਕਿਹੜੇ ਸਿਰ ਤੇ ਛਤਰ ਝੁੱਲਣੇ ਨੇ? ਹੁਣ ਕਿਹੜੀ ਉਹ ਪ੍ਰਾਪਤੀਆਂ ਹੋਣੀਆਂ ਨੇ? ਕਹਿੰਦੇ ਨੇ ਉਹਨੇ ਆਖਿਆ ਨਹੀਂ, ਪਰ ਮੈਂ ਤੁਹਾਡੇ ਤੋਂ ਇਹ ਨਹੀਂ ਲਵਾਂਗਾ, ਜਦੋਂ ਸਮਾਂ ਆਇਆ ਮੈਂ ਮੰਗ ਕੇ ਲੈ ਲਵਾਂਗਾ। ਇਹਨੂੰ ਸਾਰੇ ਇਤਿਹਾਸਕਾਰਾਂ ਨੇ ਕਲਮ ਬੰਦ ਕੀਤਾ। ਇਤਿਹਾਸਕ ਸਾਰੇ ਗ੍ਰੰਥਾਂ ਦੇ ਵਿੱਚ ਇਹ ਜ਼ਿਕਰ ਆਉਂਦਾ। ਚਲੋ ਕਹਿੰਦੇ ਨੇ ਇਸ ਤੋਂ ਬਾਅਦ ਮਹਾਰਾਜ ਆਏ ਤੇ ਜਦੋਂ ਆ ਰਹੇ ਸਨ, ਇਹ ਵੀ ਇੱਕ ਘਟਨਾ ਵਾਪਰਦੀ ਹੈ ਵੀ ਇਹਨਾਂ ਦੀ ਸੰਗਤ ਜਿਹੜਾ ਕਰ ਰਹੇ ਸਨ, ਕਿਉਂਕਿ ਜਥਿਆਂ ਦੇ ਰੂਪ ਦੇ ਵਿੱਚ ਜਾਂਦੇ ਸਨ। ਉਸ ਅੱਜ ਵਰਗਾ ਸਮਾਂ ਨਹੀਂ ਸੀ। ਉਦੋਂ ਜਦੋਂ ਸੰਗਤ ਜਾਂਦੀ ਸੀ, ਇਕੱਠੇ ਹੋ ਕੇ ਜਾਂਦੀ ਸੀ ਖਾਸ ਤਰੀਕੇ ਦੇ ਨਾਲ। ਤੇ ਇਹਨਾਂ ਦੇ ਨਾਲ ਇੱਕ ਬ੍ਰਹਮਚਾਰੀ ਸਾਧੂ ਦਾ ਮਿਲਾਪ ਹੋ ਗਿਆ। ਉਹ ਇਕੱਠੇ ਆਏ, ਸੰਗਤ ਕਰਦੇ, ਗੱਲਾਂ ਬਾਤਾਂ ਕਰਦੇ, ਬਚਨ ਬਿਲਾਸ ਹੁੰਦੇ। ਮਹਾਰਾਜ ਜੀ ਦੇ ਬਚਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ, ਕਿਉਂਕਿ ਸੁਭਾਅ ਬੜਾ ਨਰਮ ਔਰ ਬਹੁਤ ਨਿਮਰਤਾ ਵਾਲੇ, ਮਿੱਠ ਬੋਲੜੇ ਸੀ, ਜਗਿਆਸੂ ਸੀਗੇ ਔਰ ਪ੍ਰਮਾਤਮਾ ਦੇ ਸੰਬੰਧ ਵਿੱਚ ਹਰ ਮਤਲਬ ਇਹਨਾਂ ਦੇ तमाम ਵਿਚਾਰ ਮਨ ਚ ਆਉਂਦੇ ਸੀ। ਜਦੋਂ ਸੰਤ ਮਹਾਂਪੁਰਸ਼ਾਂ ਕੋਲੇ ਬੈਠਦੇ, ਕਿਸੇ ਇਸ ਤਰ੍ਹਾਂ ਸਾਧੂ ਦੀ ਗੱਲ ਕਰਦੇ, ਕੋਈ ਪਰਿਵਾਰਕ, ਕੋਈ ਸੰਸਾਰਕ, ਕੋਈ ਘਰੇਲੂ, ਕੋਈ ਦੁਨਿਆਵੀ ਗੱਲ ਤਾਂ ਹੁੰਦੀ ਹੋ ਨਹੀਂ ਸੀ। ਬਸ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਾਹੋਂ ਬਖੋਂ ਸੁਬਰਸਨਾ ਦੀਜੈ ਪ੍ਰਾਨ ਕੋਰ। ਬਈ ਕੋਈ ਰੱਬ ਦਾ ਮਿਲਾਪ ਕਰਵਾਉਣ ਵਾਲਾ ਹੋਵੇ, ਕੋਈ ਸੱਚੇ ਵਾਹਿਗੁਰੂ ਦਾ ਮਿਲਾਪ ਕਰਵਾਉਣ ਵਾਲਾ। ਉਹ ਬ੍ਰਹਮਚਾਰੀ ਦੇ ਨਾਲ ਗੱਲਾਂ ਬਾਤਾਂ ਕਰਦੇ ਆਏ, ਬਚਨ ਬਿਲਾਸ ਹੁੰਦੇ ਆਏ। ਉਹ ਇੰਨਾ ਪ੍ਰਭਾਵਿਤ ਹੋਇਆ ਇਹਨਾਂ ਤੋਂ, ਇਹਨਾਂ ਦੀ ਬਾਣੀ ਤੋਂ, ਇਹਨਾਂ ਦੇ ਬੋਲ ਚਾਲ ਤੋਂ, ਇਹਨਾਂ ਦੇ ਤੌਰ ਤਰੀਕੇ ਤੋਂ। ਕਿਉਂਕਿ 3 ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ, ਦਸਤਾਰ, ਗੁਫਤਾਰ ਤੇ ਰਫਤਾਰ। ਪਹਿਲਾ ਪ੍ਰਭਾਵ ਤੁਹਾਡੀ ਦਿੱਖ ਦਾ, ਫਿਰ ਤੁਹਾਡੀ ਬੋਲ ਚਾਲ ਦਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪ੍ਰਭਾਵਿਤ ਹੋਇਆ। ਚਲੋ ਇਤਿਹਾਸਕਾਰ ਲਿਖਦੇ ਨੇ, ਘਰ ਆਏ, ਪ੍ਰਸ਼ਾਦਾ ਪਾਣੀ ਸਾਰਾ ਕੁਝ, ਉਹ ਗੱਲਾਂ ਕਰਦੇ ਕਰਦੇ ਰਾਤ ਹੋਈ। ਤੇ ਰਾਤ ਨੂੰ ਉਹਨਾਂ ਪੁੱਛਿਆ, ਕਿਉਂਕਿ ਸੁਭਾਵਿਕ ਹੈ ਵੀ ਜਿਹਦੇ ਤੋਂ ਤੁਸੀਂ ਪ੍ਰਭਾਵਿਤ ਹੋਵੋਗੇ, ਜਿਹਦਾ ਤੁਸੀਂ ਪ੍ਰਭਾਵ ਕਬੂਲੋਗੇ ਔਰ ਉਹਦੇ ਬਾਰੇ ਤੁਸੀਂ ਜਾਣਨਾ ਚਾਹੋਗੇ ਵੀ ਕਿੱਥੋਂ ਪੜ੍ਹੇ ਹੈ, ਕਿਹੜਾ ਤੇਰਾ ਗੁਰੂ ਹੈ, ਕਿਹੜਾ ਤੇਰਾ ਉਸਤਾਦ ਹੈ, ਕਿਹਦੇ ਤੋਂ ਤੂੰ ਸਿੱਖਿਆ ਲਈ ਹੈ। ਐਸਾ ਮੈਂ ਤਾਂ ਕਹਿ ਰਿਹਾ ਵੀ ਕਦੇ ਵਕਤ ਸੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਪੜ੍ਹਿਓ। ਜਦੋਂ ਮਹਾਰਾਜ ਸਿੱਧਾਨਾਥਾਂ ਨੂੰ ਮਿਲਦੇ ਨੇ, ਸੁਮੇਰ ਪਰਬਤ ਦੇ ਉੱਪਰ ਗੋਸ਼ਟ ਹੁੰਦੀ ਹੈ। ਉਹ ਸਿੱਧਾਨਾਥਾਂ ਨੇ तमाम ਸਵਾਲ ਗੁਰੂ ਸਾਹਿਬ ਜੀ ਨੂੰ ਕੀਤੇ, ਔਖੇ ਤੋਂ ਔਖੇ ਸਵਾਲ ਕੀਤੇ। ਔਰ ਗੁਰੂ ਸਾਹਿਬ ਨੇ ਬਾਦਲੀਲ ਉਦਾਹਰਨਾਂ ਤਹਿਤ ਦ੍ਰਿਸ਼ਟਾਂਤ ਦੇ ਦੇ ਕੇ ਉਹਨਾਂ ਦੀ ਤਸੱਲੀ ਕਰਵਾਈ, ਉਹਨਾਂ ਦੇ ਹਰ ਸਵਾਲ ਦਾ ਉੱਤਰ ਦਿੱਤਾ। ਉਹ ਨਿਰੁੱਤਰ ਕਰਤੇ ਔਰ ਉਹ ਸਿੱਧ, ਉਹ ਜੋਗੀ ਇਤਨੇ ਪ੍ਰਭਾਵਿਤ ਹੋਏ, ਉਹਨਾਂ ਤੋਂ ਰਿਹਾ ਨਾ ਗਿਆ। ਉਹਨਾਂ ਨੇ ਫਿਰ ਪੁੱਛਿਆ ਸੀ ਕਾਵਣ ਗੁਰੂ ਜਿਸ ਕਾ ਤੂੰ ਚੇਲਾ। ਉਹ ਇੰਨੇ ਪ੍ਰਭਾਵਿਤ ਹੋਏ ਸੀ ਵੀ ਤੇਰਾ ਗੁਰੂ ਕੌਣ ਹੈ? ਤੂੰ ਐਡੇ ਮਹਾਨ ਗਿਆਨ ਤੇਰੇ ਕੋਲੇ ਹੈ, ਐਡੇ ਹਰ ਸਵਾਲ ਦਾ ਤੇਰੇ ਕੋਲੇ ਉੱਤਰ ਹੈ, ਤੇ ਤੇਰਾ ਗੁਰੂ ਕੌਣ ਹੈ? ਮਹਾਰਾਜ ਨੇ ਚਲੋ ਜਿਵੇਂ ਆਖਿਆ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੈਂ ਬੇਨਤੀ ਕਰ ਰਿਹਾ ਸੀ ਵੀ ਜਦੋਂ ਕਿਸੇ ਤੋਂ ਪ੍ਰਭਾਵਿਤ ਹੁੰਦਾ ਹੈ ਮਨੁੱਖ, ਉਹਦੇ ਗੁਰੂ ਬਾਰੇ, ਉਹਦੀ ਪੜ੍ਹਾਈ ਲਿਖਾਈ ਬਾਰੇ ਜ਼ਰੂਰ ਪੁੱਛਦਾ ਹੈ। ਉਹ ਬ੍ਰਹਮਚਾਰੀ ਇੰਨਾ ਪ੍ਰਭਾਵਿਤ ਹੋਇਆ, ਉਹਨੇ ਬਾਬਾ ਅਮਰਦਾਸ ਜੀ ਨੂੰ ਰਾਤ ਨੂੰ ਪੁੱਛ ਲਿਆ ਵੀ ਤੁਹਾਡਾ ਗੁਰੂ ਕੌਣ ਹੈ, ਤੁਸੀਂ ਗੁਰੂ ਕਿਹਨੂੰ ਧਾਰਨ ਕੀਤਾ? ਸਾਖੀਕਾਰ ਲਿਖਦੇ ਨੇ, ਕਹਿੰਦੇ ਬਾਬਾ ਅਮਰਦਾਸ ਜੀ ਨੇ ਆਪਣੇ ਨਿਰਮਲ ਸੁਭਾਅ, ਭੋਲੇ ਸੁਭਾਅ ਮੁਤਾਬਕ ਹੀ ਕਹਿਤਾ। ਕਹਿੰਦੇ ਨੇ ਹਾਲੇ ਤਾਂ ਮੈਂ ਗੁਰੂ ਧਾਰਨੇ ਨਹੀਂ ਕੀਤਾ। ਇੰਨਾ ਕੁ ਜਦੋਂ ਕਿਹਾ, ਕਹਿੰਦੇ ਉਹ ਬ੍ਰਹਮਚਾਰੀ ਭੜਕ ਉੱਠਿਆ, ਇੱਕਦਮ ਉਹਨੇ ਛਾਲ ਮਾਰ ਕੇ ਉੱਠਣਾ ਕੀਤਾ। ਕਹਿੰਦਾ ਓਹੋ, ਮੈਂ ਅੱਜ ਤੱਕ ਨਿਗੁਰੇ ਦੀ ਸੰਗਤ ਕਰਦਾ ਰਿਹਾ, ਜਿਹਨੇ ਗੁਰੂ ਹੀ ਨਹੀਂ ਧਾਰਨ ਕੀਤਾ,
ਗੁਰੂ ਵਾਲਾ ਬਣਿਆ ਹੀ ਨਹੀਂ ਮੈਂ ਇਸ ਨਗੋਰੇ ਦੀ ਇੰਨਾ ਸਮਾਂ ਸੰਗਤ, ਮੈਂ ਤੇਰੇ ਹੱਥਾਂ ਦਾ ਜਲ ਛਕਿਆ ਜਾਂ ਪ੍ਰਸ਼ਾਦਾ ਛਕਣ ਦਾ ਜ਼ਿਕਰ ਆਉਂਦਾ ਹੈ, ਕਹਿਣ ਲੱਗਿਆ ਵੀ ਮੇਰਾ ਤੇ ਸਾਰਾ ਕੁਝ ਸਤਿਆਨਾਸ਼ ਹੋ ਗਿਆ। ਇਹਨੂੰ ਭਾਵੇਂ ਤੁਸੀਂ ਜਿਵੇਂ ਮਰਜ਼ੀ ਲਿਓ, ਪਰ ਸੱਚਮੁੱਚ ਜਿਹੜੇ ਗੁਰੂ ਤੋਂ ਹੀਣੇ ਨੇ ਉਹਨਾਂ ਦੇ ਬਾਰੇ ਮਹਾਰਾਜ ਨੇ ਬਾਣੀ 'ਚ ਵੀ ਆਖਿਆ, ਗੁਰ ਮੰਤਰਹੀਨ ਸਿਆ ਜੋ ਪ੍ਰਾਣੀ, ਤ੍ਰੇ ਗੰਤ ਜਨਮ ਭ੍ਰਸ਼ਟ ਨੈ, ਕੂਕਰੈ ਸੂਕਰੈ ਗਰਦ ਵਹਿ ਕਾਕੈ ਸਰਪਨੈ ਤੁਲ ਖਲੈ। ਜਿਹੜਾ ਗੁਰੂ ਵਾਲਾ ਨਹੀਂ ਬਣਿਆ ਨਾ, ਉਹਨੂੰ ਮਹਾਰਾਜ ਨੇ ਬਾਣੀ 'ਚ ਜਿਸ ਤਰ੍ਹਾਂ ਦਾ ਕਿਤਾਬ ਦਿੱਤਾ। ਮੈਂ ਬੇਨਤੀ ਕਰ ਰਿਹਾ ਸੀ, ਜਦੋਂ ਨੂੰ ਪਤਾ ਲੱਗਿਆ ਉਹ ਪੜ੍ਹ ਉੱਠਿਆ, ਉਹ ਕਹਿ ਰਿਹਾ ਮੈਂ ਨਗੋਰੇ ਦੀ ਸੰਗਤ ਕੀਤੀ, ਉਹ ਤਾਂ ਕਹਿ ਕੇ ਤੁਰ ਗਿਆ, ਉਹ ਤਾਂ ਚਲਾ ਗਿਆ, ਪਤਾ ਨਹੀਂ ਕਿੱਧਰ ਗਿਆ। ਪਰ ਬਾਬਾ ਅਮਰਦਾਸ ਜਿਹੜੇ ਸੀ, ਇਹਨਾਂ ਦੇ ਕੰਨਾਂ 'ਚ ਉਹ ਬੋਲ ਬਸ ਗੂੰਜਣ ਲੱਗ ਪਏ। ਮੁੜ ਕੇ ਚੈਨ ਨਹੀਂ ਆਇਆ, ਮੁੜ ਕੇ ਨੀਂਦ ਨਹੀਂ ਆਈ, ਔਰ ਬਾਬਾ ਅਮਰਦਾਸ ਇਉਂ ਕਹਿ ਲਓ ਵੀ ਬੇਚੈਨ ਹੋ ਗਏ। ਇੱਕ ਬੇਨਤੀ ਹੋਰ, ਬਈ ਕਈ ਵਾਰੀ ਨਾ ਦੇਖੋ ਕਿਸੇ ਦੇ ਬੋਲ ਵੀ ਤੁਹਾਨੂੰ ਐਨ ਪਰੇਸ਼ਾਨ ਕਰ ਜਾਂਦੇ ਨੇ, ਬੋਲਾਂ ਦੇ ਵੀ ਜ਼ਖਮ ਹੁੰਦੇ ਨੇ। ਇਸੇ ਕਰਕੇ ਆਪਾਂ ਕਹਿੰਦੇ ਬੋਲੀ ਦਾ ਜ਼ਖਮ ਸਮੇਂ ਨਾਲ ਵੀ ਨਹੀਂ ਭਰਦਾ। ਸ਼ਾਸਤਰਾਂ ਦੇ ਹਥਿਆਰਾਂ ਦੇ ਫੱਟ ਜਿਹੜੇ ਨੇ ਜ਼ਖਮ ਨੇ, ਇਹ ਸਮੇਂ ਨਾਲ ਭਰ ਜਾਂਦੇ ਨੇ। ਮੱਲਮ ਬੂਟੀ ਕਰਕੇ, ਦਵਾਈ ਬੂਟੀ ਦੇ ਨਾਲ, ਟਕੋਰਾਂ ਕਰਨ ਦੇ ਨਾਲ ਸਮੇਂ ਨਾਲ ਸਾਰਾ ਕੁਝ ਠੀਕ ਹੋ ਜਾਂਦਾ। ਪਰ ਜਿਹੜੇ ਬੋਲਾਂ ਦੇ ਜ਼ਖਮ ਨੇ, ਸ਼ਬਦਾਂ ਦੇ ਤੀਰ ਨੇ, ਇਹ ਵੀ ਮਨੁੱਖ ਨੂੰ ਜਿਹੜਾ ਸੀ ਛਲਣੀ ਕਰ ਦਿੰਦੇ ਨੇ। ਐਸਾ ਇਸ਼ਾਰਾ ਬਾਣੀ 'ਚੋਂ ਵੀ ਪੜ੍ਹਦੇ ਹਾਂ, ਜਿੱਥੇ ਆਪਾਂ ਪੜ੍ਹਦੇ ਹਾਂ, ਸਤਿਗੁਰ ਸੂਰਮੇ ਬਾਹਿਆ ਬਾਂਝੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇਜੇ ਛੇਕ। ਮੈਂ ਇਸ਼ਾਰਾ ਜਿਹੜਾ ਕਰ ਰਿਹਾ ਸੀ, ਕਹਿੰਦੇ ਨੇ ਉਹ ਬੋਲਾਂ ਨੇ ਬੇਚੈਨ ਕਰਤਾ, ਨੀਂਦ ਨਹੀਂ ਮੁੜ ਕੇ ਆਈ। ਐਂ ਕਹੀ ਗਿਆ ਮੈਂ ਨਗੋਰਾ, ਤੇ ਬਸ ਫਿਰ ਕੀ ਸੀ, ਉਦਣੇ ਖੇਡ ਐਸੀ ਵਾਪਰੀ। ਕੋਈ ਇਹੋ ਜਿਹੇ ਇਉਂ ਕਹਿ ਲਓ ਵੀ ਮਹਾਰਾਜ ਨੇ ਕਲਾ ਵਰਤਾਈ। ਕਹਿੰਦੇ ਨੇ ਸਾਰੀ ਰਾਤ ਇਉਂ ਹੀ ਲੰਘ ਗਈ, ਤੇ ਜਦੋਂ ਅੰਮ੍ਰਿਤ ਵੇਲਾ ਹੋਇਆ, ਸਵੇਰ ਹੋਈ, ਤੇ ਬਾਬਾ ਅਮਰਦਾਸ ਨੂੰ ਨੀਂਦ ਨਹੀਂ ਸੀ ਆ ਰਹੀ, ਔਰ ਅੱਖਾਂ ਦੇ ਵਿੱਚ ਬਿਲਕੁਲ ਵੀ ਨੀਂਦ ਨੇੜੇ ਤੇੜੇ ਵੀ ਨਹੀਂ ਸੀ, ਬੇਚੈਨੀ ਦੇ ਵਿੱਚ। ਪਰ ਅੰਮ੍ਰਿਤ ਵੇਲੇ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਬੱਚੀ ਬੀਬੀ ਅਮਰੋ, ਜਿਹੜੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਭਤੀਜੇ ਨੂੰ ਵਿਆਹੇ ਹੋਏ ਸਨ, ਭਤੀਜ ਨੋ ਨੇ ਉਹਨਾਂ ਦੇ, ਤੇ ਜਦੋਂ ਉਹ ਅੰਮ੍ਰਿਤ ਵੇਲੇ ਉੱਠੇ, ਉਹਨਾਂ ਨੇ ਉੱਠ ਕੇ ਸੁਭਾਅ ਮੁਤਾਬਕ, ਜਿਵੇਂ ਪਿਛਲੇ ਜ਼ਮਾਨੇ ਦੇ ਵਿੱਚ ਬੀਬੀਆਂ ਦੁੱਧ ਰਿੜਕਦੀਆਂ ਸੀ, ਸੁਹਾਣੀਆਂ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਘਰਾਂ ਦੇ ਕੰਮਾਂ ਵਿੱਚ ਮਗਨ ਹੁੰਦੀਆਂ ਸਨ। ਬੀਬੀ ਅਮਰੋ ਜੀ ਨੇ ਵੀ ਬਿਲਕੁਲ ਉਸੇ ਤਰ੍ਹਾਂ ਦੁੱਧ ਰਿੜਕਣਾ ਸ਼ੁਰੂ ਕੀਤਾ, ਔਰ ਨਾਲੇ ਦੁੱਧ ਰਿੜਕਦੇ ਨੇ, ਨਾਲੇ ਜਿਵੇਂ ਬਾਣੀ ਦਾ ਬਚਨ ਹੈ ਨਾ ਵੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਤੇ ਚਿੱਤ ਜਿਹੜਾ ਸੀ ਪ੍ਰਮਾਤਮਾ ਵਾਲੇ ਪਾਸੇ, ਗੁਰੂ ਵਾਲੇ ਪਾਸੇ, ਰਸਨਾ ਤੋਂ ਬਾਣੀ ਪੜ੍ਹਦੇ ਨੇ, ਹੱਥਾਂ ਦੇ ਨਾਲ ਦੁੱਧ ਰਿੜਕਦੇ ਨੇ। ਅੰਮ੍ਰਿਤ ਵੇਲਾ ਬਾਬਾ ਅਮਰਦਾਸ ਜਿਹੜੇ ਨੇ, ਉਹਨਾਂ ਦੀ ਸਾਰੀ ਰਾਤ ਇਦਾਂ ਹੀ ਲੰਘ ਗਈ। ਜਦੋਂ ਕੰਨਾਂ 'ਚ ਬੀਬੀ ਅਮਰੋ ਦੀ ਰਸਨਾ ਦੇ ਵਿੱਚੋਂ ਪੜ੍ਹੀ ਜਾਂਦੀ ਬਾਣੀ ਦੇ ਬੋਲ ਕੰਨਾਂ 'ਚ ਪਏ ਨਾ, ਜਿਵੇਂ ਆਪਾਂ ਪੜ੍ਹਦੇ ਆ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਇਹ ਬਾਣੀ 'ਚ ਬੜੀ ਕਲਾ ਹੈ, ਬਾਣੀ ਦਾ ਇੱਕ ਇੱਕ ਸ਼ਬਦ ਬੜੀ ਸ਼ਕਤੀ ਵਾਲਾ ਹੈ। ਜਦੋਂ ਉਹ ਬਾਣੀ ਦੇ ਬੋਲ ਜਿਹੜੀ ਬੀਬੀ ਪਿਆਰ ਨਾਲ, ਚਾਅ ਨਾਲ ਜੁੜ ਕੇ ਪੜ੍ਹ ਰਹੀ ਹੈ, ਔਰ ਉਹ ਸ਼ਬਦ ਪੜ੍ਹ ਰਹੀ ਸੀ, ਗੁਰੂ ਨਾਨਕ ਦੇਵ ਜੀ ਦਾ ਲੰਮਾ ਚੌੜਾ ਸ਼ਬਦ ਹੈ, ਉਹਦੇ ਅਖੀਰ ਚਾਹੁੰਦਾ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਇਹ ਲੰਮਾ ਚੌੜਾ ਸ਼ਬਦ ਹੈ, ਮੈਂ ਸੰਖੇਪ 'ਚ ਹੀ ਬੇਨਤੀ ਕਰਾਂਗਾ। ਇਹਦਾ ਅਰਥ ਸੀ ਵੀ ਭਇਆ ਮਨੂਰ ਗਲਿਆ ਸੜਿਆ ਬੇਕਾਰ ਦਾ ਲੋਹਾ, ਔਰ ਉਹ ਵੀ ਕੰਚਨ ਜੈਸਾ ਹੋ ਜਾਂਦਾ ਹੈ ਜੇ ਕਿਤੇ ਪੂਰਾ ਗੁਰੂ ਮਿਲ ਜਾਏ। ਮਤਲਬ ਮਨੂਰ ਵਰਗਾ ਮਨੁੱਖ ਕੰਚਨ ਜੈਸਾ ਹੋ ਸਕਦਾ ਹੈ ਜੇ ਗੁਰ ਮਿਲੇ ਤਨੇਹਾ। ਬਾਬਾ ਅਮਰਦਾਸ, ਉਹਨਾਂ ਨੇ ਸ਼ਬਦ ਸੁਣਿਆ, ਸਕੂਨ ਮਿਲਿਆ, ਠੰਡਕ ਪਹੁੰਚੀ, ਆਰਾਮ ਮਿਲਿਆ, ਇਉਂ ਕਹਿ ਲਓ। ਉਹਨਾਂ ਨੇ ਪੂਰਾ ਸ਼ਬਦ ਧਿਆਨ ਨਾਲ ਸੁਣਿਆ। ਜਦੋਂ ਬੀਬੀ ਅਮਰੋ ਨੇ ਸ਼ਬਦ ਦੀ ਸਮਾਪਤੀ ਕੀਤੀ, ਬਾਬਾ ਅਮਰਦਾਸ ਬੀਬੀ ਅਮਰੋ ਕੋਲੇ ਗਏ, ਕਹਿਣ ਲੱਗੇ ਪਿਆਰੀਏ ਬੱਚੀਏ, ਆ ਜਿਹੜਾ ਤੂੰ ਸ਼ਬਦ ਪੜ੍ਹ ਰਹੀ ਸੈਂ, ਕਿੰਨਾ ਦਾ ਸ਼ਬਦ ਹੈ, ਇਹਦੇ ਰਚੈਤਾ ਕੌਣ ਨੇ? ਚਲੋ ਬੀਬੀ ਅਮਰੋ ਨੇ ਸਾਰੀ ਗੱਲ ਦੱਸੀ, ਔਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਵੀ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਸਨਾ ਚੋਂ ਨਾਜ਼ਲ ਹੋਇਆ। ਬਹੁਤ ਸੰਖੇਪ ਦੇ ਵਿੱਚ ਬੇਨਤੀ ਕਰਾਂਗਾ। ਔਰ ਉਹਨਾਂ ਨੇ ਆਖਿਆ ਵੀ ਮੈਨੂੰ ਐਸੇ ਗੁਰੂ ਦਾ ਮਿਲਾਪ ਕਰਵਾਓ। ਉਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿੰਘਾਸਨ ਦੇ ਉੱਪਰ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗੁਰਤਾ ਗੱਦੀ ਦੇ ਉੱਪਰ ਗੁਰੂ ਅੰਗਦ ਸਾਹਿਬ ਮਹਾਰਾਜ ਸੇਵਾਵਾਂ ਨਿਭਾ ਰਹੇ ਸਨ, ਜਿਨ੍ਹਾਂ ਦੀ ਬੱਚੀ ਹੈ ਬੀਬੀ ਅਮਰੋ ਜਿਹੜੀ ਹੈ। ਔਰ ਉਹਦੇ ਚਲੋ ਜਿਵੇਂ
ਖੇਡ ਬਣੀ ਔਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਆਏ ਨੇ, ਮਿਲਣ ਹੋਇਆ। ਹਾਲਾਂਕਿ ਗੁਰੂ ਅੰਗਦ ਸਾਹਿਬ ਜੀ ਦੇ ਨਾਲੋਂ ਉਮਰ ਦੇ ਵਿੱਚ ਕਈ ਸਾਲ ਵੱਡੇ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ 1504 ਦਾ ਹੈ, ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ 1479 ਦਾ ਹੈ। 21 ਤੇ 4 ਉਹ 25 ਸਾਲ ਲਗਭਗ ਵੱਡੇ ਨੇ। ਔਰ ਦੂਸਰੀ ਗੱਲ, ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਭਤੀਜਾ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਬੱਚੀ ਨੂੰ ਵਿਆਹਿਆ ਹੋਇਆ। ਰਿਸ਼ਤੇਦਾਰੀ ਦੇ ਵਿੱਚੋਂ ਵੀ ਜਿਵੇਂ ਸਾਡੇ ਸਮਾਜ ਦੇ ਰਿਸ਼ਤੇ ਨੇ ਬਈ ਲੜਕੇ ਵਾਲੇ ਵੱਡੇ ਮੰਨੇ ਜਾਂਦੇ ਨੇ, ਇਸ ਪੱਖ ਤੋਂ ਵੀ ਉਮਰ ਦੇ ਤਕਾਜ਼ੇ ਨਾਲ ਵੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ ਸਭ ਤੋਂ ਵੱਡੀ ਗੱਲ ਏ। ਔਰ ਜਦੋਂ ਮਿਲਣ ਹੋਇਆ, ਚਲੋ ਮਿਲਾਪ ਹੋਇਆ, ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸੇਵਾ ਦੇ ਵਿੱਚ ਆਏ। ਜਦੋਂ ਮਹਾਰਾਜ ਦੀ ਸੇਵਾ ਦੇ ਵਿੱਚ ਆਏ ਨੇ ਔਰ 62 ਸਾਲ ਦੀ ਲਗਭਗ ਉਮਰ ਹੈ ਔਰ ਗੁਰੂ ਸਾਹਿਬ ਨੇ ਆਪਣਾ ਆਪਾ ਸਮਰਪਿਤ ਕਰਤਾ। ਐਸਾ ਸਮਰਪਿਤ ਕੀਤਾ ਬਸ ਪਿਛਾਂ ਮੁੜ ਕੇ ਨਹੀਂ ਵੇਖਿਆ। ਸੱਚੇ ਗੁਰੂ ਦਾ, ਸਮਰੱਥ ਗੁਰੂ ਦਾ, ਪੂਰੇ ਗੁਰੂ ਦਾ ਮਿਲਾਪ ਜਦੋਂ ਹੋਇਆ, ਪੂਰੇ ਗੁਰੂ ਦੀ ਸੰਗਤ ਕੀਤੀ, ਬਾਬਾ ਅਮਰਦਾਸ ਨੂੰ ਸਕੂਨ, ਆਨੰਦ, ਖੇੜਾ, ਉਹ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੋਈ। ਜਿਵੇਂ ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ ਬਈ ਜਦੋਂ ਪੂਰੇ ਗੁਰੂ ਦੇ ਸਮਰੱਥ ਗੁਰੂ ਦਰਸ਼ਨ ਹੁੰਦੇ ਨੇ, ਦਰਸ਼ਨ ਪਰਸਿਆਂ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਲੀ ਖੇਡ ਵਾਪਰੀ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਆਪਣਾ ਆਪਾਂ ਸਮਰਪਿਤ ਕੀਤਾ। ਗੁਰੂ ਕੀ ਸੰਗਤ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲੇ ਖਡੂਰ ਸਾਹਿਬ ਗਏ ਨੇ, ਸੇਵਾ ਦੇ ਵਿੱਚ ਜੁਟ ਗਏ। ਲੰਗਰ ਦੀ ਸੇਵਾ ਔਰ ਭਾਂਡਿਆਂ ਦੀ ਸੇਵਾ, ਲੱਕੜਾਂ ਦੀ ਸੇਵਾ, ਜਲ ਦੀ ਸੇਵਾ, तमाम ਸੇਵਾਵਾਂ ਕੀਤੀਆਂ। ਪਰ ਗਾਗਰ ਦੇ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਕੁਝ ਖਾਸ ਸੰਬੰਧ ਹੈ। ਡਾਕਟਰ ਤਾਰਨ ਸਿੰਘ ਜੀ ਨੇ ਇੱਕ ਬਹੁਤ ਕਮਾਲ ਦਾ ਚੈਪਟਰ ਲਿਖਿਆ ਸੀ, ਗਾਗਰ ਤੇ ਸਾਗਰ। ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਦੀ ਸੇਵਾ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਫਿਰ ਆਪਣੇ ਆਪ ਨੂੰ ਸਮਰਪਿਤ ਕੀਤਾ। ਫਿਰ ਕਿੱਥੋਂ ਗਾਗਰ ਪਾਣੀ ਦੀ ਭਰ ਕੇ ਲੈ ਕੇ ਆਉਂਦੇ ਨੇ ਵਿਆਸਾ ਤੋਂ। ਔਰ ਇਤਿਹਾਸ ਵਿੱਚ ਬਹੁਤ ਸ਼ਰਧਾ ਦਿਖਾਈ ਗਈ ਹੈ ਵੀ ਕਿਵੇਂ ਜਾਂਦੇ ਨੇ, ਕਿਵੇਂ ਵਾਪਸ ਆਉਂਦੇ ਨੇ। ਔਰ ਦੇਖੋ ਉੱਥੋਂ ਪਾਣੀ ਦੀ ਗਾਗਰ ਭਰ ਕੇ ਲੈ ਕੇ ਆਉਂਦੇ ਨੇ, ਲਿਆ ਕੇ ਇਸ਼ਨਾਨ ਪਾਣੀ ਕਰਵਾਇਆ ਜਾਂਦਾ ਹੈ। ਮਹਾਰਾਜ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਇੱਕ ਨਹੀਂ, 5-7 ਸਾਲ ਦੀ ਗੱਲ ਨਹੀਂ, ਲਗਾਤਾਰ 11 ਸਾਲ ਇਹ ਸੇਵਾ ਕੀਤੀ ਹੈ। ਗੁਰੂ ਕੀ ਸੰਗਤ ਕਿੰਨੀਆਂ ਗਰਮੀਆਂ, ਕਿੰਨੀਆਂ ਸਰਦੀਆਂ, ਪਤਾ ਨਹੀਂ ਕਿੰਨੀਆਂ ਜਿਹੜੇ ਸੀਗੀਆਂ ਗਰਮੀਆਂ, ਸਰਦੀਆਂ, ਪਤਝੜਾਂ, ਬਹਾਰਾਂ, ਇਹ ਉੱਪਰੋਂ ਦੀ ਲੰਘੀਆਂ, ਬਰਖਾ ਰੁੱਤਾਂ ਲੰਘੀਆਂ। ਤੁਸੀਂ ਲਾਓ, ਮਹਾਰਾਜ ਦੀ ਸੇਵਾ ਦੇ ਵਿੱਚ ਕੋਈ ਫਰਕ ਨਹੀਂ ਪਿਆ। ਐਸੀ ਭਾਵਨਾ ਨਾਲ ਸੇਵਾ ਕੀਤੀ, ਐਸੀ ਲਗਨ ਦੇ ਨਾਲ ਸੇਵਾ ਕੀਤੀ। ਇਹ ਸੇਵਾ ਦੇ ਦੌਰਾਨ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵੀ ਵਾਪਰਦੀਆਂ ਨੇ। ਇੰਨੀ ਕਠਿਨ ਸੇਵਾ, ਇੰਨੀ ਦ੍ਰਿੜ ਇਰਾਦੇ ਦੇ ਨਾਲ, ਲਗਨ ਦੇ ਨਾਲ ਸੇਵਾ ਕੀਤੀ। ਤੇ ਤੁਸੀਂ ਉਹ ਪ੍ਰਸੰਗ ਸੁਣੇ ਨੇ ਨਾ ਬਈ ਇੱਕ ਵਾਰ ਗੁਰੂ ਮਹਾਰਾਜ ਜਦੋਂ ਪਾਣੀ ਲੈ ਕੇ ਆ ਰਹੇ ਸਨ, ਸਰਦੀਆਂ ਦੇ ਦਿਨ, ਠੰਡ ਦੇ ਦਿਨ, ਮੀਂਹ ਪੈ ਰਿਹਾ ਹੈ, ਹਨੇਰੀ ਰਾਤ ਹੈ ਔਰ ਬਜ਼ੁਰਗ ਸਰੀਰ ਹੈ। ਤੇ ਜਦੋਂ ਗਾਗਰ ਪਾਣੀ ਦੀ ਭਰ ਕੇ ਲੈ ਕੇ ਆ ਰਹੇ ਸਨ, ਕਹਿੰਦੇ ਰਸਤੇ ਦੇ ਵਿੱਚ ਜੁਲਾਹਿਆਂ ਦੇ ਘਰ, ਜੁਲਾਹੇ ਜਿਹੜੇ ਕੱਪੜੇ ਬੁਣਨ ਦਾ ਕੰਮ ਔਰ ਖੱਡੀ ਦਾ ਕੰਮ, ਉਹਨਾਂ ਦੀ ਕਿਤੇ ਖੱਡੀ ਜਿਹੜੀ ਸੀ ਉਹਦੀ ਕਿਤੇ ਕੋਈ ਕਿੱਲ, ਔਰ ਜਿਹੜੀ ਬਾਬਾ ਅਮਰਦਾਸ ਮਹਾਰਾਜ ਦਾ ਪੈਰ ਵੱਜਿਆ ਤੇ ਰਾਤ ਨੂੰ ਜਿਹੜਾ ਸੀ ਡਿੱਗੇ ਧੜਮ ਕਰਕੇ। ਇਤਿਹਾਸ ਵਿੱਚ ਤਾਂ ਐਸਾ ਜ਼ਿਕਰ ਵੀ ਆਉਂਦਾ ਹੈ ਵੀ ਭਾਵੇਂ ਸਰੀਰ ਤੇ ਸੱਟ ਖਾਧੀ ਪਰ ਪਾਣੀ ਨਾ ਡੁੱਲਣ ਦਿੱਤਾ। ਸੁਰਤੀ ਸੀ ਵੀ ਗੁਰੂ ਸਾਹਿਬ ਦਾ ਇਸ਼ਨਾਨ ਪਾਣੀ ਕਰਵਾਉਣਾ। ਖੜਾਕ ਹੋਇਆ, ਕਹਿੰਦੇ ਨੇ ਜਦੋਂ ਖੜਾਕ ਹੋਇਆ ਜੁਲਾਹਾ ਘਬਰਾਇਆ। ਉਹਨੇ ਪੁੱਛਿਆ, ਕਹਿਣ ਲੱਗਿਆ ਕੌਣ ਹੈ? ਰਾਤ ਨੂੰ ਮੀਂਹ ਪੈਂਦਾ ਹੈ, ਠੰਡ ਦੀ ਰੁੱਤ ਹੈ, ਆ ਖੜਾਕ ਕਾਹਦਾ? ਇਤਿਹਾਸ ਦੇ ਬੋਲ ਨੇ, ਕਹਿੰਦੇ ਨੇ ਜੁਲਾਈ ਨੇ ਕਿਹਾ ਬਈ ਇਹ ਕੌਣ ਹੋ ਸਕਦਾ? ਤਾਂ ਅਮਰੂ ਨਥਾਵਾ ਹੋਣਾ। ਉਹਨੂੰ ਕਿਹੜਾ ਟੇਕ ਹੈ, ਨਾ ਦਿਨੇ ਟੇਕ, ਨਾ ਰਾਤ ਨੂੰ ਟੇਕ, ਨਾ ਉਹਦਾ ਕੋਈ ਟਿਕਾਣਾ, ਨਾ ਉਹਦਾ ਕੋਈ ਥਾਂ। ਇਹ ਅਮਰੂ ਨਥਾਵਾ ਹੋਣਾ। ਕਹਿੰਦੇ ਇਹ ਬੋਲ ਬਾਬਾ ਅਮਰਦਾਸ ਨੇ ਸੁਣੇ। ਇੱਕ ਬੋਲ ਉਹ ਸੀ ਜਿਹੜੇ ਬ੍ਰਹਮਚਾਰੀ ਕਹਿ ਕੇ ਗਿਆ ਸੀ, ਇੱਕ ਬੋਲ ਆ ਬਈ ਇਹ ਅਮਰੂ ਨਥਾਵਾ ਹੋਣਾ। ਅੱਜ ਬਾਬਾ ਅਮਰਦਾਸ ਨੇ ਔਰ ਸੁਭਾਵਿਕ ਹੀ ਬਚਨ ਕੀਤੇ, ਕਹਿਣ ਲੱਗੇ ਕਮਲੀਏ ਹੁਣ ਮੈਂ ਨਥਾਵਾ ਨਹੀਂ ਆ, ਕਦੇ ਸੀ ਮੈਂ ਨਥਾਵਾ ਸੀ, ਕਦੇ ਵਕਤ ਸੀ ਮੈਂ ਨਤਾਣਾ ਸੀ, ਪਰ ਹੁਣ ਮੈਨੂੰ ਥਾਂ ਮਿਲ ਗਈ ਹੈ। ਥਾਂ ਵੀ ਪੂਰੇ ਗੁਰੂ ਦੀ, ਥਾਂ ਵੀ ਸਮਰੱਥ ਗੁਰੂ ਦੀ, ਥਾਂ ਵੀ ਵੱਡੇ ਗੁਰੂ ਦੀ, ਔਰ ਮੈਨੂੰ ਥਾਂ ਮਿਲ ਗਈ। ਹੁਣ ਮੈਨੂੰ ਨਥਾਵਾ ਨਾ ਕਹਿ। ਕਹਿੰਦੇ ਨੇ ਸਤਿਗੁਰੂ ਜੀ ਨੇ ਸੁਭਾਵਿਕ ਹੀ ਬਚਨ ਕੀਤੇ ਸਨ।
ਜਿਵੇਂ ਬਾਣੀ ਦੇ ਬਚਨੇ ਨਾ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਪ੍ਰਭੂ ਸਾਧੂ ਦੀ ਰਸਨਾ ਤੇ ਬਹਿੰਦਾ ਹੈ। ਔਰ ਜੋ ਸੁਭਾਵਿਕ ਕਹਿ ਦੇਵੇ ਸਾਧੂ, ਉਹ ਬਚਨ ਵੀ ਅਟਲ ਹੋ ਜਾਂਦੇ ਨੇ। ਉਹ ਕਹਿੰਦੇ ਨੇ ਜੁਲਾਹੀ ਸੱਚਮੁੱਚ ਇਦਾਂ ਦੀ ਕਮਲੀ ਹੋ ਗਈ। ਬਾਅਦ ਵਿੱਚ ਚਲੋ ਜਿਵੇਂ ਵੀ ਪਛਤਾਵਾ ਹੋਇਆ, ਉਹ ਲੰਮਾ ਚੌੜਾ ਜ਼ਿਕਰ। ਗੁਰੂ ਸਾਹਿਬ ਸੇਵਾਵਾਂ ਕਰਦੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੀ ਕਠਿਨ ਸੇਵਾ, ਇੰਨੀ ਸਖਤ ਸੇਵਾ, 11 ਸਾਲ ਸੇਵਾ ਕੀਤੀ ਹੈ। ਦੇਖੋ 11 ਸਾਲਾਂ ਬਾਅਦ ਵਕਤ ਆਇਆ, ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋ ਸਮਾਉਣ ਸਮਾਂ ਨੇੜੇ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਈ ਪ੍ਰੀਖਿਆਵਾਂ ਵੀ ਲਈਆਂ। ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦੋ ਸਪੁੱਤਰ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ, ਤੇ ਬਾਬਾ ਦਾਤੂ ਤੇ ਦਾਸੂ ਦੀਆਂ ਪ੍ਰੀਖਿਆਵਾਂ ਲਈਆਂ ਗਈਆਂ ਤੇ ਦੋਵੇਂ ਪਾਸ ਨਾ ਹੋਏ। ਪ੍ਰੀਖਿਆਵਾਂ ਕਈ, ਪਰ ਇਤਿਹਾਸ ਦੇ ਵਿੱਚ ਮੋٹے ਰੂਪ ਦੇ ਵਿੱਚ ਆਪਾਂ ਪੜ੍ਹਦੇ ਹਾਂ ਵੀ ਜਦੋਂ ਨਾ ਕੁਝ ਕੁ ਲੋਕਾਂ ਨੇ ਆ ਕੇ ਬੇਨਤੀ ਕੀਤੀ ਸੀ, ਗੋਇੰਦੇ ਖੱਤਰੀ ਦਾ ਜ਼ਿਕਰ ਆਉਂਦਾ ਹੈ, ਉਹ ਉਸਾਰੀ ਕਰਵਾਉਣ ਲੱਗਿਆ। ਦਿਨੇ ਉਸਾਰੀ ਕਰਵਾਉਂਦਾ, ਰਾਤ ਨੂੰ ਕਹਿੰਦੇ ਨੇ ਜੀ ਇੱਥੇ ਕੋਈ ਗੈਵੀ ਸ਼ਕਤੀਆਂ ਨੇ, ਭੂਤ ਪ੍ਰੇਤ ਨੇ। ਜਿੰਨੀ ਉਸਾਰੀ ਦਿਨੇ ਹੁੰਦੀ ਹੈ, ਮਿਸਤਰੀ ਕੰਮ ਕਰਦੇ ਨੇ, ਰਾਤਾਂ ਨੂੰ ਸਭ ਕੁਝ ਤਹਿਸ਼ ਨਹਿਸ਼ ਢਹਿ ਢੇਰੀ ਹੋ ਜਾਂਦਾ ਹੈ। ਮਹਾਰਾਜ ਦੇ ਕੋਲੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਕਿਸੇ ਸਿੱਖ ਨੂੰ ਭੇਜੋ ਔਰ ਮਹਾਰਾਜ ਇਹ ਸਾਡੇ ਤੇ ਰਹਿਮਤ ਕਰੋ। ਸਤਿਗੁਰੂ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਮੌਕਾ ਦਿੱਤਾ, ਪਰ ਉਹਨਾਂ ਨੇ ਮੌਕਾ ਸੰਭਾਲਿਆ ਨਾ। ਬਹੁਤ ਸੰਖੇਪ ਦੇ ਵਿੱਚ ਉਹਨਾਂ ਨੇ ਜਦੋਂ ਬਾਬਾ ਅਮਰਦਾਸ ਜੀ ਨੂੰ ਹੁਕਮ ਕੀਤਾ, ਇਹਨਾਂ ਨੇ 7 ਬਚਨ ਕਰਕੇ ਜਾਣਾ ਕੀਤਾ। ਚਲੋ ਗੋਇੰਦਵਾਲ ਸਾਹਿਬ ਨਗਰ ਉਸਾਰਿਆ ਗਿਆ, ਉਹ ਸਾਰੀਆਂ ਸੇਵਾਵਾਂ, ਇਹ ਵੱਡੀਆਂ ਪ੍ਰੀਖਿਆਵਾਂ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ 1552 ਦੇ ਵਿੱਚ ਜੋਤੀ ਜੋ ਸਮਾਉਣ ਤੋਂ ਪਹਿਲਾਂ ਬਾਬੇ ਅਮਰਦਾਸ ਦੇ ਉੱਪਰ ਜਿਹੜੀ ਕਿਰਪਾ ਕੀਤੀ, ਜਿਵੇਂ ਆਪਾਂ ਬਾਣੀ 'ਚੋਂ ਪੜ੍ਹਦੇ ਆ ਨਾ ਬਈ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਆਇਆ, ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੋਗਰੇ ਧਰਮ ਕਮਾਇਆ। ਉਹਨੇ ਦੁਨੀਆ ਤੋੜਾ ਬੰਦਨਾ ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨੇ ਦੇਵੈ ਚੜੈ ਸੁਭਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਨੇ। ਸੇਵਾ ਕੀਤੀ, ਜਿਨ ਸੇਵਾ ਐਸੇ ਢੰਗ ਨਾਲ ਕੀਤੀ ਸੰਤੋਖ ਦੇ ਨਾਲ, ਕਿਉਂਕਿ ਇਹ ਜ਼ਰੂਰੀ ਹੈ। ਕਈ ਵਾਰੀ ਅਸੀਂ ਸੇਵਾ ਕਰਦੇ ਹਾਂ, ਸੇਵਾ ਦੀ ਪਿੱਛੇ ਲਾਲਸਾ ਵੱਡੀ ਹੁੰਦੀ ਹੈ, ਸੇਵਾ ਥੋੜੀ ਮੰਗਣ ਬਹੁਤਾ ਹੋ ਜਾਂਦਾ ਹੈ। ਅਸੀਂ ਸੇਵਾ ਸ਼ੁਰੂ ਵੀ ਨਹੀਂ ਕਰਦੇ, ਸੇਵਾ ਦਾ ਫਲ ਲੈਣ ਦੀ ਇੱਛਾ ਪਹਿਲਾਂ ਰੱਖ ਲੈਂਦੇ ਹਾਂ। ਮਹਾਰਾਜ ਕਿਰਪਾ ਕਰਨ, ਜਦੋਂ ਵੀ ਸੇਵਾ ਕਰੀਏ ਔਰ ਬਿਲਕੁਲ ਨਿਸ਼ਕਾਮ ਭਾਵਨਾ ਨਾਲ, ਸੰਤੋਖੀ ਬਿਰਤੀ ਦੇ ਨਾਲ। ਇੱਕ ਬੇਨਤੀ ਯਾਦ ਰੱਖਿਓ, ਸੇਵਾ ਕਦੇ ਵੀ ਕਰੋ ਨਾ, ਤੁਹਾਡੀ ਬੇਫਲ ਨਹੀਂ ਜਾਂਦੀ। ਤੁਹਾਡੀ ਸੇਵਾ ਦਾ ਹੱਕ ਗੁਰੂ ਨਹੀਂ ਰੱਖਦਾ। ਤੁਹਾਡੀ ਸੇਵਾ ਦਾ ਤੁਹਾਨੂੰ ਫਲ ਮਿਲੇਗਾ, ਅੱਜ ਮਿਲ ਜਾਏ, ਕੱਲ ਮਿਲ ਜਾਏ, ਸਮਾਂ ਪਾ ਕੇ ਮਿਲ ਜਾਏ, ਗੁਰੂ ਸੇਵਾ ਦਾ ਫਲ ਜ਼ਰੂਰ ਦਿੰਦਾ ਹੈ। ਪਰ ਸਾਡੀ ਮਨਸਾ ਕੁਝ ਹੋਰ ਹੈ। ਅਸੀਂ ਕਹਿੰਦੇ ਆ ਪਹਿਲਾਂ ਫਲ ਮਿਲ ਜਾਏ ਫਿਰ ਸੇਵਾ ਸ਼ੁਰੂ ਕਰਾਂਗੇ, ਜਾਂ ਸਵੇਰੇ ਸੇਵਾ ਸ਼ੁਰੂ ਕੀਤੀ ਸ਼ਾਮ ਨੂੰ ਉਹਦੇ ਫਲ ਦੀ ਇੱਛਾ ਰੱਖਦੇ ਆ। ਮਹਾਰਾਜ ਨੇ ਜਿਹੜੇ ਬਚਨ ਕੀਤੇ ਨੇ ਵੀ ਸੇਵ ਕੀਤੀ ਸੰਤੋਖਈ ਜਿਹਨੇ ਸੱਚੋ ਸੱਚ ਤੇ ਆਇਆ, ਇਸ ਢੰਗ ਦੇ ਨਾਲ ਸੇਵਾ ਕੀਤੀ, ਗੁਰੂ ਦੇ ਬਚਨ ਮੰਨੇ। ਤੇ ਇੱਕ ਵਕਤ ਆਇਆ 1552 ਦਾ। 1552 ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੋਤੀ ਜੋ ਸਮਾਉਣ ਤੋਂ ਪਹਿਲਾਂ ਬਾਬਾ ਅਮਰਦਾਸ, ਜਿਨ੍ਹਾਂ ਨੂੰ ਲੋਕ ਅਮਰੂ ਨਿਥਾਵਾ ਕਹਿੰਦੇ ਸੀ, ਜਿਨ੍ਹਾਂ ਨੂੰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਸਨ, ਤੇ ਉਮਰ ਪਤਾ ਕਿੰਨੀ ਹੈ? 72 ਸਾਲ ਦੀ ਉਮਰ ਹੋ ਗਈ ਹੈ ਲਗਭਗ। ਤੁਸੀਂ ਇਹ ਦੇਖੋ 70 ਸਾਲ ਤੋਂ ਉੱਪਰ ਉਮਰ ਹੈ। ਇਸ ਉਮਰ ਦੇ ਵਿੱਚ ਬੰਦਾ ਬਿਲਕੁਲ ਸਾਰਾ ਕੁਝ ਛੱਡ ਦਿੰਦਾ ਹੈ। ਇਸ ਉਮਰ ਦੇ ਵਿੱਚ ਜਾ ਕੇ ਬੰਦਾ ਦੂਸਰਿਆਂ ਤੇ ਡਿਪੈਂਡ ਹੋ ਜਾਂਦਾ ਹੈ। ਖਾਣਾ ਪੀਣਾ, ਕੱਪੜਾ ਲੀੜਾ ਪਹਿਨਣਾ ਸਭ ਪੁੱਤ ਪੋਤਰਿਆਂ ਤੇ ਡਿਪੈਂਡ ਹੋ ਜਾਂਦਾ ਹੈ। ਪਰ ਕੈਸਾ ਇਤਿਹਾਸ ਹੈ ਗੁਰੂ ਅਮਰਦਾਸ ਜੀ ਦਾ। 70 ਸਾਲ ਤੋਂ ਉਮਰ ਵੱਧ ਹੈ, ਔਰ ਗੁਰੂ ਨਾਨਕ ਦੇਵ ਜੀ 70 ਸਾਲ ਦੀ ਉਮਰ ਦੇ ਵਿੱਚ ਜੋਤੀ ਜੋ ਸਮਾ ਗਏ ਸਨ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਉਮਰ ਦੇਖੋ 72 ਸਾਲ ਦੀ ਉਮਰ ਦੇ ਵਿੱਚ ਜਾ ਕੇ ਕਿੱਡੀ ਵੱਡੀ ਜਿਹੜੀ ਹੈ ਰਹਿਮਤ ਦੇ ਪਾਤਰ ਬਣਦੇ ਨੇ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ 1552 ਦੇ ਵਿੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਤੇ ਸ਼ਸ਼ੋਭਿਤ ਕੀਤਾ। ਗੁਰੂ ਨਾਨਕ ਦੇ ਦਰ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਬਾ ਅਮਰਦਾਸ ਨੂੰ ਸੌਂਪੀਆਂ। ਇੱਥੇ ਜਾ ਕੇ ਮਨੁੱਖ ਨਾ ਆਮ ਤੌਰ ਤੇ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਜਾਂਦਾ, ਬਈ ਚਲੋ ਜੀ ਸਾਰੀਆਂ ਜ਼ਿੰਮੇਵਾਰੀਆਂ ਮੁੱਕ ਗਈਆਂ, ਹੁਣ ਆਪਾਂ ਕੁਝ ਨਹੀਂ ਕਰਨਾ। ਪਰ ਇੱਥੇ ਵੱਡੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ, ਔਰ ਇਹ ਜਿਹੜੀ ਗੁਰੂ ਨਾਨਕ ਦੀ ਗੱਦੀ ਦਾ ਜਿਹੜਾ ਸੇਵਾ ਨਾ, ਇਹ ਕੋਈ ਐਸ਼ੋ ਆਰਾਮ ਦੀ ਗੱਦੀ ਨਹੀਂ ਸੀ। ਇਹ ਜਿਵੇਂ ਅੱਜ ਗੱਦੀਆਂ ਬਣੀਆਂ ਨੇ ਮਾਫੀ ਦੇਣੀ, ਇਹ ਉੱਦਾਂ ਦੀ ਗੱਦੀ ਨਹੀਂ ਸੀਗੀ। ਇਸ ਗੱਦੀ ਦੀਆਂ ਕੁਝ ਖਾਸ ਜ਼ਿੰਮੇਵਾਰੀਆਂ ਸੀ, ਇਸ ਗੱਦੀ ਦੇ ਕੁਝ ਖਾਸ ਫਰਜ਼ ਸੀਗੇ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਤਾ ਗੱਦੀ ਦੇਣ ਵੇਲੇ ਪਹਿਲਾਂ ਪਰਖ ਕੀਤੀ। ਸ਼੍ਰੀ ਚੰਦ ਲਖਮੀ ਦਾਸ ਉਹਨਾਂ ਨੂੰ ਜੋਗ ਨਹੀਂ ਲੱਗੇ।
ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ। ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਪਰਖਿਆ, ਜੋਗ ਨਹੀਂ ਲੱਗੇ। ਉਹਨਾਂ ਨੇ ਬਾਬਾ ਅਮਰਦਾਸ ਦੇ ਵਿੱਚੋਂ ਯੋਗਤਾ ਵੇਖੀ। ਤਖਤ ਬਾਹੈ ਤਖਤੇ ਕੀ ਲਾਇਕ ਸੀਗੇ, ਇਹ ਯੋਗ ਸੀ। ਤੇ ਦੇਖੋ 72 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣਦੇ ਨੇ। ਔਰ ਮਹਾਰਾਜ ਨੇ ਮਾਣ ਸਨਮਾਨ ਕਿੰਨਾ ਦਿੱਤਾ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਿਰਿਆਂ ਦੀ ਧਿਰ। ਕਿੱਡੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੇ ਹੋਈਆਂ। ਗੁਰਤਾ ਗੱਦੀ ਤੇ ਸੁਸ਼ੋਭਿਤ ਹੋ ਕੇ ਗੁਰੂ ਕੀ ਸੰਗਤ, ਜਿਹੜੇ ਕੰਮ ਗੁਰੂ ਅਮਰਦਾਸ ਨੇ ਕੀਤੇ ਨੇ, ਜਿਹੜੇ ਪਰਉਪਕਾਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕੀਤੇ ਨੇ, ਜਿਹੜਾ ਇਤਿਹਾਸ ਗੁਰੂ ਅਮਰਦਾਸ ਜੀ ਨੇ ਰਚਿਆ, ਔਰ ਜਿਹੜੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਤ ਦੇ ਉੱਪਰ ਰਹਿਮਤਾਂ ਵਰਤਾਈਆਂ ਨਾ, ਔਰ ਉਹਨਾਂ ਨੂੰ ਬਾਚਦਿਆਂ ਜ਼ਿੰਦਗੀਆਂ ਲੰਘ ਜਾਣਗੀਆਂ, ਜਨਮ ਲੰਘ ਜਾਣਗੇ, ਉਹ ਬਿਆਨ ਨਹੀਂ ਹੋ ਸਕਦੇ। ਬਿਲਕੁਲ ਕਹਿ ਸਕਦੇ ਆ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿੰਦਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿਹੜੇ ਪਰਉਪਕਾਰ ਕੀਤੇ ਨੇ, ਅੰਤ ਤਾਂ ਕੋਈ ਨਹੀਂ ਹੈ। ਜਿਵੇਂ ਪੱਟਾ ਨੇ ਆਖਿਆ ਨਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨੇ ਆਵੇ। ਤੇਰੀ ਉਪਮਾ ਕਿਹਦੇ ਨਾਲ ਕਰੀਏ? ਤੇਰੇ ਜੈਸਾ ਕੋਈ ਹੋਏ ਤਾਂ ਤੇਰੀ ਉਪਮਾ ਕਰੀਏ, ਤੇਰੇ ਵਰਗਾ ਕੋਈ ਹੋਵੇ ਤੇ ਉਹਦੇ ਨਾਲ ਤੇਰੀ ਤੁਲਨਾ ਕਰੀਏ। ਤੇਰੇ ਵਰਗਾ ਤੂੰ ਹੀ ਹੈ, ਬਸ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਸੱਚਮੁੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ। 1552 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਪ੍ਰਾਪਤ ਕਰਕੇ ਉਹਨਾਂ ਨੇ ਫਿਰ ਜਿਹੜੇ ਵੱਡੇ ਕੰਮ ਕੀਤੇ ਨੇ। ਮੈਂ ਇੱਕ ਵਾਰ ਫਿਰ ਬੇਨਤੀ ਕਰਦੇ ਆ, ਮੈਂ ਬੜਾ ਹੈਰਾਨ ਹੁੰਨਾ ਬਈ ਇੱਥੇ ਜਾ ਕੇ ਮਨੁੱਖ ਕਈ ਵਾਰੀ ਹਥਿਆਰ ਸੁੱਟ ਦਿੰਦਾ, ਕਈ ਵਾਰੀ ਮਨੁੱਖ ਜਮੇ ਠੰਡਾ ਪੈ ਜਾਂਦਾ ਬਈ ਚਲੋ ਜੀ ਹੁਣ ਤਾਂ ਬਸ ਅਖੀਰੀ ਸਮਾਂ ਆ ਗਿਆ, ਹੁਣ ਆਪਾਂ ਨੇ ਕੀ ਕਰਨਾ ਹੈ। ਪਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ, ਯਾਦ ਰੱਖਿਓ, ਸਿੱਖੀ ਦੀ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ, ਗੁਰੂ ਨਾਨਕ ਸਾਹਿਬ ਦਾ ਮਿਸ਼ਨ ਦੁਨੀਆ ਦੇ ਵਿੱਚ ਲਿਜਾਣ, ਦੂਰ ਦੂਰ ਤੱਕ ਉਹਦਾ ਫੈਲਾਅ ਹੋਵੇ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿੱਡਾ ਵੱਡਾ ਫੈਸਲਾ ਲਿਆ, ਹੈਰਾਨਗੀ ਹੁੰਦੀ ਹੈ। ਔਰ ਕਿੱਡੀ ਦੂਰ ਅੰਦੇਸ਼ੀ ਮਹਾਰਾਜ ਦੀ, ਕਿੱਡੇ ਵੱਡੇ ਮਹਾਰਾਜ ਬਿਉਂਤ ਬੰਦੀ ਕਰਨ ਵਾਲੇ ਨੇ, ਬਿਉਂਤ ਘਾੜੇ ਨੇ। ਅੱਜ ਦੇਖੋ ਅਸੀਂ ਵੱਡੀਆਂ ਸੰਸਥਾਵਾਂ ਸੇਵਾ ਨਿਭਾ ਰਹੇ ਹਾਂ, ਆ ਸਾਰਾ ਹੀ ਪ੍ਰਚਾਰ ਜਿੱਦਾਂ ਹੈ, ਤੇ ਸਾਡੇ ਤੋਂ ਕੱਲਾ ਪੰਜਾਬ ਨਹੀਂ ਕਵਰ ਹੋ ਰਿਹਾ, ਮਾਫੀ ਦੇਣੀ, ਸਾਡੇ ਤੋਂ ਪੰਜਾਬ ਨਹੀਂ ਕਵਰ ਹੋ ਰਿਹਾ। ਹਾਲਾਂਕਿ ਕਰੋੜਾਂ ਰੁਪਈਆਂ ਦੇ ਸਾਡੇ ਬਜਟ ਨੇ, ਬਹੁਤ ਵੱਡੀਆਂ ਸ਼ਕਤੀਆਂ ਸਾਨੂੰ ਮਹਾਰਾਜ ਨੇ ਦਿੱਤੀਆਂ ਨੇ, ਬੜੇ ਸਾਧਨ ਨੇ ਸਾਡੇ ਕੋਲੇ, ਬੜਾ ਕੁਝ ਹੈ। ਪਰ ਪੰਜਾਬ ਦੇ ਵਿੱਚ ਵੀ ਕੋਈ ਯੂਪੀ ਵਾਲੇ ਪਾਸਿਓਂ ਆ ਕੇ ਦੇ ਤਾਰੀ, ਕੋਈ ਬਿਹਾਰ ਵਾਲੇ ਪਾਸਿਓਂ, ਆ ਨੂਰ ਮਹਿਲੀਏ, ਆ ਆਸ਼ੂਤੋਸ਼ੀਏ, ਇਹ ਕਿੰਨੇ ਹੀ ਜਿਹੜੇ ਨੇ ਇਹ ਖੌਤੀ ਗੁਰੂ ਬਣੇ ਬੈਠੇ ਨੇ। ਇਹਨਾਂ ਨੇ ਸਿੱਖੀ ਨੂੰ ਘੁਣ ਵਾਂਗ ਚੁੱਪੜ ਗਏ ਨੇ ਇਹ, ਔਰ ਸਤਿਆਨਾਸ਼ ਹੋਈ ਜਾ ਰਿਹਾ। ਸਾਡੇ ਪੰਜਾਬ ਦੇ ਜਿਹੜੇ ਨੇ ਨੌਜਵਾਨ ਪਤਿਤ ਹੋਈ ਜਾ ਰਹੇ ਨੇ। ਇੱਥੇ ਦੇਹਧਾਰੀ ਗੁਰੂ ਡੰਮ ਦਾ ਜ਼ੋਰ, ਡੇਰਾਬਾਦ, ਕਿੰਨਾ ਕੁਝ ਹੈ। ਤੇ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ। ਸਾਡੇ ਤੋਂ ਛੋਟਾ ਜਿਹਾ ਪੰਜਾਬ ਹੈ, ਇਹ ਛੋਟਾ ਜਿਹਾ ਸੂਬਾ ਹੈਗਾ, ਇਹ ਨਹੀਂ ਕਬਰ ਹੋ ਰਿਹਾ। ਮੈਂ ਤਾਂ ਹੈਰਾਨ ਹੁੰਨਾ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਪ੍ਰਬੰਧ ਦੇਖੋ ਕੈਸਾ ਕੀਤਾ। ਮੰਜੀ ਪ੍ਰਥਾ ਸ਼ੁਰੂ ਕੀਤੀ ਮਹਾਰਾਜ ਨੇ, 22 ਮੰਜੀਆਂ ਪੂਰੇ ਹਿੰਦੁਸਤਾਨ ਨੂੰ ਕਵਰ ਕਰ ਰਹੇ ਨੇ ਮਹਾਰਾਜ, ਕੱਲਾ ਪੰਜਾਬ ਨਹੀਂ। ਮਹਾਰਾਜ ਨੇ 22 ਜਿਹੜੇ ਮੰਜੀਦਾਰ ਥਾਪੇ, ਉਹਨਾਂ ਨੂੰ ਕਿੱਥੋਂ ਕਿੱਥੋਂ ਤੱਕ ਭੇਜਿਆ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਬੀਜ ਬੋਇਆ ਸੀ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਬੂਟਾ ਲਾਇਆ ਸੀ, ਜਿੱਥੇ ਜਿੱਥੇ ਸਿੱਖੀ ਪ੍ਰਫੁੱਲਤ ਹੋ ਰਹੀ ਸੀ, ਔਰ ਬੂਟਾ ਤੇ ਲਾਤਾ, ਬੀਜ ਤੇ ਬੋਤਾ, ਪਰ ਉਹਦੀ ਸੇਵਾ ਸੰਭਾਲ, ਉਹਦੇ ਬਾਰੇ ਧਿਆਨ ਰੱਖਣਾ, ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਸੋਚਿਆ ਬਈ ਉੱਥੇ ਪ੍ਰਚਾਰਕ ਭੇਜੀਏ। ਉਹ 22 ਮੰਜੀਦਾਰ ਮਹਾਰਾਜ ਨੇ ਥਾਪੇ, ਤੇ 22 ਮੰਜੀਦਾਰ ਜਿਹੜੇ ਸੀ ਉਹਨਾਂ ਨੂੰ ਪ੍ਰਚਾਰ ਕਰਨ ਲਈ ਭੇਜਿਆ। ਮੰਜੀ ਤੇ ਬੈਠ ਕੇ ਉਪਦੇਸ਼ ਦਿੰਦੇ ਸਨ। ਬੜਾ ਵੱਡਾ ਏਰੀਆ ਉਹਨਾਂ ਨੇ ਕਵਰ ਕੀਤਾ। ਇੱਥੇ ਹੀ ਬਸ ਨਹੀਂ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਬੌਲੀ ਜਿਹੜੀ ਹੈ ਉਹ ਬਣਵਾਈ। ਦੇਖੋ ਬੌਲੀ ਬਣਵਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ। ਔਰ ਬੌਲੀ ਪਾਣੀ ਦੀ ਕਿੱਲਤ ਨੂੰ ਮਹਿਸੂਸ ਕਰਦਿਆਂ ਹੋਇਆਂ, ਔਰ ਕੱਲੀ ਪਾਣੀ ਦੀ ਕਿੱਲਤ ਦੂਰ ਨਹੀਂ ਕੀਤੀ, ਪਾਣੀ ਦੀ ਘਾਟ ਦੂਰ ਨਹੀਂ ਕੀਤੀ। ਜਿਹੜੇ ਜ਼ਾਤ ਪਾਤ ਦੇ ਬਖਰੇਵੇਂ ਸੀ, ਊਚ ਨੀਚ ਦੀਆਂ ਜਾਤਾਂ ਦੇ ਝਗੜੇ ਸੀ, ਔਰ ਐਸਾ ਸਮਾਂ ਸੀ ਟੋਬਿਆਂ ਤੋਂ ਕੁੱਤੇ ਵੇਲੇ ਪਾਣੀ ਭਰ ਸਕਦੇ ਸਨ, ਪਰ ਉੱਥੋਂ ਸ਼ੂਦਰ ਨਹੀਂ ਸੀ ਪਾਣੀ ਪੀ ਸਕਦਾ। ਔਰ ਉੱਥੇ ਸ਼ੂਦਰ ਤੇ ਜਾਣ ਤੇ ਪਾਬੰਦੀਆਂ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖੋ ਇੱਕ ਤੀਰ ਦੇ ਨਾਲ ਦੋ ਸ਼ਿਕਾਰ ਕੀਤੇ, ਦੋ ਕੰਮ। ਨਾਲੇ ਤੇ ਪਾਣੀ ਦੀ ਕਿੱਲਤ ਨੂੰ ਮਹਿਸੂਸ ਕਰਦੇ ਆ, ਪਾਣੀ ਦੀ ਘਾਟ ਨੂੰ ਪੂਰੀ ਕਰ ਲਿਆ, ਤੇ ਨਾਲੇ ਮਹਾਰਾਜ ਨੇ ਮਨੁੱਖ ਨੂੰ ਆਵਾਗਾਉਣ ਚੋਂ ਕੱਢਣ ਲਈ ਉਹ 84 ਪੌੜੀਆਂ ਵਾਲੀ ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕੋ ਥਾਂ ਤੋਂ ਔਰ ਆਖਿਆ ਵੀ ਇੱਥੋਂ ਤੁਸੀਂ ਇਕੱਠੇ ਜਲ ਪੀ ਸਕਦੇ ਹੋ ਔਰ ਇੱਥੇ ਇਕੱਠੇ ਇਸ਼ਨਾਨ ਕਰ ਸਕਦੇ ਹੋ। ਤੇ ਮਹਾਰਾਜ ਦੇ ਉਪਦੇਸ਼ਾਂ ਤੇ ਚੱਲ ਕੇ ਜਪਜੀ ਸਾਹਿਬ ਦੇ ਪਾਠ ਕਰਕੇ ਬਾਣੀ ਦੇ ਨਾਲ ਜੁੜ ਕੇ ਤੁਸੀਂ ਲੋਕ ਪਰਲੋਕ ਵੀ ਆਪਣਾ ਸਫਲਾ ਕਰ ਸਕਦੇ ਹੋ। ਮਹਾਰਾਜ ਨੇ ਇਹ ਵੱਡੇ ਪਰਉਪਕਾਰ ਕੀਤੇ, ਨਗਰ ਵਸਾਏ। ਸਭ ਤੋਂ ਵੱਡੀ ਗੱਲ ਗੁਰੂ ਕੀ ਸੰਗਤ 17 ਸਾਲਾਂ ਤੋਂ ਬਾਅਦ ਨਾ ਆਪਾਂ ਕਹਿੰਦੇ ਆ ਵੀ ਬੰਦਾ ਜਮੇ ਹੀ ਯਾਦਦਾਸ਼ਤੀ ਜਾਂਦੀ ਰਹਿੰਦੀ ਹੈ, ਯਾਦ ਸ਼ਕਤੀ ਖਤਮ ਹੋ ਜਾਂਦੀ ਹੈ ਔਰ ਅਸੀਂ ਤੇ ਛੇਤੀ ਭੁੱਲਣ ਲੱਗ ਜਾਂਦੇ ਹਾਂ, ਯਾਦ ਹੀ ਨਹੀਂ ਰਹਿੰਦਾ ਕੁਝ। 50 ਤੋਂ ਬਾਅਦ ਜਾ ਕੇ ਤਾਂ ਬੱਚਿਆਂ ਦੇ ਨਾਮ ਨਹੀਂ ਯਾਦ ਰਹਿੰਦੇ, ਰਿਸ਼ਤੇਦਾਰਾਂ ਦੇ ਨਾਮ ਭੁੱਲ ਜਾਂਦੇ ਨੇ, ਪੁਰਾਣੀਆਂ ਗੱਲਾਂ ਨਹੀਂ ਯਾਦ ਰਹਿੰਦੀਆਂ ਔਰ ਕੁਝ ਵੀ ਚੇਤੇ ਨਹੀਂ ਰਹਿੰਦਾ। ਆ ਤੁਸੀਂ ਵੇਖ ਲਓ, ਕਿਸੇ ਨੂੰ ਕਹਿ ਲਓ ਜਪਜੀ ਸਾਹਿਬ ਦਾ ਪਾਠ, ਤੇ ਇਹ ਵੀ ਇੱਕ ਵਕਤ ਹੈ। ਪਰ ਜਦੋਂ ਗੁਰੂ ਅਮਰਦਾਸ ਦਾ ਜੀਵਨ ਪੜ੍ਹਦੇ ਆ, 72 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਸ਼ਸ਼ੋਭਤ ਹੁੰਦੇ ਨੇ। ਮਹਾਰਾਜ ਨੇ ਫਿਰ ਦੇਖੋ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਮਹਾਰਾਜ ਨੇ 900 ਤੋਂ ਉੱਪਰ ਉਹਨਾਂ ਦੇ ਸ਼ਬਦ ਨੇ, 17 ਰਾਗਾਂ ਦੇ ਵਿੱਚ ਬਾਣੀ ਹੈ ਮਹਾਰਾਜ ਦੀ। ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਸ਼ਸ਼ੋਭਤ ਹੋ ਕੇ ਜਿਹੜੇ ਵੱਡੇ ਕਾਰਜ ਕੀਤੇ, 22 ਮੰਜੀਆਂ ਔਰ ਬੌਲੀ ਸਾਹਿਬ ਦੀ ਸਿਰਜਣਾ, ਨਗਰਾਂ ਦੀ ਉਸਾਰੀ, ਬਾਣੀ ਦੀ ਰਚਨਾ। ਫਿਰ ਹੋਰ ਦੇਖੋ, ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਸਤੀ ਪ੍ਰਥਾ ਸੀ, ਇੱਕ ਸਮਾਜ ਦੇ ਮੱਥੇ ਤੇ ਕਲੰਕ ਸੀਗਾ। ਜਦੋਂ ਕਿਸੇ ਖਾਸ ਕਰਕੇ ਬੀਬੀਆਂ ਧਿਆਨ ਦੇਣ, ਮੇਰੀਆਂ ਭੈਣਾਂ ਵੱਡੀ ਗਿਣਤੀ 'ਚ ਬੈਠੀਆਂ ਨੇ, ਮਾਤਾਵਾਂ ਬੈਠੀਆਂ ਨੇ, ਮੈਂ ਤੁਹਾਨੂੰ ਸੰਬੋਧਨ ਹੋ ਕੇ ਵਿਸ਼ੇਸ਼ ਤੌਰ ਤੇ ਬੇਨਤੀ ਕਰਨੀ ਚਾਹੁੰਦਾ ਬਈ ਅੱਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦੇ ਅਨੰਨ ਸੇਵਕ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਲੇ ਮਹਾਪੁਰਸ਼ ਬਾਬਾ ਸੱਚਨ ਸੱਚ ਨੂੰ ਆਪਾਂ ਯਾਦ ਕਰ ਰਹੇ ਹਾਂ। ਥੋੜਾ ਜਿਹਾ ਧਿਆਨ ਦਿਓ ਔਰ ਦੇਖੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਹੜਾ ਕਾਰਜ ਕੀਤਾ ਸੀ ਵੱਡਾ। ਜਦੋਂ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਸੀ ਨਾ, ਭਾਵੇਂ ਵਿਆਹ ਨੂੰ ਹਾਲੇ ਹਫਤਾ ਨਹੀਂ ਹੋਇਆ, ਭਾਵੇਂ ਨਵਾਂ ਬਿਲਕੁਲ ਵਿਆਹ ਹੋਇਆ, ਪਰ ਜਿਸ ਵੀ ਔਰਤ ਦਾ ਪਤੀ ਚੜ੍ਹਾਈ ਕਰਦਾ ਹੁੰਦਾ ਸੀ, ਉਹਦੀ ਚਿਖਾ ਦੇ ਵਿੱਚ ਉਹਦੀ ਪਤਨੀ ਨੂੰ ਨਾਲ ਹੀ ਬਿਠਾ ਕੇ ਸਾੜ ਦਿੱਤਾ ਜਾਂਦਾ ਸੀ। ਬਕਾਇਦਾ ਮੰਤਰ ਪੜ੍ਹੇ ਜਾਂਦੇ ਸਨ, ਢੋਲ ਵਜਾਏ ਜਾਂਦੇ ਸਨ। ਇਸਤਰੀ ਦੇ ਉੱਪਰ ਜ਼ੁਲਮ ਹੋ ਰਿਹਾ ਸੀ, ਇਹ ਬਹੁਤ ਵੱਡਾ ਧੱਕਾ ਸੀ, ਬੇਇਨਸਾਫੀ ਸੀ, ਸਮਾਜ ਦੇ ਮੱਥੇ ਤੇ ਕਲੰਕ ਸੀ। ਧੰਨ ਗੁਰੂ ਅਮਰਦਾਸ ਤੋਂ ਬਲਿਹਾਰੇ ਜਾਈਏ, ਕੁਰਬਾਨ ਜਾਈਏ ਉਹਨਾਂ ਤੋਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਵੇਖਿਆ ਜਿੰਨਾ ਚਿਰ ਔਰਤਾਂ ਨੂੰ ਇਦਾਂ ਸਤੀ ਕਰਦੇ ਰਹਿਣਗੇ, ਇਹ ਸਤੀ ਪ੍ਰਥਾ ਬੰਦ ਨਹੀਂ ਹੋਵੇਗੀ ਤੇ ਸਮਾਜ ਤਰੱਕੀ ਨਹੀਂ ਕਰ ਸਕਦਾ। ਕਿਉਂਕਿ ਇਹ ਗੁਰੂ ਨਾਨਕ ਦਾ ਘਰ ਰਹੀ ਹੈ। ਇੱਥੇ ਗੁਰੂ ਸਾਹਿਬ ਨੇ ਪਹਿਲੇ ਜਾਮੇ ਦੇ ਵਿੱਚ ਆਵਾਜ਼ ਮਾਰੀ ਸੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਦੂਸਰੇ ਪਾਤਸ਼ਾਹ ਨੇ ਬੀਬੀ ਖੀਵੀ ਨੂੰ ਕਿੰਨਾ ਮਾਣ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਦੀ ਬਾਣੀ ਦੇ ਜ਼ਿਕਰ ਆਉਂਦੇ ਨੇ, ਉਹਨਾਂ ਨੂੰ ਲੰਗਰਾਂ ਦੀ ਸੇਵਾ। ਤੀਸਰੇ ਪਾਤਸ਼ਾਹ ਨੇ ਜਿਹੜੇ ਕਾਰਜ ਕੀਤੇ, ਉਹਨਾਂ ਨੇ ਬਾਦਸ਼ਾਹ ਅਕਬਰ ਨੂੰ ਸਪੈਸ਼ਲ ਮਿਲ ਕੇ, ਜੇ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਬਾਬਰ ਨੂੰ ਮਿਲਦੇ ਨੇ, ਜੇ ਗੁਰੂ ਅੰਗਦ ਸਾਹਿਬ ਹਮਾਊ ਨੂੰ ਮਿਲਦੇ ਨੇ, ਗੁਰੂ ਅਮਰਦਾਸ ਸਾਹਿਬ ਮਹਾਰਾਜ ਅਕਬਰ ਨੂੰ ਮਿਲ ਕੇ ਨਾ, ਉਹਨਾਂ ਨੇ ਅਕਬਰ ਨੂੰ ਔਰ ਸਤੀ ਪ੍ਰਥਾ ਤੋਂ ਜਾਣੂ ਕਰਵਾ ਕੇ ਔਰ ਉਹ ਸਾਰਾ ਕੁਝ ਦੱਸ ਕੇ ਨਾ ਉਹਨੂੰ ਮਹਾਰਾਜ ਨੇ ਇਹ ਤੇ ਪਾਬੰਦੀ ਲਗਵਾਈ ਸੀ। ਇਹ ਬਹੁਤ ਵੱਡਾ ਪਰਉਪਕਾਰ ਹੈ ਔਰਤ ਜਾਤੀ ਦੇ ਉੱਪਰ, ਇਸਤਰੀ ਜਾਤੀ ਦੇ ਉੱਪਰ। ਐਡੇ ਵੱਡੇ ਪਰਉਪਕਾਰ ਉਹਨਾਂ ਦਾ ਦੇਣ ਆਪਾਂ ਕਿਵੇਂ ਦੇਵਾਂਗੇ। ਮਹਾਰਾਜ ਨੇ ਸਤੀ ਪ੍ਰਥਾ ਤੇ ਜਿਹੜਾ ਸੀ ਬੈਨ ਲਗਵਾਇਆ, ਪਾਬੰਦੀ ਲਗਵਾਈ ਕਾਨੂੰਨੀ ਤੌਰ ਤੇ ਅਕਬਰ ਨੂੰ ਕਹਿ ਕੇ। ਇੱਥੇ ਹੀ ਬਸ ਨਹੀਂ, ਫਿਰ ਮਹਾਰਾਜ ਨੇ ਵੇਖਿਆ ਵੀ ਦੇਖੋ ਗੁਰੂ ਨਾਨਕ ਦੇ ਘਰ ਦੇ ਵਿੱਚ ਬੱਚੇ ਬੱਚੀਆਂ ਬਰਾਬਰ ਨੇ, ਇੱਥੇ ਲੜਕੇ ਤੇ ਲੜਕੀ ਦਾ ਮਾਨ ਸਨਮਾਨ ਬਰਾਬਰ ਹੈ। ਵੱਖਰੀ ਗੱਲ ਹੈ ਕਿਸੇ ਮਤ ਦੇ ਵਿੱਚ ਔਰਤ ਨੂੰ ਨਰਕ ਦਾ ਦਵਾਰ ਕਿਹਾ ਗਿਆ, ਬੜੇ ਕੁਝ ਇਸ ਤਰ੍ਹਾਂ ਦੇ ਕਹੇ ਗਏ ਨੇ, ਪਰ ਗੁਰੂ ਨਾਨਕ ਨੇ ਜਿੰਨਾ ਪਿਆਰ ਔਰਤ ਜਾਤੀ ਨੂੰ ਦਿੱਤਾ, ਜਿੰਨਾ ਸਤਿਕਾਰ ਗੁਰੂ ਨਾਨਕ ਦੇ ਘਰ ਨੇ ਦਿੱਤਾ, ਅੱਜ ਤੱਕ ਕਿਸੇ ਧਰਮ ਨੇ ਨਾ ਕਿਸੇ ਧਰਮ ਗੁਰੂ ਨੇ ਦਿੱਤਾ ਮਾਫੀ ਦੇਣੀ। ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਜੇ ਔਰਤਾਂ ਨੂੰ ਪਰਦੇ ਦੇ ਵਿੱਚ ਰੱਖਿਆ ਜਾਏਗਾ, ਪਰਦੇ ਦੇ ਵਿੱਚ ਇਹ ਰੱਖਣ ਵਾਲੀ ਚੀਜ਼ ਨਹੀਂ ਹੈ। ਔਰਤ ਮਨੁੱਖ ਦਾ ਸਾਥ ਦੇਵੇ, ਮੋਢੇ ਨਾਲ ਮੋਢਾ ਜੋੜ ਕੇ ਚੱਲੇ ਔਰ ਅਰਧਾਂਗਣੀ ਬਣੇ, ਤੇ ਇਹ ਤਰੱਕੀ ਸਮਾਜ ਤਾਂ ਕਰੇਗਾ ਔਰ ਤਾਂ ਜਾ ਕੇ ਕੌਮਾਂ ਤਿਆਰ ਕਰਨਗੀਆਂ। ਘੁੰਡ ਦੀ ਜਿਹੜੀ ਰਸਮ ਸੀਗੀ,
ਔਰਤਾਂ ਨੂੰ ਪਰਦੇ 'ਚ ਘੁੰਡ 'ਚ ਰੱਖਿਆ ਜਾਂਦਾ ਸੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਕਾਇਦਾ ਹੁਕਮ ਕਰਤਾ ਸੀ ਵੀ ਸਿੱਖ ਬੀਬੀਆਂ ਘੁੰਡ ਨਾ ਕੱਢਣ। ਅੱਜ ਤੱਕ ਮਰਿਆਦਾ ਵਿਧਾਨ ਹੈ ਇਹ। ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਬੀਬੀ ਘੁੰਡ ਕੱਢ ਕੇ ਨਹੀਂ ਆਉਂਦੀ ਤੇ ਨਾ ਆਉਣ ਦੀ ਮਰਿਆਦਾ। ਚਲੋ ਘਰਾਂ ਦੇ ਵਿੱਚ ਜਿੱਦਾਂ ਦਾ ਹੈ ਉਹ ਇੱਕ ਵੱਖਰੀ ਗੱਲ ਹੈਗੀ ਹੈ, ਪਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਹੁਕਮ ਕੀਤਾ ਸੀ ਬਈ ਕੋਈ ਬੀਬੀ ਘੁੰਡ ਕੱਢ ਕੇ ਨਾ ਆਵੇ, ਪਰਦਾ ਨਾ ਕਰੇ, ਸਗੋਂ ਉਹਦੀਆਂ ਅੱਖਾਂ ਦੇ ਵਿੱਚ ਸ਼ਰਮ ਹੋਵੇ। ਦੇਖੋ ਘੁੰਡ ਕੱਢਣ ਦੇ ਨਾਲੋਂ ਸ਼ਰਮ ਹੋਣੀ ਵੱਖਰੀ ਚੀਜ਼ ਹੈ। ਔਰ ਇਹ ਸਾਰੇ ਇਸ਼ਾਰੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਵੱਡੇ ਪਰਉਪਕਾਰ ਕੀਤੇ। ਥੋੜਾ ਜਿਹਾ ਸੰਕੋਚ ਮੈਂ ਸ਼ਬਦਾਂ 'ਚ ਕਵਾਂ ਕਿਉਂਕਿ ਬੜੇ ਪਰਉਪਕਾਰ ਨੇ ਮਹਾਰਾਜ ਦੇ। ਇੱਕ ਵਕਤ ਆਇਆ ਜਦੋਂ ਕੁਝ ਗੁਰੂ ਕੇ ਸਿੱਖਾਂ ਨੇ ਮਹਾਰਾਜ ਨੂੰ ਇਕੱਤਰ ਹੋ ਕੇ ਬੇਨਤੀ ਕੀਤੀ। ਆਪਾਂ ਬਾਬਾ ਸੱਚਨ ਸੱਚ ਜੀ ਨੂੰ ਸਮਰਪਿਤ ਇਕੱਠੇ ਹੋ ਕੇ ਬੈਠੇ ਆ, ਉਹਨਾਂ ਦੇ ਸੰਬੰਧ ਵਿੱਚ ਮੈਂ ਕੁਝ ਕੁ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇੱਕ ਵਕਤ ਆਇਆ ਭਾਈ ਬੱਲੋ ਜੀ ਦਾ ਜ਼ਿਕਰ ਆਉਂਦਾ ਔਰ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ। ਕੁਝ ਸਿੱਖਾਂ ਨੇ ਇਕੱਠੇ ਹੋ ਕੇ ਮੁਕੀਏ ਸਿੱਖਾਂ ਨੇ, ਮਹਾਰਾਜ ਸੰਗਤ ਦੂਰੋਂ ਦਰੇਡਿਓਂ ਆਉਂਦੀ ਹੈ, ਦਰਸ਼ਨ ਦਿਦਾਰੇ ਕਰਨ ਆਉਂਦੀ ਹੈ, ਕਿਉਂਕਿ ਮੈਂ ਬੇਨਤੀ ਕੀਤੀ ਹੈ ਵੀ 22 ਮੰਜੀਆਂ ਜਦੋਂ ਥਾਪਤੀਆਂ ਨਾ ਪ੍ਰਚਾਰਕ ਥਾਪ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਔਰ ਗੁਰੂ ਘਰ ਨਾਲ ਜੁੜੀਆਂ। ਬਹੁਤ ਵੱਡਾ ਫਰਕ ਹੋਇਆ, ਸੰਗਤਾਂ ਦੀ ਆਮਦ ਵਧੀ, ਪ੍ਰਚਾਰ ਪ੍ਰਸਾਰ ਹੋਇਆ ਜਦੋਂ ਔਰ ਵੱਡੀ ਗਿਣਤੀ ਦੇ ਵਿੱਚ ਆਉਣ ਲੱਗੀਆਂ। ਸੁਭਾਵਿਕ ਸੀ ਵੀ ਜਦੋਂ ਸੰਗਤਾਂ ਦੀ ਗਿਣਤੀ ਵਧੇਗੀ ਤੇ ਫਿਰ ਉਹਨਾਂ ਦਾ ਪ੍ਰਬੰਧ ਵੀ ਕਰਨਾ ਵੱਡਾ ਹੋਏਗਾ। ਅੱਜ ਜਿਵੇਂ ਹੁਣ ਇੱਥੇ ਸੰਗਤਾਂ ਦੀ ਆਮਦ ਦਿਨ ਪ੍ਰਤੀ ਦਿਨ ਵੱਧ ਰਹੀ ਹੈ, ਮੈਂ ਕਈ ਸਾਲ ਪਹਿਲਾਂ ਆਇਆ ਸੀ, ਉਹਦੇ ਨਾਲੋਂ ਕਾਫੀ ਵੱਡਾ ਪ੍ਰਬੰਧ ਕੀਤਾ ਗਿਆ। ਬਹੁਤ ਸੋਹਣੇ ਪ੍ਰਬੰਧ ਨੇ। ਉਹ ਬਾਹਰੋਂ ਹੀ ਜਿਹੜੇ ਸੇਵਾਦਾਰ ਖੜੇ ਨੇ, ਗੱਡੀਆਂ ਦਾ ਪ੍ਰਬੰਧ, ਅੱਗੇ ਆਉਣਾ, ਸਾਰਾ ਪ੍ਰਬੰਧ ਲੰਗਰ ਦਾ ਮੈਂ ਵੇਖ ਰਿਹਾ ਸੀ। ਇਹ ਵੱਡੇ ਪ੍ਰਬੰਧ ਪ੍ਰਬੰਧਕ ਕਮੇਟੀ ਕਰ ਰਹੀ ਹੈ, ਫਰਜ਼ ਵੀ ਬਣਦਾ, ਡਿਊਟੀ ਵੀ ਬਣ ਜਾਂਦੀ ਹੈ, ਪਹਿਲ ਦੇ ਆਧਾਰ ਤੇ ਸੰਗਤਾਂ ਦਾ ਧਿਆਨ ਰੱਖਣਾ। ਸੋ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਆ ਰਹੀਆਂ ਨੇ, ਬਹੁਤ ਵੱਡੀ ਆਮਦ ਵੱਧ ਗਈ ਹੈ, ਉਹਨਾਂ ਦਾ ਪ੍ਰਬੰਧ ਵਾਸਤੇ ਹੋਰ ਕੋਈ ਉਸਾਰੀ ਕਰਵਾਈ ਜਾਏ, ਕੋਈ ਘਰ ਮਕਾਨ ਵਗੈਰਾ ਬਣਾਏ ਜਾਣ, ਕੋਈ ਇਸ ਤਰ੍ਹਾਂ ਦੇ ਸਥਾਨ। ਮਹਾਰਾਜ ਨੇ ਇਸ਼ਾਰਾ ਕੀਤਾ 5 ਸਿੱਖਾਂ ਨੂੰ ਮਹਾਰਾਜ ਨੇ ਲੱਕੜਾਂ ਲੈਣ ਲਈ ਭੇਜਿਆ, ਲੱਕੜ ਦਾ ਪ੍ਰਬੰਧ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਮਹਾਰਾਜ ਨੇ ਜਦੋਂ ਹੁਕਮ ਕੀਤਾ ਜਿਹਦੇ ਵਿੱਚ 5 ਸਿੱਖਾਂ ਦਾ ਖਾਸ ਨਾਮ ਆਉਂਦਾ ਹੈ। ਉਹਨਾਂ 5 ਦੇ ਵਿੱਚ ਜਿਹੜਾ ਸੀ ਜਿੱਥੇ ਬਾਬਾ ਸਾਵਣ ਮੱਲ ਜੀ ਔਰ 3 ਸਿੱਖ ਹੋਰ ਤੇ 5ਵੇਂ ਬਾਬਾ ਸੱਚਨ ਸੱਚ ਜੀ ਦਾ ਵੀ ਨਾਮ ਇਤਿਹਾਸਕਾਰਾਂ ਨੇ ਐਡ ਕੀਤਾ। ਕਹਿੰਦੇ ਨੇ 5 ਜਾਣੇ ਗਏ ਸਨ। ਚਲੋ ਸੁਕੇਤ ਮੰਡੀ ਦੇ ਰਾਜੇ ਦੇ ਕੋਲੇ ਗਏ ਔਰ ਸਾਰਾ ਕੁਝ ਹੋਇਆ ਤੇ ਜਿੱਥੇ ਉਹ ਲੱਕੜ ਲੈਣ ਲਈ ਗਏ ਨੇ, ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਸੇਵਾਵਾਂ ਚੱਲਣੀਆਂ ਨੇ, ਸੰਗਤ ਦਾ ਪ੍ਰਬੰਧ ਹੋਣਾ। ਇੱਥੋਂ ਥੋੜਾ ਜਿਹਾ ਹੋਰ ਧਿਆਨ ਨਾਲ ਸਰਵਣ ਕਰਿਓ, ਬਹੁਤ ਗੌਰ ਨਾਲ। ਕਹਿੰਦੇ ਨੇ ਜਿਹੜਾ ਰਾਜਾ ਸੀ ਉਹ ਔਰ ਉਹ ਹਿੰਦੂ ਰਾਜਾ ਸੀ, ਹਿੰਦੂ ਰਹੁ ਰੀਤਾਂ ਦੇ ਮੁਤਾਬਕ ਉਹਦਾ ਸਾਰਾ ਜਿਹੜਾ ਸੀ ਕਾਰ ਵਿਹਾਰ ਸੀਗਾ, ਬੜਾ ਵਰਤਾਂ ਨੂੰ ਮੰਨਣ ਵਾਲਾ ਸਾਰਾ ਕੁਝ। ਉਹਨਾਂ ਦਿਨਾਂ ਦੇ ਵਿੱਚ ਕਿਤੇ ਇਕਾਦਸ਼ੀ ਦਾ ਕੋਈ ਵਰਤ ਸੀਗਾ ਔਰ ਉਹਦੇ ਰਾਣੀਆਂ ਦੇ ਵਿੱਚੋਂ ਇੱਕੋ ਦਾ ਇਕਲੌਤਾ ਪੁੱਤਰ ਸੀ ਤੇ ਉਹਨੇ ਸਰਕਾਰੀ ਤੌਰ ਤੇ ਹੁਕਮ ਕਰਤਾ ਵੀ ਇਹ ਵਰਤ ਸਾਰਾ ਜਿੰਨੇ ਵੀ ਜਿੱਥੇ ਤੱਕ ਉਹਦਾ ਰਾਜ ਸੀਗਾ, ਸਾਰੀ ਪਬਲਿਕ, ਸਾਰੀ ਜਨਤਾ, ਸਾਰੇ ਲੋਕ ਵਰਤ ਰੱਖਣ ਤੇ ਕੋਈ ਵੀ ਆਪਣੇ ਚੁੱਲ੍ਹੇ ਦੇ ਵਿੱਚ ਅੱਗ ਨਾ ਬਾਲੇ। ਇਸ ਤਰ੍ਹਾਂ ਦਾ ਕੋਈ ਉਹਨੇ ਸਰਕਾਰੀ ਆਰਡਰ ਜਾਂ ਸਰਕਾਰੀ ਹੁਕਮ ਕਰਤਾ ਰਾਜੇ ਨੇ। ਕਹਿੰਦੇ ਨੇ ਇਹ ਗੁਰੂ ਕੇ ਸਿੱਖ ਗਏ ਹੋਏ ਨੇ। ਚਲੋ ਸਾਰਿਆਂ ਨੇ ਉਹ ਰਾਜੇ ਦੇ ਹੁਕਮ ਦੀ ਤਾਮੀਲ ਕੀਤੀ, ਹੁਕਮ ਦੀ ਪਾਲਣਾ ਕੀਤੀ ਗਈ, ਸਾਰਿਆਂ ਨੇ ਉਹਦੇ ਮੁਤਾਬਕ ਸਾਰਾ ਕੁਝ ਕੀਤਾ, ਕਿਸੇ ਨੇ ਕੋਈ ਚੁੱਲ੍ਹਾ ਤੱਕ ਨਾ ਬਾਲਿਆ। ਪਰ ਇਹਨਾਂ ਗੁਰਸਿੱਖਾਂ ਦਾ ਜ਼ਿਕਰ ਆਉਂਦਾ ਹੈ, ਇਹਨਾਂ ਨੇ ਸਾਰਾ ਕੁਝ ਕੀਤਾ ਕਿਉਂਕਿ ਗੁਰੂ ਨਾਨਕ ਦੇ ਸਿੱਖ ਨੇ, ਇਹ ਬਾਣੀ ਪੜਨ ਵਾਲੇ ਸਿੱਖ ਨੇ, ਇਹ ਕਿਸੇ ਵਰਤਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਕਿਸੇ ਕਰਮ ਕਾਂਡਾਂ ਦੇ ਵਿੱਚ। ਮਹਾਰਾਜ ਨੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਕੱਢਿਆ ਹੋਇਆ ਤੇ ਇਹ ਇੱਕ ਅਕਾਲ ਪੁਰਖ ਦੇ ਪੁਜਾਰੀ ਤੇ ਇਹਨਾਂ ਨੇ ਜਦੋਂ ਕਹਿੰਦੇ ਨੇ ਸਾਰਾ ਕੁਝ ਤਿਆਰ ਕੀਤਾ ਤੇ ਇਹ ਕਹਿੰਦੇ ਨੇ ਪਤਾ ਲੱਗਿਆ ਉਧਰੋਂ ਅਚਾਨਕ ਰਾਜੇ ਦੇ ਪੁੱਤਰ ਦੀ ਮ੍ਰਿਤੂ ਹੋ ਗਈ ਸੀ। ਕਹਿੰਦੇ ਨੇ ਵੈਸੇ ਨਾ ਇਤਿਹਾਸਕਾਰ 2 ਢੰਗ ਨਾਲ ਲਿਖਦੇ ਨੇ। ਮੈਂ ਜਿਹੜੀ ਬੇਨਤੀ ਕਰਨੀ ਚਾਹਨਾ, ਜਦੋਂ ਇਹਨਾਂ ਨੇ ਚੁੱਲ੍ਹਾ ਬਾਲਿਆ, ਅੱਗ ਬਾਲੀ, ਪ੍ਰਸ਼ਾਦਾ ਪਾਣੀ ਤਿਆਰ ਕੀਤਾ ਔਰ ਇਹਨਾਂ ਦੀ ਸ਼ਿਕਾਇਤ ਹੋਈ, ਰਾਜੇ ਨੇ ਇਹਨਾਂ ਨੂੰ ਪਕੜ ਲਿਆ, ਗ੍ਰਿਫਤਾਰ ਕਰ ਲਿਆ ਵੀ ਤੁਸੀਂ ਸਰਕਾਰੀ ਹੁਕਮਾਂ ਦੀ ਜਿਹੜੀ ਹੈ ਉਲੰਘਣਾ ਕੀਤੀ ਹੈ। ਇਹਨਾਂ ਨੂੰ ਫੜ ਕੇ ਥੋੜੀ ਜਿਹੀ ਸਜ਼ਾ ਦਾ ਜ਼ਿਕਰ ਆਉਂਦਾ। ਪਰ ਉਹਨਾਂ ਦਿਨਾਂ ਦੇ ਵਿੱਚ ਨਾਲੋਂ ਨਾਲ ਸਾਖੀਕਾਰ ਲਿਖਦੇ ਨੇ, ਇਤਿਹਾਸਕਾਰ ਕਹਿੰਦੇ ਜਿਹੜਾ ਰਾਜੇ ਦਾ ਇਕਲੌਤਾ ਪੁੱਤਰ ਸੀ ਉਹ ਚੜ੍ਹਾਈ ਕਰ ਗਿਆ, ਉਹਦੀ ਮ੍ਰਿਤੂ ਹੋ ਗਈ। ਰਾਜੇ ਨੂੰ ਬੜਾ ਇਸ ਗੱਲ ਦਾ ਦੁੱਖ, ਕਿਉਂਕਿ ਇਕਲੌਤਾ ਪੁੱਤਰ ਹੈ ਤੇ ਉਹਦਾ ਇਕਲੌਤਾ ਪੁੱਤਰ ਚੜ੍ਹਾਈ ਕਰ ਗਿਆ ਤੇ ਉਹਨੇ ਜਿਹੜਾ ਸੀ ਉਹਨੂੰ ਦੁੱਖ ਵੀ ਲੱਗਿਆ। ਉਹਨੂੰ ਕੁਝ ਸਿਆਣਿਆਂ ਨੇ
ਸਮਝਦਾਰਾਂ ਨੇ ਉਹਦੇ ਤੱਕ ਗੱਲ ਪਹੁੰਚਾਈ ਵੀ ਜਿਹੜੇ ਤੂੰ ਆ 5 ਜਣਿਆਂ ਨੂੰ ਨਾ, ਜਿਨ੍ਹਾਂ ਦਾ ਜਿਹਦੇ ਵਿੱਚ ਬਾਬਾ ਸੱਚਨ ਸਾਵਣ ਮੱਲ ਜੀ ਵਰਗੇ ਮਹਾਂਪੁਰਸ਼, ਇਹਨਾਂ ਦਾ ਜ਼ਿਕਰ ਆਇਆ ਵੀ ਤੂੰ ਇਹਨਾਂ ਨੂੰ ਸਜ਼ਾ ਦੇ ਰਿਹਾ, ਇਹਨਾਂ ਨੂੰ ਪਕੜਿਆ, ਇਹਨਾਂ ਕਰਕੇ ਆ ਸਾਰਾ ਕੁਝ। ਕਹਿੰਦੇ ਨੇ ਰਾਜਾ ਇਹਨਾਂ ਤੱਕ ਮਿਲਦਾ, ਇਹਨਾਂ ਨਾਲ ਗੱਲਬਾਤ ਕਰਦਾ, ਇਹਨਾਂ ਨਾਲ ਲੰਮੀ ਚੌੜੀ ਗੱਲਬਾਤ ਹੁੰਦੀ ਹੈ। ਇਹ ਆਪਣੇ ਬਾਰੇ ਦੱਸਦੇ ਨੇ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਸਿੱਖ ਧਰਮ ਦੇ ਵਿੱਚ ਬਿਲਕੁਲ ਐਸਾ ਬਨਾਹੀ ਹੈ, ਅਸੀਂ ਆਪਣੇ ਗੁਰੂ ਨੂੰ ਪਿਆਰ ਕਰਦੇ ਹਾਂ, ਆਪਣੇ ਗੁਰੂ ਦੇ ਬਚਨਾਂ ਤੇ ਪਹਿਰਾ ਦੇਣ ਵਾਲੇ ਹਾਂ, ਬਾਕੀ ਸਾਰੀਆਂ ਗੱਲਾਂ ਪਿਛਾਂ ਨੇ। ਚਲੋ ਉਹਨੇ ਆਖਿਆ ਵੀ ਮੈਨੂੰ ਜੇ ਕਿਤੇ ਤੁਸੀਂ ਮੇਰੇ ਪੁੱਤਰ ਨੂੰ ਜਿੰਦਾ ਕਰ ਦਿਓ। ਹਾਂ, ਇੱਕ ਬੇਨਤੀ ਹੋਰ, ਜਦੋਂ ਮਹਾਰਾਜ ਨੇ ਇਹਨਾਂ ਨੂੰ ਤੋਰਿਆ ਸੀ ਨਾ, ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਥਾਪੜਾ ਦੇ ਕੇ ਭੇਜਿਆ ਸੀ, ਸ਼ਕਤੀਆਂ ਦੇ ਕੇ ਭੇਜਿਆ ਸੀ। ਇੱਕ ਗੱਲ ਦਾ ਧਿਆਨ ਰੱਖਿਓ, ਜਦੋਂ ਵੀ ਮਹਾਰਾਜ ਕਿਤੇ ਦਾ ਸਿੱਖ ਨੂੰ ਭੇਜਦੇ ਸਨ, ਸ਼ਕਤੀਆਂ ਤੇ ਥਾਪੜਾ ਦੇ ਕੇ ਭੇਜਦੇ ਸਨ, ਪਰ ਨਾਲ ਕੁਝ ਹਦਾਇਤਾਂ ਕਰਦੇ ਸਨ। ਅੱਗੇ ਵੀ ਵਚਨ ਆਉਣਗੇ, ਮੈਂ ਬੇਨਤੀ ਕਰਾਂਗਾ। ਔਰ ਇਹਨਾਂ ਨੂੰ ਇੱਕ ਰੁਮਾਲ ਦੇ ਕੇ ਭੇਜਿਆ ਸੀ ਮਹਾਰਾਜ ਨੇ, ਰੁਮਾਲ ਕਹਿ ਲਓ, ਸ਼ਕਤੀ ਸੀ ਉਹ। ਤੇ ਜਦੋਂ ਰਾਜੇ ਦਾ ਪੁੱਤਰ ਚੜ੍ਹਾਈ ਕਰ ਗਿਆ, ਉਹਨੇ ਇਹਨਾਂ ਨੂੰ ਬੇਨਤੀ ਕੀਤੀ ਵੀ ਮੇਰੇ ਇਸ ਮ੍ਰਿਤਕ ਪੁੱਤਰ ਨੂੰ ਜਿੰਦਾ ਕਰੋ, ਇਸ ਤਰ੍ਹਾਂ ਦਾ। ਤੇ ਬਾਬਾ ਸਾਵਣ ਮੱਲ ਜੀ ਨੇ ਉਸ ਰੁਮਾਲ ਦੇ ਨਾਲ, ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਉਸ ਬਖਸ਼ਿਸ਼ ਦੇ ਨਾਲ ਜਲ ਮੰਗਵਾਇਆ, ਪਾਠ ਕੀਤਾ, ਗੁਰੂ ਸਾਹਿਬ ਦਾ ਧਿਆਨ ਧਰਿਆ, ਰੁਮਾਲ ਗਿੱਲੀ ਕੀਤੀ, ਔਰ ਉਹ ਰੁਮਾਲ ਦੇ ਨਾਲ ਕੁਝ ਬੂੰਦਾਂ ਪਾਣੀ ਦੀਆਂ ਬਾਣੀ ਪੜ੍ਹਦਿਆਂ ਉਸ ਰਾਜੇ ਦੇ ਮ੍ਰਿਤਕ ਪੁੱਤਰ ਦੇ ਮੂੰਹ ਵਿੱਚ ਪਾਈਆਂ। ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਉਹਦਾ ਪੁੱਤਰ ਜਿੰਦਾ ਹੋ ਗਿਆ, ਬੈਠਾ ਹੋ ਗਿਆ, ਔਰ ਰਾਜਾ ਖੁਸ਼ ਹੋਇਆ। ਰਾਜੇ ਨੇ ਪਛਤਾਵਾ ਵੀ ਕੀਤਾ, ਮਾਫੀ ਵੀ ਮੰਗੀ। ਅਖੀਰ ਉਹ ਇਤਨਾ ਪ੍ਰਭਾਵਿਤ ਹੋਇਆ, ਕਹਿਣ ਲੱਗਿਆ ਤੁਸੀਂ ਬੜੇ ਮਹਾਨ ਹੋ ਤੇ ਮੈਂ ਤੁਹਾਡੇ ਤੋਂ ਪ੍ਰਭਾਵਿਤ ਹਾਂ। ਤੁਸੀਂ ਇਹੋ ਜਿਹਾ ਤੁਹਾਡਾ ਗੁਰੂ ਕਿਹੜਾ ਜਿਹੜੇ ਤੁਸੀਂ ਐਡੇ ਬੜੇ ਦ੍ਰਿੜ ਇਰਾਦੇ ਵਾਲੇ ਹੋ, ਤੁਸੀਂ ਆਪਣੇ ਗੁਰੂ ਦੇ ਬਚਨਾਂ ਨੂੰ ਇੰਨੀ ਤਰਜੀਹ ਦਿੰਦੇ ਹੋ, ਬਾਕੀ ਸਾਰੀਆਂ ਚੀਜ਼ਾਂ ਤੁਸੀਂ ਪਿੱਛੇ ਕਰ ਰੱਖੀਆਂ ਨੇ। ਮੈਂ ਤੁਹਾਡੇ ਗੁਰੂ ਨੂੰ ਮਿਲਣਾ ਚਾਹੁੰਦਾ, ਮੈਂ ਤੁਹਾਡੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ। ਵੈਸੇ ਨਾ ਇੱਥੇ ਇੱਕ ਹੋਰ ਵੀ ਜ਼ਿਕਰ ਆਉਂਦਾ ਹੈ, ਰਾਜਾ ਬਾਬਾ ਸਾਵਣ ਮੱਲ ਨੂੰ ਗੁਰੂ ਕਹਿਣ ਲੱਗ ਪਿਆ ਸੀ। ਉਹ ਕਹਿਣ ਲੱਗ ਪਿਆ ਸੀ ਵੀ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ। ਬਾਬਾ ਸਾਵਣ ਮੱਲ ਜੀ ਨੇ ਉਹ ਰੁਮਾਲ ਦੇ ਨਾਲ ਜਿੰਦਾ ਕੀਤਾ ਇਤਿਆਦਿਕ। ਰਾਜਾ ਇਹਨਾਂ ਨੂੰ ਗੁਰੂ ਮੰਨਣ ਤੱਕ ਤਿਆਰ ਹੋਇਆ, ਪਰ ਨਹੀਂ। ਔਰ ਜਦੋਂ ਉਹਨੇ ਵਾਰ-ਵਾਰ ਆਖਿਆ ਤੇ ਸਿੱਖ ਵਾਪਸ ਆ ਗਏ, ਬਾਬਾ ਸਾਵਣ ਮੱਲ ਉੱਥੇ ਰਹਿ ਪਿਆ, ਔਰ ਉਹਨੇ ਸ਼ਕਤੀਆਂ ਵੀ ਦਿਖਾਈਆਂ ਤੇ ਉਹਨੇ ਰਾਜੇ ਦੀ ਖੁਸ਼ੀ ਪ੍ਰਾਪਤ ਕੀਤੀ, ਉਹ ਸਾਰਾ ਕੁਝ। ਪਰ ਇਹ ਸਿੱਖ ਵਾਪਸ ਆ ਗਏ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਿਆ, ਸਤਿਗੁਰੂ ਪਾਤਸ਼ਾਹ ਨੇ ਚਲੋ ਜਿਵੇਂ ਫਿਰ ਉਹ ਰੁਮਾਲ ਦੀ ਸ਼ਕਤੀ ਖਿੱਚ ਲਈ ਸਾਰੀ। ਮਹਾਰਾਜ ਸਮਰੱਥ ਸਨ, ਔਰ ਉਹ ਫਿਰ ਸਾਰਾ ਕੁਝ ਜਦੋਂ ਨਾਮ ਵਾਪਰਿਆ, ਅਹਿਸਾਸ ਹੋਇਆ, ਉਹ ਬਹਾਨਾ ਬਣਿਆ, ਜਾਣੀ ਵਿਧੀ ਬਣੀ। ਉਹ ਰਾਜਾ ਜਦੋਂ ਨਾ ਮਹਾਰਾਜ ਦੇ ਦਰਬਾਰ ਦੇ ਵਿੱਚ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ, ਉਹਦੀਆਂ ਰਾਣੀਆਂ ਸਾਰੀਆਂ ਨੇ। ਮਹਾਰਾਜ ਦੇ ਦੋ ਵੱਡੇ ਹੁਕਮ ਸੀ, ਇੱਕ ਤਾਂ ਸੀ ਪਹਿਲਾਂ ਪੰਗਤ, ਪਾਛੇ ਸੰਗਤ। ਇਹ ਮਹਾਰਾਜ ਗੁਰੂ ਅਮਰਦਾਸ ਦਾ ਹੁਕਮ ਸੀ ਵੀ ਜਿਹੜਾ ਵੀ ਸਾਡੇ ਦਰਬਾਰ 'ਚ ਆਏ, ਜਿਹੜਾ ਵੀ ਸਾਨੂੰ ਮਿਲਣਾ ਹੈ, ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ। ਇਹਦਾ ਵੀ ਇੱਕ ਬਹੁਤ ਵੱਡਾ ਕਾਰਨ ਸੀ, ਤਾਂ ਕਿ ਪੱਖਪਾਤ, ਜਾਤ ਪਾਤ, ਊਚ ਨੀਚ, ਵਿਤਕਰੇਬਾਜ਼ੀ ਬਿਲਕੁਲ ਕਿਸੇ ਨਾਲ ਨਾ ਹੋਵੇ। ਵੱਡਾ ਤੇ ਛੋਟਾ ਇੱਕੋ ਹੀ ਕਤਾਰ ਵਿੱਚ ਬੈਠ ਕੇ ਛਕਣ। ਬਾਦਸ਼ਾਹ ਅਕਬਰ ਵੀ ਆਏਗਾ, ਉਹ ਵੀ ਪੰਗਤ ਵਿੱਚ ਬੈਠ ਕੇ ਸਕੇਗਾ। ਜਿਹੜਾ ਪੰਗਤ ਵਿੱਚ ਬੈਠੇਗਾ ਉਹ ਸੰਗਤ ਵਿੱਚ ਆ ਕੇ ਬਾਅਦ ਵਿੱਚ ਬੈਠੇ, ਪਹਿਲਾਂ ਪੰਗਤ ਪਾਛੇ ਸੰਗਤ। ਫਿਰ ਮਹਾਰਾਜ ਦਾ ਹੁਕਮ ਸੀ ਵੀ ਜਿਹੜਾ ਵੀ ਸਾਡੇ ਦਰਸ਼ਨ ਕਰਨ ਆਵੇ, ਵਿਸ਼ੇਸ਼ ਤੌਰ ਤੇ ਬੀਬੀਆਂ ਲਈ ਕੋਈ ਬੀਬੀ ਘੁੰਡ ਕੱਢ ਕੇ ਨਾ ਆਵੇ, ਪਰਦਾ ਕਰਕੇ ਨਾ ਆਵੇ। ਕਹਿੰਦੇ ਨੇ ਜਦੋਂ ਰਾਜਾ ਆਇਆ ਆਪਣੀਆਂ ਰਾਣੀਆਂ ਦੇ ਨਾਲ, ਮਹਾਰਾਜ ਦੇ ਦਰਸ਼ਨ ਕੀਤੇ, ਬਾਗੋ ਬਾਗ ਹੋ ਗਿਆ। ਦਰਸ਼ਨ ਪਰਸਿਆਂ ਗੁਰੂ ਕੈ ਜਨਮ, ਮਰਨ ਦੁੱਖ ਜਾਏ, ਬਾਲੀ ਖੇਡ ਬੜੀ। ਜਿਵੇਂ ਆਪਾਂ ਪੜ੍ਹਦੇ ਹਾਂ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਜਦੋਂ ਸਮਰੱਥ ਗੁਰੂ ਦੇ ਦਰਸ਼ਨ ਕੀਤੇ, ਨਜ਼ਰੀ ਨਜ਼ਰ ਨਿਹਾਲ ਹੋ ਗਿਆ, ਅੰਦਰੂਨੀ ਸਕੂਨ ਆਨੰਦ ਮਿਲਿਆ। ਫਿਰ ਉਹਨੇ ਬੇਨਤੀ ਕੀਤੀ, ਮੈਂ ਬੇਨਤੀ ਦੇ ਮੁਤਾਬਕ, ਮਹਾਰਾਜ ਦੀ ਆਗਿਆ ਦੇ ਮੁਤਾਬਕ, ਉਹਦੀਆਂ ਰਾਣੀਆਂ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਗਈਆਂ, ਸਤਿਗੁਰੂ ਨੇ ਆਖਿਆ ਸੀ ਵੀ ਕੋਈ ਇਸਤਰੀ ਪਰਦਾ ਕਰਕੇ ਨਾ ਆਵੇ, ਕੁੰਡ ਕੱਢ ਕੇ ਨਾ ਆਵੇ। ਰਾਣੀਆਂ ਨੇ ਦਰਸ਼ਨ ਕੀਤੇ। ਚਲੋ ਕਹਿੰਦੇ ਜਿਹੜੀ ਸਭ ਤੋਂ ਛੋਟੀ ਰਾਣੀ ਸੀ, ਤੇ ਉਹ ਕਿਤੇ ਉਹਦੇ ਮਨ 'ਚ ਪਤਾ ਨਹੀਂ ਕਿੱਦਾਂ ਦੇ ਵਿਚਾਰ ਆਏ, ਕਿੱਦਾਂ ਦੇ ਖਿਆਲ ਆਏ। ਜਾਣੀ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਗਈ ਨਾ, ਕਹਿੰਦੇ ਉਹਨੇ ਪਰਦਾ ਕਰ ਲਿਆ ਸੀ, ਉਹਨੇ ਘੁੰਡ ਕੱਢਿਆ। ਮਹਾਰਾਜ ਨੇ ਕੁਝ ਸ਼ਬਦ ਐਸੇ ਕਹੇ, ਝੱਲੀਏ ਜਾਂ ਕਮਲੀਏ ਕੋਈ ਸ਼ਬਦ ਆਖਿਆ। ਕਹਿੰਦੇ ਨੇ ਬਿਲਕੁਲ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਦੇ ਮੁਤਾਬਕ ਕੁਝ ਐਸਾ ਹੀ ਵਾਪਰਿਆ। ਔਰ ਉਹ ਜਿਹੜੀ ਬਾਹਰ ਨਿਕਲ ਗਈ, ਜੰਗਲਾਂ ਚਲੀ ਗਈ, ਔਰ ਉਹਨੇ ਜਿਸ ਤਰ੍ਹਾਂ ਦੀ ਆਪਣੀ ਹਾਲਤ ਬਣਾਈ,
ਜਿਹੜੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ। ਬਾਬਾ ਸੱਚਨ ਸੱਚ ਜਿਹੜੇ ਸੀਗੇ ਇਹ ਗੁਰੂ ਸਾਹਿਬ ਦੇ ਨਿੰਨ ਸੇਵਕ, ਬੜੀ ਭਾਵਨਾ ਵਾਲੇ, ਬੜੀ ਕਠਿਨ ਨਿੰਨ ਸੇਵਾ ਕੀਤੀ। ਮਹਾਰਾਜ ਦੀ ਰਸਨਾ ਚੋਂ ਨਿਕਲੇ ਹੋਏ ਇੱਕ ਇੱਕ ਸ਼ਬਦ ਨੂੰ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵਸਾਇਆ ਤੇ ਮਹਾਰਾਜ ਦੇ ਬਚਨਾਂ ਤੇ ਪਹਿਰਾ ਦਿੱਤਾ। ਜਿਹੜਾ ਬਚਨ ਵੀ ਮਹਾਰਾਜ ਕਹਿੰਦੇ ਸੀ ਇਹ ਸਤ ਬਚਨ, ਸੱਚ 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 ਕਿਹਾ ਕਰਦੇ ਸਨ। ਕੁਝ ਇਤਿਹਾਸਕਾਰ ਕਹਿੰਦੇ ਨੇ ਇੱਥੋਂ ਹੀ ਇਹਨਾਂ ਦਾ ਨਾਮ ਸੱਚਨ ਸੱਚ ਪਿਆ। ਇਹਨਾਂ ਦੇ 2-3 ਨਾਮ ਪੈਰੋਂ ਵੀ ਨਾਮ ਇਹਨਾਂ ਦਾ ਕੁਝ ਆਉਂਦਾ ਹੈ, ਇਹਨਾਂ ਦੇ ਚਾਈਨਾ ਨਾਮ ਵੀ ਕਿਤੇ ਕੁਝ ਜ਼ਿਕਰ ਥੋੜਾ ਜਿਹਾ ਆਉਂਦਾ ਹੈ, ਪਰ ਜਿਹੜਾ ਇਤਿਹਾਸ ਵਿੱਚ ਔਰ ਵਾਰ-ਵਾਰ ਜ਼ਿਕਰ ਆਉਂਦਾ ਉਹ ਸੱਚਨ ਸੱਚ ਹੀ ਹੈ। ਇਹਨਾਂ ਦਾ ਨਾਮ ਇਹ ਪੈ ਗਿਆ। ਚਲੋ ਇਹ ਵੀ ਸੇਵਾ ਕਰਦੇ ਸਨ, ਬੜੀ ਸੇਵਾ ਇਹਨਾਂ ਨੇ ਲੰਗਰਾਂ ਦੀ ਕੀਤੀ ਔਰ ਗੁਰੂ ਕੇ ਲੰਗਰਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਲੱਕੜਾਂ ਕੱਟ ਕੇ ਲਿਆਉਂਦੇ ਤੇ ਗੁਰੂ ਸਾਹਿਬ ਜੀ ਦੇ ਲੰਗਰਾਂ ਦੇ ਵਿੱਚ ਸੇਵਾ ਕਰਦੇ। ਤੇ ਕਹਿੰਦੇ ਨੇ ਜਦੋਂ ਉਹ ਰਾਣੀ ਝੱਲੀ ਹੋ ਗਈ ਨਾ, ਉਹਨੇ ਆਪਣੇ ਕੱਪੜੇ ਫਾੜ ਲਏ ਔਰ ਉਹ ਜਿਹੜੀ ਕੱਪੜੇ ਫਾੜ ਕੇ ਨੰਗ ਤੜੰਗੀ ਹੋ ਕੇ ਉੱਧਰ ਰਹਿੰਦੀ ਹੈ। ਜਿਹੜਾ ਵੀ ਕੋਈ ਉੱਧਰ ਨੂੰ ਜਾਂਦਾ ਹੈ ਉਹਨੂੰ ਭੱਜ ਭੱਜ ਕੇ ਪੈਂਦੀ ਹੈ। ਔਰ ਇਤਿਹਾਸ ਵਿੱਚ ਜਦੋਂ ਮੈਂ ਪੜ੍ਹ ਰਿਹਾ ਸੀ ਕਾਫੀ ਲੰਮਾ ਚੌੜਾ ਜ਼ਿਕਰ ਆਇਆ, ਮੈਂ ਬਹੁਤ ਸੰਖੇਪ 'ਚ ਬੇਨਤੀ ਕਰਾਂਗਾ। ਉਹ ਜਾ ਕੇ ਫੜਦੀ ਹੈ, ਭੱਜਦੀ ਹੈ, ਮਗਰ ਨੌਂਦਰਾਂ ਤੱਕ ਮਾਰਦੀ ਹੈ, ਹਮਲਾ ਕਰਦੀ ਹੈ। ਕੁਝ ਲੋਕ ਡਰ ਕੇ ਮਹਾਰਾਜ ਨੂੰ ਆ ਕੇ ਵੀ ਦੱਸਦੇ ਸਨ ਵੀ ਮਹਾਰਾਜ ਉੱਧਰ ਕੋਈ ਇਸ ਤਰ੍ਹਾਂ ਦੀ ਚੀਜ਼ ਹੈ। ਜਦੋਂ ਸਿੱਖ ਉੱਧਰ ਨੂੰ ਜਾਂਦੇ ਨੇ ਤੇ ਇਸ ਤਰ੍ਹਾਂ ਦਾ ਵਿਵਹਾਰ ਹੁੰਦਾ। ਕਹਿੰਦੇ ਨੇ ਇੱਕ ਦਿਨ ਬਾਬਾ ਸੱਚਨ ਸੱਚ ਜਦੋਂ ਗਏ ਗੁਰੂ ਮਹਾਰਾਜ ਜੀ ਦੇ ਲੰਗਰਾਂ ਦੇ ਵਾਸਤੇ ਲੱਕੜਾਂ ਲੈਣ ਦੀ ਸੇਵਾ ਕਰਦੇ ਨੇ, ਲੱਕੜਾਂ ਲੈਣ ਗਏ। ਇਹਨਾਂ ਨੇ ਲੱਕੜਾਂ ਸਾਰੀਆਂ ਜਿਵੇਂ ਵੀ ਕਰੀਆਂ, ਜਦੋਂ ਆਉਣ ਲੱਗੇ ਕਹਿੰਦੇ ਉਹ ਜਿਹੜੀ ਰਾਣੀ ਸੀ ਚੱਲੀ ਹੋਈ ਉਹਨਾਂ ਨੇ ਇਹਨਾਂ ਦੇ ਉੱਪਰ ਹਮਲਾ ਕਹਿ ਲਓ, ਭੱਜ ਕੇ ਇੱਧਰ ਨੂੰ ਆਈ, ਦੌੜ ਕੇ ਆਈ, ਇਹਨਾਂ ਦੇ ਕੱਪੜੇ ਤੱਕ ਫਾੜੇ ਜਾਣ, ਲਹੂ ਲੋਹਾਨ ਤੱਕ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ। ਚਲੋ ਬਾਬਾ ਜੀ ਵਾਪਸ ਆਏ, ਸਿੱਖਾਂ ਨੇ ਪੁੱਛਿਆ, ਇਹਨਾਂ ਨੇ ਮਤਲਬ ਗੱਲ ਨੂੰ ਆਪਣੇ ਆਪ ਦੇ ਵਿੱਚ ਰੱਖਿਆ, ਗੱਲ ਨਾ ਦੱਸੀ। ਮਹਾਰਾਜ ਤੱਕ ਗੱਲ ਪਹੁੰਚ ਗਈ, ਸਤਿਗੁਰੂ ਪਾਤਸ਼ਾਹ ਤੱਕ ਪਹਿਲਾਂ ਵੀ ਕੁਝ ਗੱਲਾਂ ਪਹੁੰਚੀਆਂ। ਉਹ ਰਾਣੀ ਵਾਲੀ ਗੱਲ ਸਾਰੀ ਆਈ ਬਈ ਉਹ ਕਮਲੀ ਝੱਲੀ ਜਿਵੇਂ ਵੀ। ਮਹਾਰਾਜ ਸੱਚੇ ਪਾਤਸ਼ਾਹ ਨੇ ਤਰੁੱਠ ਕੇ ਨਾ ਫਿਰ ਰਹਿਮਤਾਂ ਦੇ ਦਾਤੇ ਨੇ। ਦੇਖੋ ਮਹਾਰਾਜ ਨੇ ਭਲਾ ਕਰਨਾ ਨਾ ਪਰਉਪਕਾਰ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਰਾਣੀ ਦਾ ਵੀ ਉਧਾਰ ਕਰਨਾ। ਉਹਨੇ ਬਥੇਰੀ ਸਜ਼ਾ ਭੁਗਤ ਲਈ, ਬਥੇਰਾ ਕੁਝ ਹੋ ਗਿਆ, ਰਾਜੇ ਨੇ ਬਥੇਰਾ ਜ਼ੋਰ ਲਾ ਤਾਂ ਵਾਪਸ ਮੁੜ ਗਿਆ ਸੀ। ਪਰ ਮਹਾਰਾਜ ਜੀ ਨੇ ਫਿਰ ਬਾਬਾ ਸੱਚਨ ਸੱਚ ਜੀ ਨੂੰ ਨਾ ਆਪਣੇ ਮੁਬਾਰਕ ਚਰਨਾਂ ਦਾ ਜੋੜਾ ਬਖਸ਼ਿਸ਼ ਕੀਤਾ ਔਰ ਆਖਿਆ ਵੀ ਇਹ ਨਾਲ ਲੈ ਜਾਣਾ। ਜਦੋਂ ਤੁਸੀਂ ਲੱਕੜਾਂ ਲੈਣ ਜਾਓਗੇ, ਜਦੋਂ ਲੱਕੜਾਂ ਦੀ ਕਟਾਈ ਕਰੋਗੇ, ਕੱਟੋਗੇ, ਇਕੱਠੀਆਂ ਕਰੋਗੇ, ਭਰੀ ਬੰਨ ਕੇ ਆਓਗੇ, ਜੇ ਤੁਹਾਨੂੰ ਉਹ ਆਏਗੀ, ਟੱਕਰੇਗੀ, ਹਮਲਾ ਕਰੇਗੀ, ਜਿਹੜੀ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੀ ਹੈ, ਜਿਹਨੂੰ ਆਪਣੇ ਆਪ ਦੀ ਸੋਝੀ ਨਹੀਂ ਹੈ, ਬਿਲਕੁਲ ਝੱਲੀ ਕਮਲੀ, ਕੱਪੜੇ ਤੱਕ ਫਾੜੀ ਫਿਰਦੀ ਹੈ ਨੰਗ ਤੜੰਗੀ ਹਾਲਤ ਦੇ ਵਿੱਚ, ਮਹਾਰਾਜ ਨੇ ਔਰ ਆਪਣੇ ਵੱਲੋਂ ਉਹ ਜੋੜਾ ਬਖਸ਼ਿਸ਼ ਕੀਤਾ ਵੀ ਤੁਸੀਂ ਇਹ ਜੋੜੇ ਨੂੰ ਨਾਲ ਲੈ ਜਾਣਾ ਤੇ ਜਦੋਂ ਤੁਹਾਡੇ ਵੱਲ ਆਏ ਤੇ ਤੁਸੀਂ ਨਾ ਇਹ ਜੋੜਾ ਉਹਦੇ ਮਸਤਕ ਨੂੰ ਲਾ ਦੇਣਾ, ਉਹਦੇ ਮੱਥੇ ਨੂੰ ਛੁਹਾ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਦਾ ਜੋੜਾ ਲਿਆ, ਕੱਪੜੇ 'ਚ ਲਪੇਟਿਆ, ਲੈ ਗਏ। ਵਿਸ਼ਵਾਸ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ, ਬਿਲਕੁਲ ਕੋਈ ਕਿੰਤੂ ਪਰੰਤੂ ਨਹੀਂ ਮਨ 'ਚ, ਕੋਈ ਤਰਕ ਨਹੀਂ, ਕੋਈ ਸ਼ੰਕਾ ਨਹੀਂ, ਕੋਈ ਕੁਝ ਨਹੀਂ। ਲੈ ਗਏ ਨੇ। ਜਦੋਂ ਲੱਕੜਾਂ ਕੱਟਣ ਗਏ ਸਾਰਾ ਕੁਝ ਰੂਟੀਨ ਮੁਤਾਬਕ ਹੋਇਆ। ਉਹ ਝੱਲੀ ਰਾਣੀ, ਉਹ ਕਮਲੀ ਰਾਣੀ, ਅਲਫ ਨੰਗੀ ਰਾਣੀ, ਮਾਨਸਿਕ ਸੰਤੁਲਨ ਜਿਹਦਾ ਗਵਾਚਿਆ ਹੋਇਆ, ਉਹਨੇ ਹਮਲਾ ਕੀਤਾ ਹੀ ਇੱਧਰ ਨੂੰ। ਜਦੋਂ ਦੌੜ ਕੇ ਆਈ, ਭੱਜ ਕੇ ਆਈ, ਬਾਬਾ ਸੱਚਨ ਸੱਚ ਜੀ ਨੇ ਨਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਬਚਨਾਂ ਨੂੰ ਮੰਨਦਿਆਂ ਹੋਇਆਂ, ਬਚਨਾਂ ਦੇ ਉੱਪਰ ਫੁੱਲ ਚੜਾਉਂਦਿਆਂ ਹੋਇਆਂ, ਉਹਨਾਂ ਦਾ ਧਰ ਕੇ ਧਿਆਨ, ਉਹ ਮਹਾਰਾਜ ਦਾ ਸੱਚਾ ਜਿਹੜਾ ਸੀਗਾ ਜੋੜਾ ਨਾ ਮੁਬਾਰਕ ਚਰਨਾਂ ਦਾ ਬਖਸ਼ਿਸ਼ ਭਰਿਆ ਜੋੜਾ ਸੀ। ਤੇ ਉਹ ਕਹਿੰਦੇ ਰਾਣੀ ਦੇ ਮਸਤਕ ਨੂੰ ਸੁਹਾਇਆ। ਜਿਉਂ ਹੀ ਮਸਤਕ ਨੂੰ ਸੁਹਾਇਆ ਤੇ ਉਹਨੂੰ ਸੋਝੀ ਆ ਗਈ, ਉਹਦਾ ਕਮਲਾਪਣ ਦੂਰ ਹੋ ਗਿਆ, ਝੱਲਪਣਾ ਦੂਰ ਹੋ ਗਿਆ। ਉਹਨੂੰ ਆਪਣੇ ਆਪੇ ਨੂੰ ਵੇਖਦੀ ਹੈ, ਪੈਰਾਂ ਤੋਂ ਲੈ ਕੇ ਸਿਰ ਤੱਕ ਨੰਗੀ। ਉਹਨੂੰ ਸ਼ਰਮ ਮਹਿਸੂਸ ਹੋਈ। ਉਹਨੇ ਆਖਿਆ ਮੈਂ ਇਸ ਹਾਲਤ ਦੇ ਵਿੱਚ ਬਾਬਾ ਸੱਚਨ ਸੱਚ ਜੀ ਨੇ, ਦੇਖੋ ਜੀਵਨ ਕਿਤਨਾ ਉੱਚਾ ਹੈਗਾ। ਹਾਲਾਂਕਿ ਪਰਿਵਾਰ ਪਹਿਲਾਂ ਬਾਬਾ ਜੀ ਦਾ ਹੈ, ਕਿੰਨਾ ਉੱਚਾ ਕਰੈਕਟਰ ਹੈ, ਕਿੰਨਾ ਉੱਚਾ ਜੀਵਨ ਹੈ, ਕਿੰਨੀ ਉੱਚੀ ਕਥਨੀ ਤੇ ਕਰਨੀ ਹੈ। ਤੇ ਬਾਬਾ ਸੱਚਨ ਸੱਚ ਜੀ ਨੇ ਉਸ ਅਲਫ ਨੰਗੀ ਜਵਾਨ ਰਾਜੇ ਦੀ ਸੁੰਦਰ ਰਾਣੀ ਨੂੰ ਆਪਣੀ ਚਾਦਰ ਦੇ ਨਾਲ ਉਹਨੂੰ ਟਕਿਆ, ਓੜਿਆ ਉਹਦਾ ਨਗਨ, ਉਹਦਾ ਢੱਕ ਕੇ ਨਗਨ ਤਾਂ ਉਹਦੀ ਚਾਦਰ ਓੜ ਕੇ ਕੱਪੜੇ ਪਹਿਨਾ ਕੇ ਚਲੋ ਜਿਵੇਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਕੋਲ ਲੈ ਕੇ ਆਇਆ। ਜਦੋਂ ਮਹਾਰਾਜ ਦੇ ਕੋਲੇ ਆਏ, ਮਹਾਰਾਜ ਦੀ ਸਵੱਲੀ ਨਜ਼ਰ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆ ਕੇ ਉਸ ਰਾਣੀ ਨੇ
ਖਿਮਾ ਜਾਚਨਾ ਵੀ ਮੰਗੀ, ਸੁੱਧ ਬੁੱਧ ਵੀ ਆਈ, ਸਭ ਕੁਝ ਠੀਕ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਇੰਨੇ ਖੁਸ਼ ਹੋਏ, ਇਤਿਹਾਸਕਾਰ ਕਹਿੰਦੇ ਨੇ ਮਹਾਰਾਜ ਨੇ ਬਾਬਾ ਸੱਚਨ ਸੱਚ ਜੀ ਦੇ ਨਾਲ ਉਸ ਰਾਣੀ ਦਾ ਪੱਕਾ ਸੰਬੰਧ ਜੋੜਤਾ, ਰਿਸ਼ਤਾ ਹੀ ਕਰਤਾ ਕਹਿ ਲਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਜੋੜੀ ਬੜੀ ਫੱਬ ਰਹੀ ਹੈ, ਜੋੜੀ ਬੜੀ ਸੁੰਦਰ ਲੱਗ ਰਹੀ ਹੈ। ਇਹ ਮਹਾਰਾਜ ਦੀਆਂ ਮਹਾਰਾਜ ਜਾਣ, ਉਹਨਾਂ ਦੀਆਂ ਖੇਡਾਂ, ਉਹਨਾਂ ਦੇ ਪਰਉਪਕਾਰ। ਪਰ ਬਾਬਾ ਸੱਚਨ ਸੱਚ ਜੀ ਦੇ ਉੱਪਰ ਰਹਿਮਤਾਂ ਹੋਈਆਂ, ਬਖਸ਼ਿਸ਼ਾਂ ਹੋਈਆਂ, ਔਰ ਉਹ ਜੋੜਾ ਬਾਬਾ ਸੱਚਨ ਸੱਚ ਜੀ ਨੇ ਆਪਣੇ ਪਾਸ ਰੱਖਿਆ। ਬੜਾ ਮਾਣ ਸਨਮਾਨ, ਬੜਾ ਸਤਿਕਾਰ। ਪਰ ਇੱਥੋਂ ਤੱਕ ਕਿਵੇਂ ਪਹੁੰਚਿਆ? ਕਹਿੰਦੇ ਨੇ ਉਦੋਂ ਬਾਅਦ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਵੀ ਜੇ ਕਿਸੇ ਨੂੰ ਕੋਈ ਇਦਾਂ ਦਾ ਹੋਵੇ ਤੇ ਤੁਸੀਂ ਇਹ ਜੋੜਾ ਸੁਹਾ ਕੇ ਉਹਦੇ ਮਸਤਕ ਦੇ ਨਾਲ ਇਦਾਂ ਦਾ ਕਮਲਪਣਾ, ਝੱਲਪਣਾ, ਕਈ ਰੋਗਾਂ ਤੋਂ ਮੁਕਤੀ ਜਿਹੜੀ ਹੈ ਮਿਲ ਸਕਦੀ ਹੈ ਜੀਵਨ ਨੂੰ। ਮੈਂ ਜਦੋਂ ਪਿਛਲੀ ਵਾਰ ਆਇਆ ਸੀ, ਜਦੋਂ ਮੈਂ ਪਹਿਲਾਂ ਦੀ ਕਥਾ ਹੋਈ ਚੈਨਲ ਤੇ, ਮੈਨੂੰ ਬਹੁਤ ਸਾਰੇ ਲੋਕ ਵੀ ਮਿਲੇ। ਉਹਨਾਂ ਨੇ ਪੁੱਛਿਆ, ਮੈਨੂੰ ਇਸ ਪਿੰਡ ਬਾਰੇ ਬਿਲਕੁਲ ਨਹੀਂ ਸੀ ਪਤਾ, ਕਿਉਂਕਿ ਮੈਂ ਚੰਡੀਗੜ੍ਹ ਨੂੰ ਬਿਲੋਂਗ ਕਰਦਾ। ਮੈਂ ਜਦੋਂ ਤਖਤ ਸਾਹਿਬ ਦੀ ਸੇਵਾ ਮਿਲੀ, ਕੁਦਰਤੀ ਇਹ ਪ੍ਰਸੰਗ ਆਇਆ, ਲਾਈਵ ਟੈਲੀਕਾਸਟ ਸੀ, ਕਈ ਸੰਗਤਾਂ ਨੇ ਪੁੱਛਿਆ, ਔਰ ਮੈਂ ਨਾ ਕਥਾ ਕਰਕੇ ਆਇਆ ਇਹ ਪ੍ਰਸੰਗ ਦੀ ਤਖਤ ਸਾਹਿਬ ਤੋਂ। ਕਥਾ ਕਰਕੇ ਜਦੋਂ ਮੈਂ ਪੌੜੀਆਂ ਕੋਲੇ ਆਇਆ, ਮੈਨੂੰ ਇੱਕ ਬੀਬੀ ਭੱਜ ਕੇ ਆਈ, ਕਹਿਣ ਲੱਗੀ ਗਿਆਨੀ ਜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ। ਮੈਂ ਕਿਹਾ ਜੀ ਦੱਸੋ। ਕਹਿਣ ਲੱਗੇ ਜਿਹੜੀ ਤੁਸੀਂ ਆ ਕਥਾ ਕੀਤੀ ਹੈ ਨਾ ਅੱਜ ਜੋੜੇ ਦੀ, ਸੈਦੇਵਾਲ ਦੀ, ਗਏ ਹੋ ਕਦੇ? ਮੈਂ ਕਿਹਾ ਮੈਨੂੰ ਤੇ ਇਹੀ ਨਹੀਂ ਪਤਾ ਵੀ ਕਿੱਥੇ ਕਾ ਸੈਦੇਵਾਲਾ ਔਰ ਕਿੱਥੇ ਕਾ ਪਿੰਡ ਤੇ ਕਿੱਥੇ ਕ ਜੋੜਾ। ਇਤਿਹਾਸ ਜ਼ਰੂਰ ਪੜ੍ਹਿਆ ਹੈ ਪਰ ਮੈਨੂੰ ਨਹੀਂ ਪਤਾ। ਕਹਿਣ ਲੱਗੀ ਗਿਆਨੀ ਜੀ ਉਹਦੀਆਂ ਅੱਖਾਂ 'ਚੋਂ ਪਾਣੀ ਆ ਗਿਆ। ਮੈਂ ਮਹਾਰਾਜ ਦੀ ਹਜ਼ੂਰੀ 'ਚ ਦੱਸ ਰਿਹਾ, ਤਖਤ ਸਾਹਿਬ ਦੀ ਪ੍ਰਕਰਮਾਂ ਦੀ ਗੱਲ ਹੈ, ਦਮਦਮਾ ਸਾਹਿਬ। ਮੈਨੂੰ ਕਹਿਣ ਲੱਗੀ, ਕਹਿੰਦੀ ਆ ਮੇਰਾ ਮੁੰਡਾ, ਜਵਾਨ ਸੀ ਮੁੰਡਾ, ਬੜਾ ਸੋਹਣਾ ਸੁਨੱਖਾ। ਕਹਿਣ ਲੱਗੀ ਇਹ ਨਾ ਛੋਟਾ ਜਿਹਾ ਸੀ, ਠੀਕ ਠਾਕ ਸੀ, ਪਤਾ ਨਹੀਂ ਬਾਅਦ 'ਚ ਕਮਲਾ ਹੋ ਗਿਆ, ਇਹ ਝੱਲਾ ਹੋ ਗਿਆ, ਬਾਬਰਾ ਹੋ ਗਿਆ ਇਹ। ਤੇ ਇਹ ਨਾਨ ਮੈਡੀਕਲ ਕਰ ਰਿਹਾ ਸੀ, ਕਹਿੰਦੇ ਨਾ 8ਵੀਂ ਦੇ ਵਿੱਚ, ਮਾਫੀ ਦੇਣੀ, ਕਮਲਾ ਹੋ ਗਿਆ। ਸਕੂਲੋਂ ਹਟਾ ਲਿਆ, ਬੜਾ ਇਲਾਜ ਕਰਾਇਆ, ਬੜਾ ਕੁਝ ਕੀਤਾ, ਕਿਤੋਂ ਕੋਈ ਗੱਲ ਨਾ ਬਣੀ। ਕਹਿਣ ਲੱਗੇ ਸਾਨੂੰ ਪਤਾ ਲੱਗਿਆ ਇਸ ਅਸਥਾਨ ਦੇ ਬਾਰੇ, ਆਹ ਮੁਬਾਰਕ ਅਸਥਾਨ ਦੇ ਬਾਰੇ। ਗਿਆਨੀ ਜੀ ਅਸੀਂ ਉੱਥੇ ਇਸ ਬੱਚੇ ਨੂੰ ਲੈ ਕੇ ਗਏ, ਅਸੀਂ ਉੱਥੇ ਅਰਦਾਸ ਕੀਤੀ ਤੇ ਇਹਦੇ ਮਸਤਕ ਨੂੰ ਉਹ ਮਹਾਰਾਜ ਦਾ ਜੋੜਾ ਸੁਹਾਇਆ। ਕਹਿਣ ਲੱਗੇ ਦਿਨਾਂ 'ਚ ਠੀਕ ਹੋ ਗਿਆ। ਇਹਨੂੰ ਸੰਗਲ ਪਾ ਕੇ ਰੱਖੇ ਹੁੰਦੇ ਸੀ। ਮੈਨੂੰ ਕਹਿਣ ਲੱਗੀ, ਮੈਨੂੰ ਬੜੀ ਹੈਰਾਨੀ ਹੋਈ। ਮੈਂ ਕਿਹਾ ਐਵੇਂ ਹੀ ਮਰੀ ਜਾਂਦੀ ਹੈ, ਕਿਹੜਾ ਪਤਾ ਸੀਗਾ ਕੋਈ? ਕਹਿਣ ਲੱਗੀ ਸੰਗਲ ਪਾ ਕੇ ਰੱਖਦੇ ਸੀ, ਪੜ੍ਹਾਈ ਬੜੀ ਕਿਹੜੀ ਹੋਣੀ ਸੀ। ਉੱਥੇ ਗਏ, ਆ ਮਹਾਰਾਜ ਨੇ ਕਿਰਪਾ ਕੀਤੀ, ਗਿਆਨੀ ਜੀ ਠੀਕ ਹੋ ਗਿਆ। ਔਰ ਹੁਣ ਦੇਖੋ ਨਾਨ ਮੈਡੀਕਲ ਕਰ ਰਿਹਾ +2 ਦੇ ਵਿੱਚ, ਔਰ ਨਾਨ ਮੈਡੀਕਲ ਦੀ ਪੜ੍ਹਾਈ ਕਰ ਰਿਹਾ। ਮੇਰੇ ਮਨ 'ਚ ਆਇਆ, ਮੈਂ ਕਿਹਾ ਮਹਾਰਾਜ ਸਮਾਂ ਦੇਣ, ਕਦੇ ਉਹਨਾਂ ਸਥਾਨਾਂ ਤੇ ਜਿਹੜਾ ਅਸੀਂ ਦਰਸ਼ਨ ਦਿਦਾਰੇ ਕਰਨ ਆਈਏ। ਮੈਂ ਇੱਥੇ ਆਇਆ, ਮੈਂ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ, ਸਤਿਕਾਰਯੋਗ ਬਾਬਾ ਜਸਵੰਤ ਸਿੰਘ ਜੀ ਸੇਵਾ ਸਨ, ਇਹਨਾਂ ਨਾਲ ਬੜੀ ਨੇੜਤਾ ਹੋਈ ਤੇ ਪੁੱਛਿਆ ਵੀ ਇਹ ਜੋੜਾ ਆਇਆ ਕਿਵੇਂ ਹੈ ਇੱਥੇ, ਕਿਉਂਕਿ ਇਤਿਹਾਸ ਦੇ ਵਿੱਚ ਬੜਾ ਗੈਪ ਹੈ। ਇਹ ਜੋੜਾ ਬਖਸ਼ਿਸ਼ ਕੀਤਾ ਬਾਬਾ ਸੱਚਨ ਸੱਚ ਜੀ ਨੂੰ, ਇਹਨਾਂ ਦਾ ਪਿੰਡ ਰਹਿ ਗਿਆ ਪਾਕਿਸਤਾਨ ਦੇ ਵਿੱਚ, ਔਰ ਇਹਨਾਂ ਦੀ ਰਿਹਾਇਸ਼ ਪਾਕਿਸਤਾਨ ਦੇ ਵਿੱਚ। ਜੋੜਾ ਇੱਥੇ ਕਿਵੇਂ ਆਇਆ? ਹੁਣ ਬਹੁਤ ਸਾਰਿਆਂ ਦੇ ਮਨ 'ਚ ਇਦਾਂ ਦੇ ਖਿਆਲਾਤ ਹੋਣਗੇ। ਮੈਂ ਬਸ ਥੋੜੀ ਜਿਹੀ ਬੇਨਤੀ ਕਰਕੇ ਤੁਹਾਡੇ ਤੋਂ ਮਾਫੀ ਮੰਗ ਲੈਣੀ ਹੈ, ਸਮਾਪਤੀ ਵਾਲੇ ਪਾਸੇ ਚਲੀਏ। ਮੈਨੂੰ ਕਹਿਣ ਲੱਗੀ ਗਿਆਨੀ ਜੀ ਇਹ ਜੋੜਾ ਉਹਨਾਂ ਨੂੰ ਹੋ ਗਿਆ ਬਖਸ਼ਿਸ਼, ਉਹਨਾਂ ਨੇ ਰੱਖਿਆ ਆਪਣੇ ਘਰ ਦੇ ਵਿੱਚ ਲੰਮਾ ਸਮਾਂ, ਬੜੀਆਂ ਖੇਡਾਂ ਵਾਪਰੀਆਂ, ਬੜੀਆਂ ਕਲਾਵਾਂ ਵਾਪਰੀਆਂ, ਬੜਾ ਕੁਝ ਹੋਇਆ। ਪਰ ਜਦੋਂ 1947 ਦੀ ਵੰਡ ਹੋਈ, ਸਾਡਾ ਦੇਸ਼ 2 ਹਿੱਸਿਆਂ ਵਿੱਚ ਵੰਡਿਆ ਗਿਆ, ਉਦੋਂ ਇਹ ਪਤਾ ਲੱਗਿਆ ਵੀ ਜਿਹੜਾ ਸੀਗਾ ਵੰਡ ਹੋ ਗਈ, ਜਿਹਨੂੰ ਹੱਲੇ ਕਿਹਾ, ਲੜਾਈ ਹੋ ਗਈ। ਕਹਿੰਦੇ ਸਾਰੇ ਲੋਕ ਇੱਧਰ ਆਉਣ ਲੱਗੇ, ਇਹ ਪਰਿਵਾਰ ਵੀ ਆ ਗਿਆ, ਮੱਲ ਪਰਿਵਾਰ ਜਿਹੜਾ, ਜਿਨ੍ਹਾਂ ਦੇ ਮੱਲ ਪਰਿਵਾਰ ਨੂੰ ਬਖਸ਼ਿਸ਼ਾਂ ਨੇ ਮਹਾਰਾਜ ਦੀਆਂ, ਇਹ ਪਰਿਵਾਰਕ ਮੈਂਬਰ ਵੀ ਆਏ। ਉਹ ਜਿਹੜਾ ਜੋੜਾ ਸੀ, ਕਹਿੰਦੇ ਕੁਰਮ ਦੀ ਜੁੱਤੀ, ਉਹ ਜੋੜਾ ਇਹਨਾਂ ਨੇ ਕਿਤੇ ਘੜੇ ਦੇ ਵਿੱਚ ਪਾ ਕੇ ਨਾ ਜ਼ਮੀਨ 'ਚ ਦੱਬਤਾ ਵੀ ਜਦੋਂ ਰੌਲਾ ਰੱਪਾ ਖਤਮ ਹੋ ਜੂ, ਇਹ ਜਿਹੜੇ ਹੱਲੇ ਨੇ ਜਾਂ ਲੜਾਈ ਝਗੜਾ, ਜਿਹੜੇ ਦੰਗੇ ਫਸਾਦ ਨੇ, ਜਦੋਂ ਮਾਹੌਲ ਸ਼ਾਂਤ ਹੋਏਗਾ ਵਾਪਸ ਆਵਾਂਗੇ ਤੇ ਕੱਢ ਲਵਾਂਗੇ। ਇੱਕ ਗੱਲ ਪ੍ਰਗਟ ਹੁੰਦੀ ਹੈ ਬਈ ਜੋੜੇ ਨੂੰ ਤਰਜੀਹ ਦਿੱਤੀ, ਜੋੜੇ ਦਾ ਸਤਿਕਾਰ ਸੀ ਵੀ ਕੋਈ ਚੁੱਕ ਕੇ ਨਾ ਲੈ ਜਾਏ, ਕੋਈ ਬੇਅਦਬੀ ਨਾ ਕਰੇ ਜਾਂ ਕੁਝ ਹੋਰ। ਇਹਨਾਂ ਨੇ ਘੜੇ 'ਚ ਪਾ ਕੇ ਰੱਖਿਆ। ਕਹਿੰਦੇ ਜਦੋਂ ਆਏ, ਇੱਧਰ ਆਏ, ਪਤਾ ਲੱਗਿਆ ਥੋੜਾ ਜਿਹਾ ਬਈ ਇਹ ਕੋਈ ਉਦਾਂ ਦਾ ਰੌਲਾ ਨਹੀਂ ਮਾੜਾ ਮੋਟਾ ਵੀ ਸ਼ਾਂਤ ਹੋ ਜੂ, ਇਹ ਕੋਈ ਮਾੜਾ ਮੋਟਾ ਦੰਗੇ ਫਸਾਦ ਨਹੀਂ ਵੀ ਬਾਅਦ 'ਚ ਠੀਕ ਠਾਕ ਹੋ ਜੂ। ਇਹ ਤਾਂ ਦੇਸ਼ ਦੀ ਵੰਡ ਹੋ ਗਈ ਹੈ, 2 ਹਿੱਸੇ ਹੋ ਗਏ ਨੇ, ਲਕੀਰਾਂ ਪੱਕੀਆਂ ਵੱਜ ਗਈਆਂ ਨੇ, ਮੁੜ ਕੇ ਇੱਧਰ ਉੱਧਰ ਨਹੀਂ ਆਇਆ ਜਾਏਗਾ। ਕਹਿਣ ਲੱਗੇ ਫਿਰ ਉਹਨਾਂ ਬਜ਼ੁਰਗਾਂ ਨੇ, ਉਹਨਾਂ ਵੱਡੇ ਵਡੇਰਿਆਂ ਨੇ, ਬਜ਼ੁਰਗਾਂ ਨੇ, ਔਰ ਜਿਵੇਂ ਵੀ ਸਮਾਂ ਬਣਿਆ, ਜਿਵੇਂ ਵੀ ਇਹਨਾਂ ਦਾ ਦਾ ਲੱਗਿਆ ਕਹਿ ਲਓ, ਉਹਨਾਂ ਨੇ ਵਾਪਸ ਜਾ ਕੇ ਭੱਜ ਕੇ ਉਹ ਜੋੜਾ ਘੜੇ ਦੇ ਵਿੱਚੋਂ ਕੱਢ ਲਿਆਂਦਾ। ਉਹਦੀ ਹਾਲਤ ਬੜੀ ਤਰਸਯੋਗ ਸੀ। ਤੇ ਜਦੋਂ ਲਿਆਂਦਾ ਤੇ ਉਹਨਾਂ ਨੂੰ ਜ਼ਮੀਨਾਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅਲਾਟ ਹੋਈਆਂ। ਮੱਲ ਪਰਿਵਾਰ ਕਈਆਂ ਥਾਵਾਂ ਤੇ ਨੇ, ਇੱਥੇ ਵੀ ਹੈ,
ਤੇ ਕਈਆਂ ਥਾਵਾਂ ਤੇ ਫਿਰੋਜ਼ਪੁਰ ਦੇ ਵਿੱਚ ਵੀ। ਇੱਥੇ ਫਿਰ ਜ਼ਮੀਨ ਅਲਾਟ ਹੋਈ। ਇੱਥੇ ਫਿਰ ਉਹ ਪਰਿਵਾਰ ਜਿਹੜਾ ਸੀ ਉਹ ਨਾਲ ਜੋੜਾ ਲੈ ਆਇਆ। ਇਹ ਪਿਆਰ ਹੈ ਇਹਨਾਂ ਦਾ, ਇਹ ਇਹਨਾਂ ਦੀ ਸਤਿਕਾਰ ਹੈ, ਇਹ ਇਹਨਾਂ ਦੀ ਇਹ ਇਉਂ ਕਹਿ ਲਓ ਵੀ ਸ਼ਰਧਾ। ਉਹ ਜੋੜੇ ਨੂੰ ਨਾਲ ਲਿਆਏ, ਅਸਥਾਨ ਬਣਿਆ। ਉਸੇ ਪਾਹਨ ਦਾ ਨਾਮ ਜੋੜੇ ਤੋਂ ਹੈ। ਬਾਬਾ ਜੀ ਨੇ ਬਾਣੀ 'ਚ ਇਸ ਤਰ੍ਹਾਂ ਦੇ ਸ਼ਬਦ ਵਰਤੇ ਨੇ। ਸੋ ਪਾਹਨ ਸਾਹਿਬ ਨਾਮ ਦਾ ਸਥਾਨ ਬਣਾਇਆ ਗਿਆ। ਇੱਥੇ ਜਿਹੜਾ ਸੀ ਮਹਾਰਾਜ ਦੀਆਂ ਖੇਡਾਂ ਵਾਪਰਨ ਲੱਗੀਆਂ, ਉਹੀ ਕਲਾ ਇੱਥੇ ਵਾਪਰਨ ਲੱਗੀ। ਤੇ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਣ ਲੱਗਿਆ, ਉਸ ਤਰ੍ਹਾਂ ਦੇ ਮਰੀਜ਼, ਉਸ ਤਰ੍ਹਾਂ ਦੇ ਬਿਮਾਰ ਠਮਾਰ, ਉਸ ਤਰ੍ਹਾਂ ਦੇ ਪੀੜਤ ਲੋਕ ਇੱਥੇ ਆਉਣ ਲੱਗੇ। ਤੇ ਇੱਥੇ ਵੀ ਮਹਾਰਾਜ ਦੀਆਂ ਉਹ ਕਲਾਵਾਂ ਵਾਪਰਨ ਲੱਗੀਆਂ। ਇੱਥੇ ਫਿਰ ਗੁਰਦੁਆਰਾ ਸਾਹਿਬਾਨ ਬਣਿਆ। ਲਗਾਤਾਰ ਇਹ ਸੇਵਾਵਾਂ ਚੱਲ ਰਹੀਆਂ ਨੇ, ਬੜੀਆਂ ਰੌਣਕਾਂ ਲੱਗਦੀਆਂ ਨੇ। ਕੁਝ ਕੁ ਸਮਾਂ ਇਹ ਜੋੜਾ ਫਿਰੋਜ਼ਪੁਰ ਪਿੰਡ ਦੁਲਚੀ ਕੇ, ਉੱਥੇ ਵੀ ਦਾਸ ਇੱਕ ਦੋ ਵਾਰ ਹਾਜ਼ਰੀ ਭਰ ਕੇ ਆਇਆ। ਉੱਥੇ ਵੀ ਸੰਗਤਾਂ ਜਾਂਦੀਆਂ ਨੇ, ਪਰ ਜ਼ਿਆਦਾਤਰ ਇੱਥੇ। ਹੁਣ ਦਮਦਮਾ ਸਾਹਿਬ ਜਦੋਂ ਮੈਂ ਸੇਵਾ ਕਰਦਾ ਨਾ, ਬਹੁਤ ਸਾਰੇ ਲੋਕ ਪੁੱਛਦੇ ਨੇ, ਉਹਨਾਂ ਨੂੰ ਦੱਸੀਦਾ ਇੱਥੇ ਆਉਂਦੇ ਨੇ। ਤੁਸੀਂ ਹੈਰਾਨ ਹੋਵੋਗੇ, ਮੈਂ ਕੈਨੇਡਾ ਦੇ ਵਿੱਚ 6-7 ਸਟੇਟਾਂ ਦੇ ਵਿੱਚ ਕਥਾ ਕਰਕੇ ਆਇਆ। ਜਦੋਂ ਕਿਤੇ ਇਹੋ ਜਿਹਾ ਕੋਈ ਪ੍ਰਸੰਗ ਸਾਂਝਾ ਕੀਤਾ, ਉੱਥੋਂ ਵੀ ਸੰਗਤਾਂ ਵਿਸ਼ੇਸ਼ ਤੌਰ ਤੇ ਇੱਥੇ ਆਉਂਦੀਆਂ ਨੇ। ਮਤਲਬ ਇਹ ਤਾਂ ਐਸੀ ਜਗ੍ਹਾ ਕਹਿ ਲਓ, ਐਸੇ ਅਸਥਾਨ ਮਹਾਰਾਜ ਦੇ, ਭਾਵੇਂ ਇੱਥੇ ਚਰਨ ਤਾਂ ਨਹੀਂ ਪਏ, ਪਰ ਮਹਾਰਾਜ ਦੇ ਜੋੜੇ ਜੇ ਇੱਥੇ ਆ ਗਏ ਨੇ, ਇਹ ਚਰਨਾਂ ਤੋਂ ਘੱਟ ਨਹੀਂ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। RAM ਰਾਜੇ ਗੁਰਸਿੱਖੀ ਸੋ ਥਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਤੇ ਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਗੁਰੂ ਨਾਨਕ ਨੂੰ ਪੂਜਿਆ, ਉਹਨਾਂ ਦੀ ਪੂਜਾ ਕਰਵਾਤੀ। ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕੀਤੀ, ਉਹਨਾਂ ਦੀਆਂ ਸੇਵਾਵਾਂ ਹੋਣ ਲੱਗ ਪਈਆਂ। ਅੱਜ ਦੇਖੋ ਬਾਬਾ ਸੱਚਨ ਸਾਚੀ ਦਾ ਮਾਨ ਸਨਮਾਨ ਸਤਿਕਾਰ, ਉਹਨਾਂ ਦੀਆਂ ਵਡਿਆਈਆਂ, ਉਹਨਾਂ ਦੀ ਜੈ ਜੈਕਾਰ ਰਹਿੰਦੀ ਦੁਨੀਆ ਤੱਕ ਹੋਈ ਜਾਣੀ ਹੈ। ਇਸੇ ਨੂੰ ਮਹਾਰਾਜ ਨੇ ਆਖਿਆ ਸੀ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਦੇਖੋ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਵੀ ਲੋਚਿਆ। ਫਿਰ ਆਪਾਂ ਐਸਾ ਵੀ ਪੜ੍ਹਦੇ ਹਾਂ, ਜਿਨ੍ਹਾਂ ਨਾ ਬਿਸਰੈ ਨਾਮ ਸੇ ਕਿਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਜਿਨ੍ਹਾਂ ਨੂੰ ਪਰਮਾਤਮਾ ਨਹੀਂ ਵਿਸਰਦਾ, ਪਰਮਾਤਮਾ ਦਾ ਨਾਮ ਨਹੀਂ ਵਿਸਰਦਾ, ਸੇ ਕਿਨੇਹਿਆ, ਕਿਹੋ ਜਿਹਨਾਂ ਨੂੰ ਕੀ ਕਿਹਾ ਜਾ ਸਕਦਾ? ਮਹਾਰਾਜ ਕਹਿੰਦੇ ਭੇਦ ਨਾ ਜਾਣੋ ਮੂਲ। ਉਹਨਾਂ ਦੇ ਵਿੱਚ ਤੇ ਗੁਰੂ ਦੇ ਵਿੱਚ, ਪ੍ਰਭੂ ਦੇ ਵਿੱਚ ਕੋਈ ਅੰਤਰ ਨਹੀਂ ਹੈ। ਸਾਈਂ ਜਿਹਿਆ, ਉਹ ਸਾਈਂ ਵਰਗੇ ਹੋ ਜਾਂਦੇ ਨੇ। ਜਿਹੜੇ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਮਰ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹਰ ਕਾ ਸੇਵਕ ਹਰ ਹੀ ਜਿਹਾ। ਮਹਾਰਾਜ ਦੀਆਂ ਬੜੀਆਂ ਬਖਸ਼ਿਸ਼ਾਂ ਬਾਬਾ ਸੱਚਨ ਸਾਚੀ ਦੇ ਹੋਈਆਂ, ਮੱਲ ਪਰਿਵਾਰਾਂ ਦੇ ਉੱਪਰ ਹੋਈਆਂ। ਆ ਬੜੀਆਂ ਰਹਿਮਤਾਂ ਵਾਪਰ ਰਹੀਆਂ ਨੇ। ਬੜੀ ਚੜ੍ਹਦੀ ਕਲਾ ਦੇ ਵਿੱਚ ਸਮਾਗਮ ਹੋ ਰਹੇ ਨੇ। ਪਿਛਲੀਆਂ ਵਾਰਾਂ ਦੇ ਨਾਲੋਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਸਮਾਗਮ ਹੋ ਰਹੇ ਨੇ। ਸੰਗਤਾਂ ਦਾ ਇਕੱਠ, ਸੋਹਣਾ ਪ੍ਰਬੰਧ, ਮਹਾਰਾਜ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਨੇ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲੰਮਾ ਸਮਾਂ ਗੁਰਤਾ ਗੱਦੀ ਤੇ ਸੇਵਾਵਾਂ ਨਿਭਾਈਆਂ। ਅਖੀਰ 1574 ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਸੀ ਜੋਤੀ ਜੋਤ ਸਮਾਉਂਦੇ ਨੇ। ਬਹੁਤ ਲੰਮੀ ਉਮਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਔਰ ਸਤਿਗੁਰੂ ਪਾਤਸ਼ਾਹ ਜੀ ਨੇ 1574 ਦੇ ਵਿੱਚ ਜਿਹੜਾ ਸੀ 95 ਸਾਲ ਦੀ ਉਮਰ ਲਗਭਗ, ਔਰ ਉਹਨਾਂ ਨੇ ਵੱਡੇ ਕਾਰਜ ਕੀਤੇ। ਜੋਤੀ ਜੋਤ ਸਮਾ ਗਏ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬੜੀਆਂ ਰਹਿਮਤਾਂ, ਬੜੇ ਪਰਉਪਕਾਰ ਸਾਡੇ ਤੇ ਕਰ ਗਏ। ਗੁਰੂ ਅਮਰਦਾਸ ਸਾਹਿਬ ਮਹਾਰਾਜ ਬਾਰੇ ਜ਼ਿੰਦਗੀਆਂ ਲੰਘ ਜਾਣਗੀਆਂ, ਜੀਵਨ ਲੰਘ ਜਾਣਗੇ। ਉਹਨਾਂ ਦੀ ਵਡਿਆਈ, ਉਹਨਾਂ ਦੇ ਸਿੱਖਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਹੀ ਭੱਟਾਂ ਨੇ ਬਚਨ ਕਹੇ ਸੀ, ਔਰ ਪੱਲੇ ਅਮਰਦਾਸ ਗੁਣ ਤੇਰੇ, ਤੇਹੀ ਉਪਮਾ ਤੋਹੇ ਬਨ ਆਵੈ। ਤਾਂ ਹੀ ਭੱਟਾਂ ਨੇ ਆਖਿਆ ਸੀ ਬਈ ਹੁਣ ਤਾਂ ਗੁਰੂ ਅਮਰਦਾਸ ਤੇਰੀ ਸ਼ਰਨ ਵਿੱਚ ਆਇਆ, ਜਿਵ ਤੂੰ ਰੱਖੈ ਤਿਵ ਰਹਾਂ। ਜਿਵੇਂ ਤੂੰ ਰੱਖੇਂਗਾ ਤਿਵੇਂ ਹੀ ਰਵਾਂਗੇ। ਬਹੁਤ ਕੁਝ ਕਹਿਣ ਵਾਲਾ, ਬਹੁਤ ਕੁਝ ਬਿਆਨ ਕਰਨ ਵਾਲਾ ਲੰਮਾ ਚੌੜਾ ਇਤਿਹਾਸ ਹੈ। ਪਰ ਆਪਾਂ ਬਾਬਾ ਸੱਚਨ ਸਾਚੀ ਦੇ ਸੰਬੰਧ ਵਿੱਚ ਜਿਹੜੇ ਜੋੜ ਮੇਲੇ ਮਨਾਏ ਜਾ ਰਹੇ ਨੇ, ਉਹਨਾਂ ਦੇ ਵਿੱਚ ਵਿਸ਼ੇਸ਼ ਰਾਤਰੀ ਦੇ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਮਹਾਰਾਜ ਤੁਹਾਡੀਆਂ ਹਾਜ਼ਰੀਆਂ ਭੇਟਾਵਾਂ ਚੱਲਿਆ ਕਦਮ ਲੇਖੇ ਵਿੱਚ ਲਾਉਣ, ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਕਰਨ। ਸਭਨਾਂ ਦੇ ਘਰਾਂ 'ਚੋਂ ਦੁੱਖ ਦਲਿੱਦਰ ਦੂਰ ਹੋਣ, ਚੜ੍ਹਦੀਆਂ ਕਲਾਂ, ਨਾਮ ਬਾਣੀ ਦਾ, ਭਜਨ ਬੰਦਗੀ ਦਾ ਪ੍ਰਕਾਸ਼ ਹੋਵੇ। ਅਸੀਂ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਜੀਵਨ ਜਿਉ ਸਕੀਏ। ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ, ਜਿਹੜੇ ਬਹੁਤ ਸੁਚੱਜਾ ਪ੍ਰਬੰਧ ਕਰਦੇ ਨੇ। ਸਤਿਕਾਰਯੋਗ ਗ੍ਰੰਥੀ ਭਾਈ ਜਰਨੈਲ ਸਿੰਘ ਜੀ,
ਬਹੁਤ ਸੋਹਣੇ ਢੰਗ ਦੇ ਨਾਲ ਪਿਛਲੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਨੇ। ਕੋਟ ਆਨ ਕੋਟ ਸ਼ੁਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਆਪਾਂ ਇਹ ਵੱਡੀਆਂ ਸੇਵਾਵਾਂ ਕਰ ਰਹੇ ਹਾਂ। ਇੱਕ ਬੇਨਤੀ ਕਰਕੇ ਸਮਾਪਤੀ ਕਰਾਂ, ਥੋੜਾ ਜਿਹਾ ਬਸ 2 ਮਿੰਟ। ਪਿਛਲੇ ਸਮੇਂ ਦੇ ਵਿੱਚ 2 ਵੱਡੀਆਂ ਘਟਨਾਵਾਂ ਵਾਪਰੀਆਂ ਨੇ, ਉਹ ਮੈਂ ਤੁਹਾਨੂੰ ਤਾਂ ਕਰਵਾ ਰਿਹਾ ਕਿਉਂਕਿ ਮੀਡੀਆ ਦਾ ਯੁੱਗ ਹੈ। ਇੱਕੋ ਨਕੋਦਰ ਬੈਠਾ ਪਖੰਡੀ ਜਿਹਾ ਸਾਧ ਜਿਹੜਾ ਹੈ, ਔਰ ਉਹਨੇ ਜਿਹੜਾ ਕੱਪੜੇ ਪਾਉਣ ਦਾ ਚੱਜ ਉਹਨੂੰ ਨਹੀਂ, ਖਾਣ ਪੀਣ ਦਾ ਚੱਜ ਉਹਨੂੰ ਨਹੀਂ, ਮੈਨੂੰ ਕੋਈ ਕਹਿਣ ਦੇ ਵਿੱਚ ਸੰਕੋਚ ਨਹੀਂ ਹੈ। ਬੀੜੀਆਂ ਪੀਣ ਵਾਲੇ ਉਹ ਲੋਕ ਜਿਹਨੂੰ ਮਹਾਰਾਜ ਕਹਿੰਦੇ ਨੇ, ਸਤਿਗੁਰੂ ਦੀ ਬਾਣੀ ਪੜ੍ਹਿਓ, ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜੰਮ ਪਕੜ ਚ ਲਾਈਆਂ। ਔਰ ਉਹਦੇ ਬਾਰੇ ਇੱਕ ਉਹਦੇ ਚਾਪਲੂਸ ਨੇ ਜਿਹੜੇ ਸ਼ਬਦ ਗੁਰੂ ਅਮਰਦਾਸ ਸਾਹਿਬ ਮਹਾਰਾਜ ਵਾਲੇ ਵਰਤੇ ਨਾ, ਉਹਨਾਂ ਨੇ ਆਖਿਆ ਜੀ ਇਹਨਾਂ ਲਈ ਸ਼ਬਦ ਨੇ ਉਹਨਾਂ ਦੀ ਕੁੱਲ ਉੱਥੇ ਬੜਾ ਕਮਾਸ਼ਾਨ ਮਚਿਆ, ਮਾਫੀਆਂ ਮੰਗੀਆਂ, ਬੜਾ ਕੁਝ ਹੋਇਆ। ਇਹਨਾਂ ਲੋਕਾਂ ਦੀ ਪਿੱਛੇ ਨਾ ਲੱਗਿਓ, ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ ਤੋਂ ਦੂਰ ਨਾ ਜਾਇਓ। ਬਾਬਾ ਸੱਚਨ ਸੱਚ ਜੀ ਦੇ ਤੁਸੀਂ ਜੀਵਨ ਨੂੰ ਪੜ੍ਹੋ, ਉਹਨਾਂ ਦੀਆਂ ਸੇਵਾਵਾਂ ਦੇਖੋ, ਬਥੇਰੇ ਆਉਣਗੇ ਤੁਹਾਨੂੰ ਤੋੜ ਕੇ ਇੱਧਰੋਂ ਝੂਠਿਆਂ ਦੇ ਨਾਲ, ਆਪੂ ਬਣਿਆਂ ਦੇ ਨਾਲ ਜਿਹੜੇ ਨੇ ਜੋੜਨਗੇ। ਉੱਥੋਂ ਉਹ ਆਨੰਦ ਪ੍ਰਾਪਤ ਨਹੀਂ ਹੋਣਾ ਜਿਹੜਾ ਆਨੰਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਉਪਦੇਸ਼ਾਂ ਨਾਲ। ਤਾਂ ਹੀ ਤਾਂ ਬਾਬਾ ਕਬੀਰ ਜੀ ਨੇ ਆਖਿਆ ਸੀ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਚਰਨਾਂ ਨਾਲ ਜੁੜਨਾ। ਔਰ ਦੂਸਰੀ ਗੱਲ ਹੋਰ, ਅੱਜ ਜਿਵੇਂ ਨਾ ਮੈਂ ਬੇਨਤੀ ਕੀਤੀ ਸੀ ਵੀ ਰਾਜੇ ਨੇ ਇਕਾਦਸ਼ੀ ਦਾ ਵਰਤ ਰੱਖਿਆ ਸੀ ਤੇ ਸਾਰਿਆਂ ਨੇ ਵਰਤ ਅੱਗ ਨਹੀਂ ਸੀ ਬਾਲੀ, ਗੁਰੂ ਦੇ ਸਿੱਖਾਂ ਨੇ, ਔਰ ਬਿਲਕੁਲ ਪਰਵਾਹ ਨਹੀਂ ਸੀ ਕੀਤੀ। ਕਿੱਡਾ ਮਾਨ ਸਨਮਾਨ ਮਿਲਿਆ। ਆ ਪਿੱਛੇ ਜੇ ਕੌਰਿਆਂ ਨੇ ਘਟਨਾ ਵਾਪਰੀ ਨਾ, ਆ ਸਾਡੇ ਆਪਣੇ ਮਾਲਵੇ ਦੇ ਵਿੱਚ, ਉੱਥੇ ਚਲੋ ਜਿਵੇਂ ਵੀ ਪਿੰਡ ਦੇ ਵਿੱਚ ਕੋਈ ਇਸ਼ੂ ਸੀ, ਉਹਨਾਂ ਨੇ ਵੀ ਟੂਣਾ ਕੀਤਾ, ਕੋਈ ਟੂਣਾ ਟਾਮਣ ਕੀਤਾ, ਕੋਈ ਲਿਆਂਦਾ ਕੋਈ ਇਸ ਤਰ੍ਹਾਂ ਦਾ ਬਾਬਾ ਬੂਬਾ ਜੋ ਵੀ ਸੀ, ਉਹਨੇ ਆਖਿਆ ਵੀ ਕੋਈ ਅੱਗ ਨਾ ਬਾਲਿਓ। ਸਾਰੇ ਪਿੰਡ ਦੇ ਵਿੱਚ ਅੱਗ ਨਾ ਬਾਲੀ ਗਈ, ਪਰ ਇੱਕ ਗੁਰਸਿੱਖ ਪਰਿਵਾਰ ਔਰ ਜਿਹਦੇ ਅੰਦਰ ਗੁਰਸਿੱਖੀ ਸੀ, ਗੁਰੂ ਦਾ ਉਪਦੇਸ਼, ਉਹਨਾਂ ਨੇ ਅੱਗ ਬਾਲ ਲਈ। ਪਿੰਡ ਵਾਲਿਆਂ ਨੇ ਬੇਦਖਲ ਕਰਤਾ, ਰਿਸ਼ਤਾ ਨਾਤਾ ਤੋੜਤਾ, ਪੰਚਾਇਤ ਨੇ ਕੀ ਕੁਝ ਕੀਤਾ, ਉਹਦੀ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਪਹੁੰਚੀ। ਪੰਥਕ ਜਥੇਬੰਦੀਆਂ ਇਕੱਠੀਆਂ ਹੋਈਆਂ ਔਰ ਫਿਰ ਉਹ ਪੰਚਾਇਤ ਨੇ ਮਾਫੀ ਮੰਗੀ, ਉਹਨਾਂ ਲੋਕਾਂ ਨੇ ਮਾਫੀ ਮੰਗੀ। ਉਸ ਪਰਿਵਾਰ ਨੂੰ ਤਖਤ ਸਾਹਿਬ ਤੋਂ ਮਾਨ ਸਨਮਾਨ ਮਿਲਿਆ ਹੈ, ਸਰੋਪਾ ਉਹਦੀ ਬਖਸ਼ਿਸ਼ ਹੋਈ ਹੈ। ਮਾਨ ਸਨਮਾਨ ਜਦੋਂ ਗੁਰੂ ਨਾਲ ਜੁੜਾਂਗੇ ਨਾ, ਮਾਨ ਸਨਮਾਨ ਮਿਲਣਗੇ। ਇਹ ਕੋਸ਼ਿਸ਼ਾਂ ਨੇ ਪੰਜਾਬ ਦੇ ਵਿੱਚ ਤੁਹਾਨੂੰ ਗੁਰੂ ਨਾਲੋਂ ਜੋੜ ਕੇ ਦੇਹ ਧਾਰੀਆਂ ਨਾਲ, ਅਖੌਤੀ ਬਾਬਿਆਂ ਨਾਲ ਜੋੜ ਦਿੱਤਾ ਜਾਏ। ਆ ਵਹਿਮਾਂ 'ਚ ਨਾ ਪਿਓ। ਤੁਸੀਂ ਜਿਨ੍ਹਾਂ ਨੂੰ ਸਮਰਪਿਤ ਬੈਠੇ ਹੋ, ਉਹਨਾਂ ਦਾ ਜੀਵਨ ਪੜ੍ਹੋ, ਉਹਨਾਂ ਦੀਆਂ ਕਮਾਈਆਂ ਪੜ੍ਹੋ। ਮਹਾਰਾਜ ਕਿਰਪਾ ਕਰਨ, ਸਾਡੇ ਤੇ ਰਹਿਮਤ ਕਰਨ ਸਤਿਗੁਰੂ। ਕਿਣਕਾ ਮਾਤਰ ਮਾੜੀ ਜੀ ਨਜ਼ਰ ਵੀ ਸਾਡੇ ਤੇ ਸਤਿਗੁਰੂ ਦੀ ਹੋ ਜਾਏ, ਫਿਰ ਸਾਡੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੋਵਣਗੇ। ਬਹੁਤ ਬਹੁਤ ਧੰਨਵਾਦ ਸਮੁੱਚੇ ਪ੍ਰਬੰਧਕ ਸੱਜਣਾਂ ਦਾ, ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਬਾਬਾ ਭਾਈ ਜਿਹੜੇ ਨੇ ਗੁਰਮੇਲ ਸਿੰਘ, ਸ਼ਾਇਦ ਉਹਨਾਂ ਦਾ ਨਾਮ ਆ, ਉਹਨਾਂ ਦਾ ਬਹੁਤ ਬਹੁਤ ਮਾਨ ਸਨਮਾਨ। ਸਾਰੀ ਸੰਗਤ ਦਾ, ਸਾਰਿਆਂ ਦੇ ਨਾਮ ਮਹਾਰਾਜ ਜਾਣਦੇ ਨੇ, ਜਿਨ੍ਹਾਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ। ਆਸੀਸ ਦਿਓ ਮਹਾਰਾਜ, ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ, ਆਪਣੀ ਬਾਣੀ ਨਾਲ ਜੋੜ ਕੇ ਰੱਖਿਓ। ਤੁਹਾਡੇ ਗੁਣ ਗਾਉਂਦੇ ਰਹੀਏ, ਸਿਫਤ ਸਲਾਹਾਂ ਕਰਦੇ ਰਹੀਏ, ਸਾਡੇ ਲੋਕ ਸੁਖੀਏ ਪਰ ਲੋਕ ਸੁਹੇਲੇ ਇਸੇ ਤਰ੍ਹਾਂ ਹੋਵਣਗੇ। ਬਹੁਤ ਬਹੁਤ ਧੰਨਵਾਦ। ਕਥਾਵਾਂ ਕਰਦੇ ਹਾਂ, ਵਿਚਾਰਾਂ ਦੀ ਸਾਂਝ ਪਾਉਂਦੇ ਹਾਂ, ਵੱਡੇ ਦੀਆਂ ਵਡਿਆਈਆਂ ਕਰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਸਤਿਗੁਰੂ ਜੀ ਖਿਮਾ ਕਰਨਗੇ। ਧੰਨਵਾਦ ਸਾਰੀ ਸੰਗਤ ਦਾ। ਭੁੱਲ ਚੁੱਕ ਦੀ ਮਾਫੀ, ਪਿਆਰ ਸਤਿਕਾਰ ਨਾਲ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले